हाँ जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਦੀ 38ਵੀਂ ਲੜੀ ਦੇ ਵਿੱਚ ਅੱਜ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ ਤੇ ਇਸ ਲੜੀ ਦਾ ਆਗਾਜ਼ ਕਰਨ ਲਈ ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ। ਤੁਹਾਡਾ ਅਸੀਂ ਖੈਰ ਮਕਦਮ ਕਰਦੇ ਹਾਂ, ਖੁਸ਼ਾਮਦੀਦ ਕਹਿੰਦੇ ਹਾਂ, ਸਵਾਗਤ ਕਰਦੇ ਹਾਂ। ਕੋਈ ਸ਼ਾਇਰ ਕਹਿੰਦਾ ਕਿ ਸ਼ਹਿਰ ਦਾ, ਸੜਕਾਂ ਦਾ, ਘਰ ਦਾ ਮੋਹ ਜਿਹਾ ਬਣਿਆ ਰਹੇ। ਜੇ ਰੁਕੇ ਤਾਂ ਜੀਣ ਦਾ ਇੱਕ ਆਸਰਾ ਬਣਿਆ ਰਹੇ। ਖੌਫ ਦੇ ਜੰਗਲ 'ਚ ਜਾਦਾਂ ਵੀ ਕਿਤੇ ਗੁੰਮ ਜਾਣ ਨਾ, ਹਰ ਪਲ ਹਰ ਘੜੀ ਇਹੋ ਹੀ ਤੌਖਲਾ ਬਣਿਆ ਰਹੇ। ਰੁੱਖ ਹੈ ਤਾਂ ਇਸ ਨੂੰ ਆਪਣੇ ਪੱਤਿਆਂ ਦੀ ਓਟ ਕਰ, ਕੁਝ ਕੁ ਚਿਰ ਪੰਛੀ ਦਾ ਸ਼ਾਇਦ ਆਲ੍ਹਣਾ ਬਣਿਆ ਰਹੇ। ਕੁਝ ਕੁ ਚਿਰ ਪੰਛੀ ਦਾ ਸ਼ਾਇਦ ਆਲ੍ਹਣਾ ਬਣਿਆ ਰਹੇ। ਸੋ ਦੋਸਤੋ, ਸੱਚਮੁੱਚ ਅੱਜ ਅਸੀਂ ਇਹੋ ਜਿਹੇ ਦੌਰ 'ਚ ਲੰਘ ਰਹੇ ਹਾਂ ਜਿਹੜਾ ਅਨਿਸ਼ਚਿਤ ਦਾ ਦੌਰ ਹੈ। ਸੰਕਟ ਕਾਲ ਦੇ ਇਸ ਦੌਰ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਕਿ ਅਗਲੇ ਪਲ ਕੀ ਹੋਣਾ ਹੈ, ਪਰ ਸੰਵਾਦ ਦੇ ਇਸ ਸਿਲਸਿਲੇ ਰਾਹੀਂ ਅਸੀਂ ਪੂਰੀ ਦੁਨੀਆ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਪੰਜਾਬ ਸਾਹਿਤ ਅਕੈਡਮੀ ਨੂੰ ਕਿ ਅਸੀਂ ਲਗਭਗ 38 ਦਿਨਾਂ ਤੋਂ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਗਲੋਬਲ ਖਿੜਕੀ ਰਾਹੀਂ ਜੋੜਿਆ ਹੋਇਆ ਹੈ। ਮੌਸਮ ਵੱਖਰੇ ਹੋ ਸਕਦੇ ਨੇ, ਸਮਾਂ ਵੱਖਰਾ ਹੋ ਸਕਦਾ ਹੈ, ਥਾਂ ਵੀ ਵੱਖਰੀਆਂ ਹੋ ਸਕਦੀਆਂ ਨੇ, ਦਿਸ਼ਾਵਾਂ ਵੀ ਵੱਖਰੀਆਂ ਹੋ ਸਕਦੀਆਂ ਨੇ, ਪਰ ਵਲਵਲੇ, ਚਾਅ, ਜਜ਼ਬੇ ਇੱਕ ਨੇ ਤੇ ਉਹਨਾਂ ਵਲਵਲਿਆਂ ਤੇ ਚਾਵਾਂ ਤੇ ਜਜ਼ਬਿਆਂ ਦੇ ਨਾਲ ਅਸੀਂ ਇਸ ਵਰਚੁਅਲ ਸੰਸਾਰ ਰਾਹੀਂ ਜੁੜੇ ਹਾਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਰਹੇ ਹਾਂ। ਅੱਜ ਦੇ ਇਸ ਸਮਾਗਮ ਦੇ ਵਿੱਚ ਬਿਲਕੁਲ ਵੱਖਰੀ ਕਿਸਮ ਦਾ ਵਿਸ਼ਾ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਸਾਡਾ ਵਿਸ਼ਾ ਹੈ ਕਿ ਕਿੰਜ ਆਉਂਦੇ ਨੇ ਜ਼ਿੰਦਗੀ ਤੋਂ ਪਾਤਰ। ਇਸ ਤੇ ਚਰਚਾ ਕਰਨ ਲਈ ਸਾਡੇ ਨਾਲ 4 ਗਲਪਕਾਰ ਜੁੜੇ ਨੇ, ਜਿਨ੍ਹਾਂ ਦੇ ਵਿੱਚ ਪਹਿਲੇ ਨੇ ਬਲਦੇਵ ਸੜਕਨਾਮਾ ਜੀ। ਬਲਦੇਵ ਸੜਕਨਾਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਦੂਜੇ ਇਸ ਲੜੀ ਦੇ ਵਿੱਚ ਵਿਦਵਾਨ ਨੇ ਸਾਡੇ ਨਾਲ ਦੇਸਰਾਜ ਕਾਲੀ ਜੀ। ਦੇਸਰਾਜ ਕਾਲੀ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ। ਮਾਈਕ ਆਪਣਾ ਅਨਮਿਊਟ ਕਰ ਲਓ ਸਰ। ਮਾਈਕ ਤੁਹਾਡਾ ਬੰਦ ਹੈ, ਮਾਈਕ ਖੋਲ ਲਓ ਇੱਕ ਵਾਰੀ। ਦੇਸਰਾਜ ਕਾਲੀ ਜੀ, ਮਾਈਕ ਖੋਲ ਲਓ ਆਪਣਾ ਜੀ। ਜੀ ਹੁਣ ਬੋਲੋ ਜੀ। ਥੈਂਕ ਯੂ, ਸਵਾਗਤ ਹੈ ਤੁਹਾਡਾ। ਤੁਹਾਡੀਆਂ ਅਕਾਦਮੀ ਵਾਲੇ ਤੀਜੇ ਸਾਡੇ ਨਾਲ ਚਿੰਤਕ ਨੇ ਅੱਜ ਸਾਂਵਲ ਧਾਮੀ ਜੀ। ਸਾਂਵਲ ਧਾਮੀ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਿਰਜਣਾ ਦੇ ਪਲਾਂ ਦੇ ਵਿੱਚ ਇੱਕ ਹੋਰ ਸਾਡੇ ਨਾਲ ਗਲਪਕਾਰ ਨੇ, ਮਿੰਨੀ ਕਹਾਣੀ ਲੇਖ ਕੁਲਵਿੰਦਰ ਕੌਸ਼ਲ। ਕੁਲਵਿੰਦਰ ਕੌਸ਼ਲ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਮੈਂ ਇਹਨਾਂ ਸਾਡੇ ਚਾਰੇ ਵਿਦਵਾਨ ਸ਼ਖਸੀਅਤਾਂ ਦੀ ਥੋੜੀ ਜਿਹੀ ਜਾਣ ਪਛਾਣ ਕਰਾਉਣੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਰੂਬਰੂ ਹੋਣਾ ਹੈ। ਸਭ ਤੋਂ ਪਹਿਲਾਂ ਬਲਦੇਵ ਸੜਕਨਾਮਾ ਹੋਰੀ ਨੇ, ਜੋ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਨੇ, ਬਹੁਤ ਕਮਾਲ ਦੇ ਨਾਵਲ ਲਿਖਦੇ ਨੇ, ਬਹੁਤ ਕਮਾਲ ਦੀਆਂ ਕਹਾਣੀਆਂ ਲਿਖਦੇ ਨੇ, ਨਾਟਕ ਲਿਖਦੇ ਨੇ, ਵਾਰਤਕ ਲਿਖਦੇ ਨੇ। 30 ਸਾਲ ਦਾ ਇਹਨਾਂ ਦਾ ਲਗਭਗ ਸਾਹਿਤਕ ਸਫ਼ਰ ਹੈ, ਜਿਹਦੇ ਵਿੱਚ ਇਹਨਾਂ ਨੇ ਟਰੱਕ ਡਰਾਈਵਰੀ ਤੋਂ ਟਰਾਂਸਪੋਰਟਰ ਤੱਕ ਤੇ ਉਸ ਤੋਂ ਬਾਅਦ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਾਲ ਸਾਹਿਤ ਦੇ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਨਾਟਕ ਮਿੱਟੀ ਰੋਦਨ ਕਰੇ ਵਰਗੇ ਬਹੁਤ ਪ੍ਰਸਿੱਧ ਨਾਟਕ ਨੇ। ਇਸੇ ਤਰ੍ਹਾਂ ਹੀ ਨਾਵਲਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਖਾਸ ਤੌਰ ਤੇ ਜਿਹੜੇ ਵਿਸ਼ੇ ਦੇ ਵਿੱਚ, ਜਿਹੜੀ ਵਿਧਾ ਦੇ ਵਿੱਚ ਇਹਨਾਂ ਦਾ ਵੱਡਾ ਨਾਂ ਹੈ, ਉਹਦੇ ਵਿੱਚ ਲਾਲ ਬੱਤੀ, ਅੰਨਦਾਤਾ, ਪੰਜਵਾਂ ਸਾਹਿਬਜ਼ਾਦਾ, ਸਤਲੁਜ ਵਹਿੰਦਾ ਰਿਹਾ, ਢਾਮਾ ਦਿੱਲੀ ਦੇ ਕਿੰਗਰੇ, ਸੂਰਜ ਦੀ ਅੱਖ, ਮਹਾਬਲੀ ਸੂਰਾ, ਮੈਂ ਪਾਕਿਸਤਾਨ ਨਹੀਂ ਜਾਣਾ, ਅੰਨਦਾਤਾ ਤੇ ਅੰਨਦਾਤਾ ਦਾ ਅਗਲਾ ਭਾਗ, ਖਾਕ ਗੇੜਨਾ ਕੋਏ, ਗੰਦਲੇ ਪਾਣੀ। ਬਹੁਤ ਕਮਾਲ ਦੇ ਨਾਟਕ ਨੇ। ਬਹੁਤ ਸਾਰੇ ਨਾਟਕ ਹਿਸਟੋਰੀਕਲ ਨੇ, ਬਹੁਤ ਸਾਰੇ ਨਾਟਕ ਪੰਜਾਬ ਦੀ ਕਿਸਾਨੀ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਨਾਟਕ ਸਾਡੇ ਲੋਕ ਨਾਇਕਾਂ ਨਾਲ ਜੁੜੇ ਹੋਏ ਨੇ। ਇੰਨੀਆਂ ਸ਼ੇਡਸ ਨੇ ਇਹਨਾਂ ਦੇ ਗਲਪ ਦੀਆਂ ਕਿ ਜਿਹੜਾ ਪਾਠਕ ਹੈ ਉਹ ਹੈਰਾਨ ਹੁੰਦਾ ਹੈ ਕਿ ਕਿੱਥੋਂ ਕਿਸ ਪ੍ਰਕਾਰ ਦੇ ਅਨੁਭਵ ਇਹਨਾਂ ਦੇ ਨਾਵਲਾਂ ਦੇ ਵਿੱਚ ਆ ਰਹੇ ਨੇ। ਦੂਜੇ ਜੋ ਚਿੰਤਕ ਨੇ ਸਾਡੇ ਨਾਲ ਦੇਸਰਾਜ ਕਾਲੀ, ਉਹ ਸਾਡੇ ਨਵੀਂ ਜੋ ਪੀੜ੍ਹੀ ਹੈ ਉਹਦੇ ਗਲਪਕਾਰਾਂ ਦੇ ਵਿੱਚੋਂ ਇੱਕ ਨੇ। ਬਹੁਤ ਸੋਹਣੀ ਕਹਾਣੀ ਲਿਖਦੇ ਨੇ, ਲਕੀਰ ਮੈਗਜ਼ੀਨ ਦੇ ਸੰਪਾਦਕ ਨੇ। ਚਾਨਣ ਦੀ ਲੀਕ, ਕਥਾ ਕਾਲੀ, ਫਕੀਰੀ, ਚੁੱਪ ਕੀਤੇ, ਇਹ ਇਹਨਾਂ ਦੀਆਂ ਕਹਾਣੀ ਸੰਗ੍ਰਹਿ ਨੇ। ਤੇ ਨਾਵਲ ਪਰਨੇਸ਼ਵਰੀ, ਅੰਤਹੀਣ, ਪ੍ਰਥਮ ਪ੍ਰਾਣ, ਸ਼ਾਂਤੀ ਪਰਬ, ਠੁਮਰੀ, ਇਹ ਇਹਨਾਂ ਦੇ ਨਾਵਲ ਨੇ। ਤੇ ਅੱਜ ਕੱਲ ਵਾਰਤਕ ਬਹੁਤ ਸੋਹਣੀ ਲਿਖਦੇ ਨੇ, ਗੱਲਾਂ ਬਹੁਤ ਸੋਹਣੀਆਂ ਕਰਦੇ ਨੇ, ਮਿੱਥਾਂ ਤੇ ਬਹੁਤ ਖੂਬਸੂਰਤ ਕੰਮ ਕਰ ਰਹੇ ਨੇ। ਸੋ ਦੇਸਰਾਜ ਕਾਲੀ ਸਾਡੇ ਦੂਜੇ ਚਿੰਤਕ ਨੇ ਤੇ ਤੀਜੇ ਚਿੰਤਕ ਨੇ ਸਾਂਵਲ ਧਾਮੀ, ਜਿਨ੍ਹਾਂ ਦਾ ਤੁਸੀਂ ਅੱਜ ਕੱਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਾਲਮ ਲਗਾਤਾਰ ਪੜ੍ਹ ਰਹੇ ਹੋਵੋਗੇ, ਵੰਡ ਦੇ ਟੁਕੜੇ।
ਤੇ ਉਸੇ ਕਾਲਮ ਨੂੰ 47 ਨਾਮਾ ਹੇਠ ਇਹ YouTube ਚੈਨਲ ਬਣਾ ਕੇ ਉੱਤੇ ਵੀ ਪੇਸ਼ ਕਰ ਰਹੇ ਨੇ। ਪੰਜਾਬੀ ਦੇ ਬਹੁਤ ਕਮਾਲ ਦੇ ਕਹਾਣੀਕਾਰ ਨੇ, ਬਹੁਤ ਸੰਵੇਦਨਸ਼ੀਲ ਕਹਾਣੀਆਂ ਜਿਹੜੀਆਂ ਇਹਨਾਂ ਨੇ ਲਿਖੀਆਂ ਨੇ। ਮੈਨੂੰ ਯਾਦ ਆਉਂਦੀ ਹੈ ਇਹਨਾਂ ਦੀ ਕਹਾਣੀ ਮੱਲਮ ਜਾਂ ਗਾਈਡ ਕਹਾਣੀ ਜਾਂ ਸੁਖਮਣੀ ਕਹਾਣੀ ਜਾਂ ਪੁਲ ਕਹਾਣੀ, ਕੈਨਵਸ ਲਈ ਭਟਕਦੇ ਰੰਗ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ। ਤੇ ਇੱਕ ਜਿਹੜਾ ਨਵਾਂ ਕਹਾਣੀ ਸੰਗ੍ਰਹਿ ਹੈ ਤੂੰ ਨਿਹਾਲਾ ਨਾ ਬਣੀ। 47 ਨਾਮਾ ਇਹਨਾਂ ਦਾ ਬੜਾ ਚਰਚਿਤ YouTube ਚੈਨਲ ਵੀ ਹੈਗਾ ਤੇ ਵੰਡ ਦੇ ਟੁਕੜੇ ਬਹੁਤ ਚਰਚਿਤ ਕਾਲਮ ਹੈ ਜਿਹਦੇ ਵਿੱਚ 1947 ਦੀ ਵੰਡ ਦਾ ਦਰਦ ਉਹਨਾਂ ਅਸਲੀ ਪਾਤਰਾਂ ਰਾਹੀਂ ਇਹਨਾਂ ਨੇ ਪੇਸ਼ ਕੀਤਾ ਹੈ ਤੇ ਦੇਸ਼ ਵਿਦੇਸ਼ ਤੱਕ ਘੁੰਮ ਫਿਰ ਕੇ ਉਹਨਾਂ ਪਾਤਰਾਂ ਤੱਕ ਅਪਰੋਚ ਕੀਤੀ ਹੈ, ਜਿਉਂਦੇ ਜਾਗਦੇ ਪਾਤਰਾਂ ਤੱਕ ਜਿਨ੍ਹਾਂ ਨੇ ਉਹ ਪੀੜ ਹੰਢਾਈ ਹੈ। ਇਹ ਤਿੰਨ ਸਾਡੇ ਚਿੰਤਕ ਨੇ। ਚੌਥੇ ਸਾਡੇ ਨਾਲ ਕੁਲਵਿੰਦਰ ਕੌਸ਼ਲ ਹੋਰੀ ਨੇ। ਕੁਲਵਿੰਦਰ ਕੌਸ਼ਲ ਹੋਰੀ ਮਿੰਨੀ ਕਹਾਣੀਕਾਰ ਨੇ, ਪੰਜਾਬੀ ਦੇ ਸਮਰੱਥ। ਇਹਨਾਂ ਦੀ ਕਿਤਾਬ ਅਭਿਮਨਿਊ, ਫਿਰ ਸੂਲੀ ਲਟਕੇ ਪਲ, ਫਿਰ ਪੁੱਠੇ ਦਿਮਾਗ ਦਾ ਬੰਦਾ। ਵੈਸੇ ਕੁਲਵਿੰਦਰ ਕੌਸ਼ਲ ਸਿੱਧੇ ਦਿਮਾਗ ਦਾ ਬੰਦਾ, ਪਰ ਇਹਨਾਂ ਦੀ ਰਚਨਾ ਦਾ ਨਾਮ ਹੈ ਪੁੱਠੇ ਦਿਮਾਗ ਦਾ ਬੰਦਾ। ਸੋ ਇਹਨਾਂ ਚਾਰੇ ਸਾਹਿਤਕਾਰਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਪੰਜਾਬ ਸਾਹਿਤ ਅਕੈਡਮੀ ਵੱਲੋਂ ਸਾਡੇ ਚਾਰੇ ਇਹਨਾਂ ਗਲਪਕਾਰਾਂ ਦਾ ਸਵਾਗਤ ਕਰਨਗੇ। ਡਾਕਟਰ ਸਰਬਜੀਤ ਕੌਰ ਸੋਹਲ ਜੀ, ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੇਵ ਜੀ। ਪੰਜਾਬ ਸਾਹਿਤ ਅਕੈਡਮੀ ਦੇ ਸੰਕਟ ਕਾਲ ਤੇ ਸਾਹਿਤ ਦੀ 38ਵੀਂ ਲੜੀ ਦੇ ਅੱਜ ਸਾਡੇ ਬਹੁਤ ਹੀ ਸਤਿਕਾਰਤ ਬਲਦੇਵ ਸੜਕਨਾਮਾ ਜੀ, ਦੇਸਰਾਜ ਕਾਲੀ ਜੀ, ਸਾਂਵਲ ਧਾਮੀ ਜੀ, ਕੁਲਵਿੰਦਰ ਕੌਸ਼ਲ ਜੀ ਤੇ ਇਸ ਵੇਲੇ ਕੁਲਰੀਆਂ ਵੀ ਸਾਡੇ ਨਾਲ ਸਕਰੀਨ ਤੇ ਮੈਨੂੰ ਦਿਸ ਰਹੇ ਨੇ। ਸੋ ਆਪ ਸਭ ਦਾ ਇਸ ਮੰਚ ਤੇ ਨਿੱਘਾ ਸਵਾਗਤ ਹੈ। ਜਿੱਦਾਂ ਕਿ ਡਾਕਟਰ ਕੁਲਦੀਪ ਹੋਰਾਂ ਨੇ ਗੱਲ ਕੀਤੀ ਹੈ, ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ, ਤੁਹਾਡੀਆਂ ਲਿਖਤਾਂ ਦੀਆਂ, ਤੁਹਾਡੇ ਸੁਭਾਅ ਦੀਆਂ, ਰਚਨਾਵਾਂ ਦੀਆਂ ਗੱਲਾਂ ਕੀਤੀਆਂ ਨੇ ਤੇ ਮੈਂ ਉਹਨਾਂ ਨੂੰ ਦੁਹਰਾਉਂਦੀ ਨਹੀਂ। ਮੈਂ ਤੇ ਮੈਨੂੰ ਯਾਦ ਆ, ਮੈਂ ਸੜਕਨਾਮਾ ਜੀ ਦਾ ਇੱਕ ਨਾਵਲ ਪੜ੍ਹਿਆ ਸੀ। ਉਹ ਕਿਸੇ ਬਿਊਟੀ ਪਾਰਲਰ ਚਲਾ ਰਹੀ ਹੁੰਦੀ ਆ ਤੇ ਨਾਲ ਉਸ ਜਿਹੜਾ ਜਿਵੇਂ ਉਹ ਕੁੜੀਆਂ ਨੂੰ ਸਪਲਾਈ ਕਰਦੀ ਹੈ ਤੇ ਉਹ ਅਜੇ ਵੀ ਕਿਤੇ ਨਾ ਕਿਤੇ ਉਹ ਅਟਕਿਆ ਹੋਇਆ ਉਹ ਰੈਸਟੋਰੈਂਟ 'ਚ ਜਾ ਕੇ ਬੈਠਣ ਵਾਲਾ ਸਾਰਾ। ਤੇ ਦੇਸਰਾਜ ਕਾਲੀ ਜੀ ਦਾ ਨਾਵਲ ਤਾਂ ਬਾ ਕਮਾਲ ਹੁੰਦਾ ਹੈ। ਇਹਨਾਂ ਦੇ ਨਾਵਲ ਪੜ੍ਹਨ ਲਈ ਸਾਨੂੰ ਚੰਗੀ ਤਰ੍ਹਾਂ ਪੜ੍ਹਨਾ ਪੈਂਦਾ ਹੈ, ਜਿਹਨੂੰ ਤੁਹਾਨੂੰ ਅੰਦਰ ਮਤਲਬ ਇੱਕ ਚੰਗੇ ਤੁਹਾਨੂੰ ਪਾਠਕ ਵੀ ਹੋਣਾ ਪੈਂਦਾ ਹੈ ਚੰਗੇ ਨਾਵਲਕਾਰ ਨੂੰ ਪੜ੍ਹਨ ਦੇ ਲਈ। ਸੋ ਸਾਂਵਲ ਧਾਮੀ ਜੀ ਬਾਰੇ ਵੀ ਦੱਸਿਆ ਕਿ ਕਹਾਣੀਆਂ ਬਹੁਤ ਸੋਹਣੀਆਂ ਲਿਖਦੇ ਨੇ ਤੇ ਬਾਕੀ ਵੀ ਕੁਲਵਿੰਦਰ ਕੌਸ਼ਲ ਜੀ ਮਿੰਨੀ ਕਹਾਣੀ ਦੇ ਰਚੇਤਾ ਨੇ। ਸੋ ਸਾਰੇ ਹੀ ਰਚਨਾਕਾਰ ਬਹੁਤ ਵਧੀਆ ਨੇ। ਇਹਨਾਂ ਨੇ ਸਾਹਿਤ ਦੇ ਵਿੱਚ ਜਿਨ੍ਹਾਂ ਦੀਆਂ ਵਿਲੱਖਣ ਪੈੜਾਂ ਨੇ। ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਅਸੀਂ ਕਿਸੇ ਨਾ ਕਿਸੇ ਜ਼ਰੀਏ ਜੇ ਇਹ ਪੰਜਾਬ ਸਾਹਿਤ ਅਕੈਡਮੀ ਦਾ ਮੰਚ ਹੈ ਜਿਹੜੀ ਮੈਂ ਤੈਨੂੰ ਕਹਿੰਦੀ ਹੁੰਦੀ ਹਾਂ ਕਿ ਆਨਲਾਈਨ ਜਿਹੜੀ ਵੈਬ ਖਿੜਕੀ ਆ ਉਹ ਅਸੀਂ ਸਾਰੇ ਇੱਕ ਦੂਜੇ ਵੱਲ ਖੋਲ ਲੈਂਦੇ ਹਾਂ ਤੇ ਇਹਦੇ ਲਈ ਸਾਨੂੰ ਇੱਕ ਦੂਜੇ ਦਾ ਗੁਆਂਢੀ ਵੀ ਨਹੀਂ ਹੋਣਾ ਪੈਂਦਾ। ਦੂਸਰੇ ਸ਼ਹਿਰ, ਦੂਸਰੇ ਦੇਸ਼, ਕਿਤੇ ਦੂਰ ਵੀ ਹੋਈਏ ਤੇ ਸਾਨੂੰ ਇਸ ਵੇਲੇ ਇਹ ਜਿਹੜਾ ਸਮਾਂ ਹੁੰਦਾ ਹੈ 8 ਤੋਂ 9 ਵਜੇ ਤੱਕ ਦਾ, ਇਹ ਅਸੀਂ ਬਹੁਤ ਨੇੜੇ ਨੇੜੇ ਮਹਿਸੂਸ ਕਰਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਇਹ ਅੱਜ ਜਿਹੜੀਆਂ ਗੱਲਾਂ ਹੋਣਗੀਆਂ ਉਹ ਇਹਨਾਂ ਦੀ ਕਹਾਣੀਆਂ ਵਿਚਲੇ, ਨਾਵਲਾਂ ਵਿਚਲੇ, ਮਿੰਨੀ ਕਹਾਣੀ ਵਿਚਲੇ ਜਿਹੜੇ ਸਾਡੇ ਪਾਤਰ ਨੇ ਉਹ ਕਿਵੇਂ ਕਿਵੇਂ ਬੰਦੇ ਨੂੰ ਖੁਰਕਦੇ ਨੇ, ਕਿਵੇਂ ਉਹ ਬੰਦੇ ਨੂੰ ਤੜਫਾਉਂਦੇ ਨੇ, ਕਿਵੇਂ ਉਹ ਬੰਦੇ ਦੇ ਅੰਦਰ ਤੁਰੇ ਫਿਰਦੇ ਨੇ। ਜਿਵੇਂ ਮੈਨੂੰ ਕਾਲੀ ਜੀ ਦੱਸ ਰਹੇ ਸੀ ਕਿ ਪਹਿਲਾਂ ਇਹ ਨਾਵਲ ਲਿਖਣ ਤੋਂ ਪਹਿਲਾਂ ਨੋਟਸ ਤਿਆਰ ਕਰਦੇ ਨੇ, ਹਰ ਕਿਰਦਾਰ ਨੂੰ ਲਿਖਦੇ ਨੇ, ਫਿਰ ਉਹਦੇ ਪੁਆਇੰਟਸ ਨੋਟ ਕਰਦੇ ਤੇ ਫਿਰ ਹੌਲੀ ਹੌਲੀ ਉਹ ਛੇਤੀ ਦੇਣੇ, ਮੈਨੂੰ ਤਾਂ ਲੱਗਦਾ ਮਹੀਨੇ 2 ਮਹੀਨਿਆਂ 'ਚ ਹੀ ਇਹਨਾਂ ਦਾ ਨਾਵਲ ਲਿਖਿਆ ਜਾਂਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਹਿਤਕ ਕਿਰਤਾਂ ਨੇ ਉਹ ਸਾਹਿਤ ਦੇ ਵਿੱਚ ਆਪਣਾ ਇਤਿਹਾਸ ਛੱਡਦੀਆਂ ਨੇ। ਤਾਂ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਅੱਜ ਇਹਨਾਂ ਦੀ ਗੱਲਬਾਤ ਸੁਣ ਕੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕ ਜ਼ਰੂਰ ਹੀ ਇਸ ਦਾ ਲਾਹਾ ਵੀ ਲੈਣਗੇ ਔਰ ਸਾਹਿਤ ਨੂੰ ਸਮਝਣ ਦੇ ਲਈ, ਨਾਵਲਾਂ ਨੂੰ, ਕਹਾਣੀਆਂ ਨੂੰ, ਜ਼ਿੰਦਗੀ ਨੂੰ ਸਮਝਣ ਦੇ ਲਈ ਬਹੁਤ ਜਿਹੜੀਆਂ ਖੂਬਸੂਰਤ ਗੱਲਾਂ ਉਹਨਾਂ ਨੂੰ ਪਤਾ ਲੱਗਣਗੀਆਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਕਾਲੀ ਜੀ ਤੁਹਾਡੇ ਲਈ ਇੱਕ ਕਵਿਤਾ ਮੈਂ ਜ਼ਰੂਰ ਸੁਣਾਉਂਗੀ। ਥੋੜ ਚਿਰੀ ਜਿਹੀ ਮੁਹੱਬਤ ਨਵੇਂ ਨਾਲ ਲਗਾਓ, ਥੋੜ ਚਿਰੀ ਜਿਹੀ ਮੁਹੱਬਤ ਨਵੇਂ ਨਾਲ ਲਗਾਓ, ਜਿਵੇਂ ਗੈਸਟ ਹਾਊਸ 'ਚ ਠਹਿਰਾਓ, ਚਾਦਰਾਂ ਮਧੋਲਣਾ ਤੇ ਤੁਰ ਪੈਣਾ, ਅਗਲੇ ਸਫ਼ਰ ਤੇ ਅਗਲੇ ਵਸਾਓ, ਰੁੱਖਾਂ ਨਾਲੋਂ ਪੱਤਿਆਂ ਦਾ ਟੁੱਟਣਾ।
ਰੁੱਖਾਂ ਨਾਲੋਂ ਪੱਤਿਆਂ ਦਾ ਟੁੱਟਣਾ, ਜ਼ਰਾ ਕੁ ਉਦਾਸੀ, ਇੱਕ ਅੱਧ ਅਥਰੂ ਤੇ ਪੱਤੇ ਦਾ ਗੁਆਚਣਾ, ਅਣਜਾਣੀ ਅਣਵੇਖੀ ਜਗ੍ਹਾ, ਬੇਚੈਨ ਰੂਹਾਂ ਦਾ ਇਉਂ ਕਰ ਮਿਲਣਾ। ਬੇਚੈਨ ਰੂਹਾਂ ਦਾ ਇਉਂ ਕਰ ਮਿਲਣਾ, ਇੱਕ ਦੂਜੇ ਵਿੱਚ ਜਾਣ ਕੇ ਵੱਜਣਾ, ਘੜੀ ਪਲ ਅਟਕਣਾ, ਕੁਝ ਕੁ ਗੱਲਾਂ, ਹਾਸਾ ਠੱਠਾ, ਪਰ ਬੋਸਕੀ ਦਾ ਸੂਟ ਪਾਕਿਸਤਾਨ 'ਚ ਮਿਲਦਾ। ਸੋ ਵਾਹ ਵਾਹ ਵਾਹ। ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਹੁਣ ਅਸੀਂ ਤੁਹਾਨੂੰ ਸੁਣਦੇ ਹਾਂ ਤੇ ਅਸੀਂ ਵੀ ਮਾਣਦੇ ਧੰਨਵਾਦ ਹਾਂ। ਕਰਦੀ ਹੈ। ਹਾਲਾਂਕਿ ਕਵਿਤਾ ਤਾਂ ਕਾਲੀ ਵਾਸਤੇ ਸੀ, ਅਸੀਂ ਵੀ ਧੰਨਵਾਦ ਕਰ ਦਿੰਦੇ ਹਾਂ। ਨਹੀਂ, ਕਾਲੀ ਜੀ ਨੂੰ ਨਾ ਐਕਚੁਅਲੀ ਕਿਹਾ ਕਿ ਅੱਜ ਕੱਲ੍ਹ ਇਹ ਕਵਿਤਾ ਬਾਰੇ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ, ਤੇ ਮੈਂ ਦੱਸਣਾ ਇਹ ਚਾਹ ਰਹੀ ਕਿ ਮੈਨੂੰ ਵੀ ਕਵਿਤਾ ਮਾੜੀ ਮੋਟੀ ਲਿਖਣੀ ਆਉਂਦੀ ਹੈ, ਵੀ ਮੇਰੇ ਬਾਰੇ ਵੀ ਸੋਚ ਲਿਓ। ਸਾਨੂੰ ਵੀ ਸੁਣ ਗਈ। ਕੀ ਬਾਤ ਹੈ, ਬਹੁਤ ਬਹੁਤ ਧੰਨਵਾਦ ਹਾਂਜੀ, ਸੋਨਗ੍ਰਹਿ। ਹਾਂਜੀ। ਆਪਾਂ ਹੁਣ ਬਿਨਾਂ ਕਿਸੇ ਦੇਰੀ ਦੇ ਇਨਵਾਈਟ ਕਰਦੇ ਹਾਂ ਕੁਲਵਿੰਦਰ ਕੌਸ਼ਲ ਹੋਰਾਂ ਨੂੰ। ਉਹ ਆਪਣੀ ਜਿਹੜੀ ਮਿੰਨੀ ਕਹਾਣੀ ਹੈ ਉਹ ਸਾਡੇ ਨਾਲ ਸਾਂਝੀ ਕਰਨਗੇ। ਕੁਲਵਿੰਦਰ ਕੌਸ਼ਲ ਜੀ। ਬਹੁਤ ਬਹੁਤ ਧੰਨਵਾਦ ਜੀ ਪੰਜਾਬ ਸਾਹਿਤ ਅਕਾਦਮੀ ਦਾ। ਜੀ। ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਪੁੱਠੇ ਦਿਮਾਗ ਦਾ ਬੰਦਾ। ਜੀ। ਅੱਧੀ ਰਾਤ ਹੋ ਗਈ, ਬਾਪੂ ਹਾਲੇ ਤੱਕ ਨਹੀਂ ਆਇਆ। 2-3 ਵਾਰ ਕੁੰਡਾ ਖੜਕਣ ਦਾ ਭੁਲੇਖਾ ਵੀ ਪਿਆ, ਪਰ ਦਰਵਾਜ਼ਾ ਖੋਲ ਕੇ ਦੇਖਦਾ ਹਾਂ ਤਾਂ ਕੋਈ ਨਹੀਂ ਹੁੰਦਾ। ਪਤਨੀ ਅੱਡ ਔਖੀ ਭਾਰੀ ਹੋਈ ਜਾਂਦੀ ਹੈ। ਅੱਖੇ ਤੁਹਾਨੂੰ ਪਿਓ ਪੁੱਤ ਨੂੰ ਕਿਹੜਾ ਚੈਨ ਹੈ, ਕਿਸੇ ਹੋਰ ਨੇ ਤਾਂ ਸੌਣਾ ਹੁੰਦਾ। ਤੇ ਬੁੜ ਕਰਦੀ ਪਈ ਪਈ ਉਸਲ ਵੱਟੇ ਜੇ ਲੈਣ ਲੱਗ ਪੈਂਦੀ ਹੈ। ਇਹਦੀ ਖਿਝ ਵੀ ਜਾਇਜ਼ ਹੈ। ਸਵੇਰੇ ਸਾਜਰੇ ਉੱਠ ਕੇ ਇਹਨੇ ਚੁੱਲ੍ਹਾ ਚੌਂਕਾ ਵੀ ਸਾਂਭਣਾ ਹੁੰਦਾ, ਅਤੇ ਜਦੋਂ ਤੱਕ ਮੈਂ ਆਰਾਮ ਨਾਲ ਨਹੀਂ ਸੌਂਦਾ, ਚੈਨ ਇਹਨੂੰ ਵੀ ਨਹੀਂ ਆਉਂਦਾ। ਪਰ ਜੇ ਮੈਂ ਵਿੜਕਣਾ ਰੱਖਾਂ, ਮਤੇ ਬਾਪੂ ਨੂੰ ਰਾਤ ਬਾਹਰ ਹੀ ਨਾ ਕੱਟਣੀ ਪੈ ਜੇ। ਬਾਪੂ ਵੀ ਪੰਗੇ ਲੈਂਦਾ। ਅੱਜ ਬਠਿੰਡੇ ਗਿਆ, ਜਾਂਦਾ ਹੋਇਆ ਕਹਿਣ ਲੱਗਿਆ, ਉੱਥੇ ਕਿਸਾਨਾਂ ਦੇ ਧਰਨੇ 'ਚ ਜਾਣਾ। ਐਤਕੀ ਕਪਾਹ ਵਾਲੇ ਲੋਕ ਜਮਾ ਹੀ ਮਾਰਦੇ ਇਹਨਾਂ, ਤੇ ਭੈੜੀਆਂ ਗਾਲਾਂ ਕੱਢਣ ਲੱਗਾ। ਸਰਮਾਏਦਾਰੀ, ਸਰਕਾਰਾਂ, ਮੁਨਾਫਾਖੋਰੀ, ਪਤਾ ਨਹੀਂ ਕੀ। ਮੈਨੂੰ ਬਾਪੂ ਦੀਆਂ ਬਹੁਤੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਚਲੋ ਫੇਰ ਵੀ ਮੈਂ ਸੋਚਦਾ ਕਿ ਕਰੀ ਜਾਣਦੇ ਜੋ ਕਰਦਾ। ਪਰ ਕਦੇ ਬਹੁਤ ਹਿਰਖ ਆਉਂਦਾ ਜਦੋਂ ਪੁਲਿਸ ਵਾਲੇ ਅੱਧੀ ਰਾਤ ਨੂੰ ਛਾਪਾ ਮਾਰ ਕੇ ਘਰ ਦੇ ਨਾਲ ਸਾਡੀ ਵੀ ਐਸੀ ਤੈਸੀ ਫੇਰ ਦਿੰਦੇ ਨੇ। ਤੇ ਬਾਪੂ ਪਤਾ ਨਹੀਂ ਕਿਹੜੇ ਵੇਲੇ ਕੰਧ ਟੱਪ ਕੇ ਡੰਡੀ ਪੈਂਦਾ, ਤੇ ਜਾਨ ਸਾਡੀ ਸੁੱਕਣੇ ਪਈ ਰਹਿੰਦੀ ਹੈ। ਅੱਜ ਦੀ ਹੀ ਗੱਲ ਲਵੋ। ਮੈਂ ਕਿਹਾ, ਬਾਪੂ ਕਿੱਥੇ ਬਠਿੰਡਾ ਰੱਬ ਦੀਆਂ ਜੜ੍ਹਾਂ 'ਚ, ਨਾ ਉਧਰ ਕੋਈ ਹੈ ਨਹੀਂ ਧਰਨੇ ਉੱਤੇ ਜਾਣ ਵਾਲਾ। ਤੂੰ ਬੈਠਾ ਰਹਿ ਟਿਕ ਕੇ, ਤੂੰ ਠੇਕਾ ਲਿਆ ਸਾਰੀ ਦੁਨੀਆ ਦਾ। ਬਾਪੂ ਕੋਲ ਹਰ ਗੱਲ ਦਾ ਜਵਾਬ ਹੁੰਦਾ। ਕਹਿੰਦਾ, ਉਹਨਾਂ ਦੇ ਘਰਾਂ 'ਚ 76 ਵਿਸ਼ੇ ਪਏ ਨੇ, ਮੈਂ ਘਰੇ ਟਿਕ ਕੇ ਬੈਠ ਜਾਵਾਂ? ਸ਼ਰਮ ਕਰ ਸ਼ਰਮ। ਦੱਸੋ, ਹੈ ਇਸ ਬੰਦੇ ਦਾ ਕੋਈ ਹੱਲ? ਬਈ ਤੇਰੇ ਇੱਕ ਨਾ ਜਾਣ ਨਾਲ ਕਿਹੜਾ ਇਕੱਠ ਘੱਟ ਜੂ? ਇਸ ਉਮਰ 'ਚ ਪੁਲਿਸ ਤੋਂ ਸੱਟ ਫੇਟ ਲੱਗ ਗਈ ਤਾਂ ਜਾ ਜਾਂਦੀ ਹੋ ਜੂ। ਫਿਰ ਸਾਂਭਦੇ ਫਿਰੋ ਇਹਨੂੰ ਸਮਝਾਵੇ ਕਿਹੜਾ? ਇੱਕ ਦੀਆਂ 100 ਸੁਣਾਉਂਦਾ। ਕਹਿੰਦਾ, ਬਾਪੂ ਕਹਿੰਦਾ, ਲੱਗ ਜੇ ਤਾਂ ਲੱਗ ਜੇ, ਮੈਂ ਤਾਂ ਜਾਊਂ। ਮੈਂ ਜਿਉਂਦਾ ਹਾਂ, ਮਰਿਆ ਹੋਇਆ ਨਹੀਂ। ਤੇ ਪੈਰ ਪਟਕਦਾ, ਆਉ ਗਿਆ। ਜਦੋਂ ਵੀ ਕਰੂ ਗੱਲ ਪੁੱਠੀ ਕਰੂ। ਇਹਨੂੰ ਕੋਈ ਪੁੱਛੇ ਵੀ ਤੂੰ ਕੱਲਾ ਜਿਉਣਾ, ਹੋਰ ਕੋਈ ਜਿਉਂਦਾ ਨਹੀਂ ਨਾ, ਅਸੀਂ ਸਾਰੇ ਮਰੇ ਹੋਏ ਆ, ਬਸ ਹੈ ਹੀ ਪੁੱਠੇ। ਧੰਨਵਾਦ ਜੀ। ਮੇਰੀ ਬਹੁਤ ਵਧੀਆ। ਇੱਕ ਹੋਰ ਮਿੰਨੀ ਕਹਾਣੀ ਮੈਂ ਪੇਸ਼ ਕਰ ਰਿਹਾ ਜੀ, ਆਪਣੀ ਚੱਕਰ ਵੀ। ਪਿਛਲੇ ਕਈ ਘੰਟਿਆਂ ਤੋਂ ਉਹ ਲਗਾਤਾਰ ਕੰਪਿਊਟਰ ਮੂਹਰੇ ਬੈਠਾ ਇੱਕ ਪ੍ਰੋਜੈਕਟ ਦੀ ਫਾਈਲ ਤਿਆਰ ਕਰ ਰਿਹਾ ਸੀ, ਜੋ ਉਸਨੇ ਹਰ ਹਾਲਤ 'ਚ ਪਰਸੋਂ ਤੱਕ ਆਪਣੀ ਕੰਪਨੀ ਨੂੰ ਪੇਸ਼ ਕਰਨੀ ਸੀ। ਸਮਾਂ ਦੇਖਿਆ, ਰਾਤ ਦੇ 2 ਵੱਜ ਚੁੱਕੇ ਸਨ। ਕੰਪਿਊਟਰ ਬੰਦ ਕਰ ਉਹ ਬੈੱਡਰੂਮ 'ਚ ਆ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨੀਂਦ ਸੀ ਕਿ ਆਉਣ ਦਾ ਨਾਂ ਨਹੀਂ ਲੈ ਰਹੀ ਸੀ। ਬਸ ਅੱਖਾਂ ਮੀਚ ਕੇ ਪਿਆ ਰਿਹਾ। ਦਿਮਾਗ ਹੁਣ ਵੀ ਪ੍ਰੋਜੈਕਟ ਵੱਲ ਹੀ ਸੀ। ਇਸ ਪ੍ਰੋਜੈਕਟ ਉੱਤੇ ਹੀ ਉਸਦੀ ਹੋਣ ਵਾਲੀ ਤਰੱਕੀ ਦਾ ਸਾਰਾ ਦਾਰੋ-ਮਦਾਰ ਟਿਕਿਆ ਹੋਇਆ ਸੀ। ਉਸਦੇ ਮੁਕਾਬਲੇ 'ਚ ਉਸਦੇ 2 ਹੋਰ ਕਲੀਗ ਵੀ ਸਨ। ਪਤਾ ਨਹੀਂ ਕੌਣ ਬਾਜੀ ਮਾਰ ਜਾਵੇ। ਇਸ ਬੇਚੈਨੀ ਵਿੱਚ ਜਦੋਂ ਕਾਫੀ ਸਮਾਂ ਉਸਨੂੰ ਨੀਂਦ ਨਾ ਆਈ, ਅੰਤ ਨੂੰ ਉੱਠ ਕੇ ਬੈਠ ਗਿਆ। ਬੱਲਬ ਦੀ ਹਲਕੀ ਰੌਸ਼ਨੀ 'ਚ ਉਸਦੀ ਨਿਗਾਹ ਸੁੱਤੇ ਪਏ ਬੇਟੇ ਅਤੇ ਪਤਨੀ ਦੇ ਚਿਹਰਿਆਂ ਉੱਤੇ ਪਈ। ਇੱਕ ਟੱਕ ਉਹਨਾਂ ਦੇ ਚਿਹਰਿਆਂ ਨੂੰ ਨਿਹਾਰਦਾ ਰਿਹਾ। ਇੱਕ ਅਜੀਬ ਜਿਹਾ ਆਨੰਦ ਅੰਦਰ ਪੈਦਾ ਹੋਣ ਲੱਗਾ।
ਉਸਦੇ ਯਾਦ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਇਹਨਾਂ ਚਿਹਰਿਆਂ ਨੂੰ ਦੇਖਿਆ ਕਿੰਨਾ ਕੁ ਸਮਾਂ ਹੋ ਗਿਆ। ਮੋਹ ਦਾ ਇੱਕ ਉਬਾਲ ਉਸਦੇ ਅੰਦਰੋਂ ਉੱਠਿਆ। ਉਹ ਪਿਆਰ ਨਾਲ ਬੇਟੇ ਦੇ ਵਾਲਾਂ 'ਚ ਹੱਥ ਫੇਰ ਲੱਗਾ। ਹਲਕਾ ਹਲਕਾ ਫੇਰਦਾ ਉਂਗਲਾਂ ਉਸਦੇ ਚਿਹਰੇ ਉੱਤੇ ਲੈ ਗਿਆ। ਸੁੱਤੇ ਬੱਚੇ ਦੇ ਚਿਹਰੇ ਉੱਤੇ ਮੁਸਕਾਨ ਫੈਲ ਗਈ ਅਤੇ ਉਹ ਦੇਖ ਉਹ ਵੀ ਹਲਕਾ ਜਿਹਾ ਮੁਸਕਰਾ ਪਿਆ। ਅਚਾਨਕ ਬੱਚੇ ਨੇ ਪਾਸਾ ਪਰਤ ਕੇ ਮਾਂ ਨੂੰ ਜੱਫੀ ਪਾ ਲਈ। ਬੱਚੇ ਦੇ ਨਾਲ ਹੀ ਉਸ ਦਾ ਧਿਆਨ ਵੀ ਪਤਨੀ ਵੱਲ ਚਲਿਆ ਗਿਆ। ਉਸ ਦਾ ਦਿਲ ਕੀਤਾ ਕਿ ਪਤਨੀ ਕੋਈ ਗੱਲ ਕਰੇ ਪਿਆਰ ਮੁਹੱਬਤ ਦੀ, ਪਰ ਪਤਨੀ ਦੀਆਂ ਅੱਖਾਂ 'ਚ ਤਾਂ ਹਮੇਸ਼ਾ ਹੀ ਅਜਿਹੀ ਤੜਫ ਨੂੰ ਅਣਦੇਖਿਆ ਕਰ ਉਹ ਕੰਮ 'ਚ ਰੁੱਝਿਆ ਰਹਿੰਦਾ ਹੈ। ਅਤੇ ਫਿਰ ਕੁਝ ਦਿਨ ਪਹਿਲਾਂ ਦੀਆਂ ਗੱਲਾਂ ਉਸਦੇ ਦਿਮਾਗ 'ਚ ਘੁੰਮਣ ਘੇਰੀ ਪਾਉਣ ਲੱਗੀਆਂ। ਉਹ ਮਨ ਹੀ ਮਨ ਖੁਦ ਨਾਲ ਸੰਵਾਦ ਕਰਦਾ ਸੋਚਣ ਲੱਗਾ, ਠੀਕ ਹੀ ਤਾਂ ਕਹਿੰਦੀ ਹੈ ਕਿ ਕੁਝ ਸਮਾਂ ਸਾਡੇ ਲਈ ਵੀ ਕੱਢਿਆ ਕਰੋ। ਦਫ਼ਤਰ ਨੂੰ ਦਫ਼ਤਰ 'ਚ ਹੀ ਛੱਡ ਆਇਆ ਕਰੋ, ਘਰੇ ਨਾ ਚੱਕ ਲਿਆਇਆ ਕਰੋ। ਪਰ ਮੈਂ ਕੀ ਕਰਾਂ, ਦਫ਼ਤਰ ਤਾਂ ਹਰ ਵੇਲੇ ਮੋਢਿਆਂ ਉੱਤੇ ਚੜ੍ਹਿਆ ਰਹਿੰਦਾ ਹੈ। ਪਰ ਮੈਂ ਕੀ ਕਰਾਂ, ਦਫ਼ਤਰ ਤਾਂ ਹਰ ਵੇਲੇ ਮੋਢਿਆਂ ਉੱਤੇ ਚੜ੍ਹਿਆ ਰਹਿੰਦਾ ਹੈ। ਕਦੇ ਕਦੇ ਲੱਗਦਾ ਸਿਰ ਦੀ ਜਗ੍ਹਾ ਫਾਈਲਾਂ ਉੱਗੀਆਂ ਹੋਣ। ਅੱਜ ਕੱਲ੍ਹ ਮਲਟੀਨੈਸ਼ਨਲ ਕੰਪਨੀ 'ਚ ਬਣਿਆ ਰਹਿਣਾ ਕਿਹੜਾ ਸੌਖਾ ਹੈ। ਹਰ ਵੇਲੇ ਆਪਣਾ 100% ਝੋਕਣਾ ਪੈਂਦਾ, ਨਹੀਂ ਤਾਂ ਤੁਹਾਡੀ ਜਗ੍ਹਾ ਲੈਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਕਦੋਂ ਡਾਊਨ ਆ ਜਾਵੇ ਤੇ ਤੁਹਾਡੇ ਉੱਤੇ ਛਾਂਟੀ ਦੀ ਤਲਵਾਰ ਲਟਕ ਜਾਵੇ। ਇੱਕ ਵਾਰ ਸੜਕ ਉੱਤੇ ਆ ਗਏ ਫਿਰ ਕਾਰ, ਫਲੈਟ, ਇੰਸਟਾਲਮੈਂਟ, ਭਵਿੱਖ। ਉਸਨੇ ਦੋਵੇਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਤੇ ਪਸੀਨੇ ਦੀਆਂ ਬੂੰਦਾਂ ਮੱਥੇ ਉੱਤੇ ਚਮਕਣ ਲੱਗੀਆਂ। ਧੰਨਵਾਦ। ਕੀ ਬਾਤ ਹੈ, ਬਹੁਤ ਵਧੀਆ ਕੁਲਵਿੰਦਰ। ਦੋਨੇ ਕਹਾਣੀਆਂ ਬਹੁਤ ਹੀ ਸੰਵੇਦਨਸ਼ੀਲ ਕਹਾਣੀਆਂ ਨੇ ਤੇਰੀਆਂ। ਇਹ ਦਿਮਾਗ ਦਾ ਬੰਦਾ ਤੇ ਇਹ ਕਹਾਣੀ, ਇਸੇ ਤਰ੍ਹਾਂ ਬਹੁਤ ਸੋਹਣੀਆਂ ਸੋਹਣੀਆਂ ਕਹਾਣੀਆਂ ਲਿਖੋ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ ਜੀ। ਹੁਣ ਆਪਾਂ ਚੱਲਦੇ ਹਾਂ ਅੱਜ ਦੇ ਚਿੰਤਨ ਵੱਲ ਕਿ ਕਿਵੇਂ ਆਉਂਦੇ ਨੇ ਜ਼ਿੰਦਗੀ ਚੋਂ ਪਾਤਰ। ਤੇ ਸਾਡੇ ਨਾਲ ਤਿੰਨੇ ਵਿਦਵਾਨ ਜੁੜੇ ਹੋਏ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 3 ਰਾਊਂਡ ਕਰਾਂਗੇ। ਪਹਿਲੇ ਰਾਊਂਡ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਇੱਕ ਸਵਾਲ ਕਰੂੰਗਾ ਸਾਡੇ ਵਿਦਵਾਨਾਂ ਨੂੰ। ਉਸ ਤੋਂ ਬਾਅਦ ਫਿਰ ਇਹ ਆਪਣੇ ਪਾਤਰਾਂ ਬਾਰੇ ਗੱਲ ਕਰਨਗੇ। ਫਿਰ ਇੱਕ ਰਾਊਂਡ ਅਖੀਰ ਦੇ ਵਿੱਚ ਫਿਰ ਸਵਾਲਾਂ ਦਾ ਹੋਣਾ ਹੈ। ਸੋ ਬਲਦੇਵ ਸੜਕਨਾਮਾ ਜੀ, ਦੇਸਰਾਜ ਕਾਲੀ ਜੀ ਤੇ ਸੰਵਲ ਧਾਮੀ ਜੀ, ਤੁਹਾਡਾ ਇੱਕ ਵਾਰੀ ਫਿਰ ਅਸੀਂ ਸਵਾਗਤ ਕਰਦੇ ਹਾਂ। ਤੇ ਸਭ ਤੋਂ ਪਹਿਲਾ ਸਵਾਲ ਸਰ ਦੇਸਰਾਜ ਕਾਲੀ ਜੀ। ਦੇਸਰਾਜ ਕਾਲੀ ਜੀ ਪਲੀਜ਼ ਸਾਹਮਣੇ ਆ ਜਾਓ ਵਿੰਡੋ 'ਚ ਜੀ। ਇੱਕ ਵਾਰੀ ਬੋਲੋ, ਤੁਸੀਂ ਸਾਹਮਣੇ ਆ ਜਾਓਗੇ, ਦਿਸਣ ਲੱਗ ਜਾਓਗੇ। ਯਾਰ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂ ਜੀ ਜੀ ਜੀ, ਆ ਰਹੀ ਹੈ ਜੀ, ਆ ਰਹੀ ਹੈ। ਆਵਾਜ਼ ਵੀ ਆ ਗਈ, ਸ਼ਕਲ ਵੀ ਆ ਗਈ, ਸਾਰਾ ਕੁਝ ਆ ਗਿਆ। ਕਾਲੀ ਸਾਹਿਬ, ਇਹ ਦੱਸੋ ਕਿ ਤੁਸੀਂ ਕਿਸੇ ਮਸਲੇ ਨੂੰ ਦੇਖ ਕੇ ਪਾਤਰ ਘੜਦੇ ਹੋ ਜਾਂ ਪਾਤਰਾਂ ਦੇ ਹਿਸਾਬ ਨਾਲ ਮਸਲਾ ਘੜਦੇ ਹੋ? ਭਾਵ ਤੁਹਾਡੇ ਮਨ 'ਚ ਘਟਨਾ ਪਹਿਲਾਂ ਹੁੰਦੀ ਹੈ, ਪਾਤਰ ਬਾਅਦ 'ਚ ਆਉਂਦੇ ਨੇ, ਜਾਂ ਕੋਈ ਪਾਤਰ ਪਹਿਲਾਂ ਆ ਜਾਂਦਾ ਹੈ, ਘਟਨਾ ਬਾਅਦ 'ਚ ਬਣਾਉਂਦੇ ਹੋ? ਕੀ ਤੁਹਾਡਾ ਪਾਤਰਾਂ ਦਾ ਨਿਰਮਾਣ ਕਿਸ ਤਰ੍ਹਾਂ ਕਰਦੇ ਹੋ? ਥੈਂਕ ਯੂ ਵੀਰ ਜੀ। ਜੀ, ਅਕਾਦਮੀ ਵਾਲਿਆਂ ਲਈ ਮੈਂ ਦੁਆਵਾਂ ਪਹਿਲਾਂ ਹੀ ਮੰਗੀਆਂ ਨੇ। ਤੁਸੀਂ ਬਹੁਤ ਅੱਛਾ, ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖੇ ਨੇ ਔਰ ਮੈਨੂੰ ਬੜਾ ਅੱਛਾ ਲੱਗਾ ਇਸ ਤਰੀਕੇ ਦੇ ਨਾਲ ਜੁੜੇ ਰੱਖਣਾ, ਸਾਹਿਤ ਨੂੰ ਜ਼ਿੰਦਾ ਰੱਖਣਾ, ਉਹ ਧੜਕਦੇ ਰਹਿਣਾ ਤੁਹਾਡਾ। ਜਿਵੇਂ ਤੁਸੀਂ ਪਹਿਲਾਂ ਇੰਨੀ ਮਿਹਨਤ ਦੇ ਨਾਲ ਉਹ ਸਮਾਗਮ ਕਰਦੇ ਹੁੰਦੇ ਸੀ ਬਿਫੋਰ ਲਾਕਡਾਊਨ ਔਰ ਦਿਸ ਕਰੋਨਾ COVID-19, ਪਰ ਕੋਈ ਨਹੀਂ, ਜਿਹੜਾ ਹੈ ਇਹ ਉਸੇ ਰੂਹ ਦੇ ਪ੍ਰੋਗਰਾਮ ਕਰਦੇ ਹੋ। ਮੈਂ ਇੱਕ ਥੋੜਾ ਜਿਹਾ ਅਜੀਬ ਜਿਹਾ ਬੰਦਾ, ਮੈਂ ਸਵਾਲਾਂ ਦਾ ਕਦੇ ਬਹੁਤਾ ਧਿਆਨ ਨਹੀਂ ਕਰਦਾ। ਦੀਪ ਹੋਣੀ ਬਹੁਤ ਪੰਕਚੁਅਲ ਲੋਕ ਨੇ, ਇਹ ਅੱਛੇ ਲੋਕ ਨੇ, ਮੈਂ ਉਹਨਾਂ ਅੱਛਾ ਨਹੀਂ ਹੈ। ਇਹਨਾਂ ਨੇ ਸਾਨੂੰ ਪਹਿਲਾਂ ਸਵਾਲ ਵੀ ਭੇਜਦੇ ਸੀ ਪਰ ਮੈਂ ਬੋਦਰ ਨਹੀਂ ਕਰਦਾ। ਮੈਂ ਹੁਣ ਜਦੋਂ ਇਹਨਾਂ ਨੇ ਸਵਾਲ ਕੀਤਾ ਤਾਂ ਮੈਨੂੰ ਚੇਤਾ ਆਇਆ, ਉਹ ਯਾਰ ਇਹ ਤਾਂ ਸਵਾਲ ਦਾ ਜਵਾਬ ਦੇਣਾ ਪੈਣਾ ਹੈ। ਤਾਂ ਮੈਂ ਆਪਣੇ ਪਾਤਰਾਂ ਬਾਰੇ, ਦੀਪ ਜੀ ਜਾਂ ਜਿਹੜੇ ਮੇਰੇ ਵੱਡੇ ਲੋਕ ਮੈਨੂੰ ਵੀ ਸੁਣ ਰਹੇ ਨੇ ਨਾਲ, ਸਾਡੇ ਬਲਦੇਵ ਹੋਰੀ, ਇਹ ਅਨੁਭਵੀ ਲੋਕ ਨੇ, ਮੈਨੂੰ ਇਹ ਦੋਵੇਂ ਗੱਲਾਂ ਨਹੀਂ ਲੱਗਦੀਆਂ। ਮੈਨੂੰ ਲੱਗਦਾ ਸਾਹਿਤ ਨੂੰ ਕਿਸੇ ਤਰੀਕੇ ਵੀ ਕੋਈ ਕੁਐਸਚਨ ਉਹਦੇ ਤੇ ਕੀਤਾ ਹੀ ਨਹੀਂ ਜਾ ਸਕਦਾ। ਕੋਈ ਸਵਾਲ ਹੁੰਦਾ ਹੀ ਨਹੀਂ, ਕੋਈ ਸਵਾਲ ਕਿ ਸਾਹਿਤ, ਵਟ ਇਜ਼ ਸਾਹਿਤ, ਵਟ ਇਜ਼ ਲਿਟਰੇਚਰ, ਵਟ ਇਜ਼ ਪਾਤਰ, ਜਾਂ ਇੱਧਰ ਜਾਂ ਉੱਧਰ। ਇਹ ਤੁਹਾਡੀ ਦਿਆਨਤਦਾਰੀ ਹੈ। ਤੁਹਾਡੀ ਦਿਆਨਤਦਾਰੀ ਹੈ ਕਿ ਤੁਸੀਂ ਸਾਨੂੰ ਸਾਹ ਲੈਣ ਲਈ ਇੱਕ ਸਪੇਸ ਦਿੱਤੀ ਸਵਾਲ ਦੇ ਰੂਪ 'ਚ।
ਮਸਲਨ ਮੈਂ ਕਿਵੇਂ ਸੋਚਦਾ, ਮੈਂ ਜਿਸ ਆਫਿਸ 'ਚ ਬੈਠਾ ਨਾਥ ਚੌਰਾਹੇ ਦਾ ਮੈਂ ਨਾਮ ਦਿੱਤਾ ਹੋਇਆ, ਇੱਥੇ ਕਿਤੇ ਤਾਪ ਹੋਇਆ ਕਿਸੇ ਬਜ਼ੁਰਗਾਂ ਨੇ ਕੀਤਾ ਹੋਣਾ ਕਿ ਮੈਂ ਇੱਥੇ ਗੰਦ ਪਾਉਣ ਲਈ ਆਇਆ ਹੋਇਆ, ਤਾਂ ਮੈਂ ਉਹ ਆਪਣੇ ਜਿਹੜਾ ਮੇਰਾ ਦਰਵਾਜ਼ਾ ਹੈ ਜਾਂ ਸਾਹਮਣੇ ਸ਼ੀਸ਼ਾ ਹੈ ਉਹਨੂੰ ਮੈਂ ਇੱਕ ਟੇਪ ਲਾ ਕੇ ਕਾਲਾ ਕੀਤਾ ਹੋਇਆ। ਉਹ ਕੀ ਜਿਹੜੇ ਬਾਹਰੋਂ ਗੁਜ਼ਰਦੇ ਨੇ ਲੋਕ ਉਹ ਮੈਨੂੰ ਦਿਖਦੇ ਨੇ ਪਰ ਮੈਂ ਉਹਨਾਂ ਨੂੰ ਨਹੀਂ ਦਿਖਦਾ। ਉਹ ਗੁਜ਼ਰਦਿਆਂ ਦੇ ਵਿੱਚੋਂ ਨਾ ਕਈ ਵਾਰ ਬੀਬੀਆਂ ਆ ਜਾਂਦੀਆਂ ਨੇ, ਉਹਨਾਂ ਨੂੰ ਪਰਛਾਵਾਂ ਦੀਦਾ ਹੈ, ਉਹ ਆਪਣੀ ਫਿਰ ਚੁੰਨੀ ਚਾਨੀ ਦਾ ਸੀਟ ਜੀ ਕਰਕੇ ਦੇਖਦੀਆਂ, ਮੈਨੂੰ ਫਿਰ ਸਾਹ ਜਾਣਾ ਠੀਕ ਹੈ ਯਾਰ ਕੋਈ ਬੀਬੀ ਲੱਗੀ ਹੈ, ਠੀਕ ਹੈ। ਬੰਦੇ ਨਹੀਂ ਵੈਸੇ ਦੇਖਦੇ, ਉਹ ਮੈਂ ਹੈਰਾਨ ਹੈ ਪਤਾ ਨਹੀਂ, ਪਰ ਉਹ ਮੈਂ ਕਿਵੇਂ ਮੇਰੇ ਅੰਦਰ ਕਿਵੇਂ ਉਤਰਦਾ ਹੈ ਪਾਤਰ। ਤੇ ਮੈਂ ਬੈਠਾ ਆ, ਮੈਂ ਆਪਣਾ ਕੰਮ ਕਰਦਾ ਆ ਤੇ ਕੋਈ ਪਾਤਰ ਸਾਲਾਂ ਬੱਧੀ ਇੱਕ ਕੁੜੀ ਆਪਣੀ ਮਾਂ ਦੇ ਨਾਲ ਜਾਂਦੀ ਹੈ, ਉਹ ਮਾਂ ਧੀ ਦੋਵੇਂ ਉਹ ਘਰਾਂ ਦੇ ਵਿੱਚ ਜਿਹੜੀਆਂ ਕੁੜੀਆਂ ਬੀਬੀਆਂ ਸਫਾਈ ਕਰਨ ਜਾਂਦੀਆਂ ਨੇ। ਉਹਨਾਂ ਦੇ ਉੱਤੇ ਹੁਣੇ ਪਾਲ ਕੌਰ ਹੁਣਾਂ ਦੀ ਕਿਤਾਬ ਆਏਗੀ, ਹੁਣ ਨਹੀਂ ਮਰਦੀ ਨਿਰਮਲਾ, ਉਹ ਵੱਖਰਾ ਪੁਆਇੰਟ ਆ, ਬਟ ਉਹ ਮੇਰੇ ਸਾਹਮਣੇ ਉਹਦੀ ਵੀ ਗੁਜ਼ਰਦੀਆਂ ਨੇ, ਲੰਘਦੀਆਂ ਨੇ, ਉਹ ਵਿਚਾਰੀਆਂ ਨਹੀਂ ਦਿਖਦੀਆਂ, ਉਹ ਆਮ ਤੁਰੀਆਂ ਜਾਂਦੀਆਂ। ਮੈਂ ਉਹਨਾਂ ਨੂੰ ਦੇਖਦਾ ਆ ਅੰਦਰ ਬੈਠਾ, ਉਹਨਾਂ ਦਾ ਸਾਰਾ ਉਹ ਚਲੇ ਜਾਂਦੀਆਂ ਨੇ, ਆ ਜਾਂਦੀਆਂ ਨੇ, ਕਈ ਸਾਲ ਗੁਜ਼ਰ ਜਾਂਦੇ ਨੇ, 2 3 4 5 ਸਾਲ ਗੁਜ਼ਰ ਜਾਂਦੇ ਨੇ। ਦੈਨ ਕੀ ਹੁੰਦਾ ਹੈ ਕਿ ਉਹ ਕੁੜੀ ਇਕੱਲੇ ਆਉਣਾ ਸ਼ੁਰੂ ਕਰ ਦਿੰਦੀ। ਮਾਈ ਗॉड, ਮੇਰੇ ਅੰਦਰ ਇੱਕ ਸਵਾਲ ਪੈਦਾ ਹੁੰਦਾ, ਇਹਦੀ ਮਾਂ ਬਿਮਾਰ ਹੋ ਗਈ ਹੈ, ਉਹ ਕਿਤੇ ਮਰ ਨਾ ਗਈ ਹੋਵੇ, ਉਹ ਇਹ ਹੁਣ ਇਕੱਲੀ ਜਾਂਦੀ ਉਹਨਾਂ ਘਰਾਂ ਦੇ ਵਿੱਚ, ਜਦੋਂ ਮਾਂ ਨਾਲ ਹੁੰਦੀ ਹੋਵੇਗੀ ਇਹ ਕਿੰਨਾ ਸਿਕਿਉਰ ਫੀਲ ਕਰਦੀ ਹੋਏਗੀ, ਉਹ ਇਹਦਾ ਧਿਆਨ ਰੱਖਦੀ ਹੋਏਗੀ। ਹੁਣ ਪਤਾ ਨਹੀਂ ਉਹਨਾਂ ਘਰਾਂ 'ਚ ਸਿਕਿਉਰ ਹੋਵੇ, ਇਹਦੇ ਨਾਲ ਰੇਪ ਹੋ ਸਕਦਾ, ਇਹਨੂੰ ਪਤਾ ਨਹੀਂ ਕੀ ਉਹ ਕਰਦੇ ਹੋਣਗੇ, ਇਹਨੂੰ ਕਿੱਦਾਂ ਦੇਖਦੇ ਹੋਣਗੇ, ਰਾਹ 'ਚ ਜਾਂਦੀ ਨੂੰ ਕਿੱਦਾਂ ਦੇਖਦੇ ਨੇ ਲੋਕ, ਉਹ ਅੱਖਾਂ ਜਿਹੜੀਆਂ ਏਦਾਂ ਪਿੱਛਾ ਕਰਦੀਆਂ ਨੇ, ਮਾਂ ਦੇ ਹੁੰਦੀਆਂ ਜਿਹੜੀਆਂ ਨਹੀਂ ਸੀ ਕਰਦੀਆਂ ਹੁਣ ਕਿਵੇਂ ਕਰਦੀਆਂ ਨੇ, ਇਹ ਕੀ ਫੀਲ ਕਰਦੀ ਹੋਏਗੀ, ਇਹਦੇ ਤੇ ਕੀ ਬੀਤਦੀ ਹੋਏਗੀ, ਇਹਦਾ ਮਾਂ ਮਰ ਗਈ ਹੈ ਤੇ ਬਾਪ ਕੀ ਕਰਦਾ ਹੋਏਗਾ, ਬਾਪ ਇਹਦਾ ਪਤਾ ਨਹੀਂ ਜੁਹਾਰੀਆ ਹੋਵੇ, ਸ਼ਰਾਬੀ ਹੋਵੇ, ਉਹਨੂੰ ਕੰਮ ਨਾ ਮਿਲਦਾ ਹੋਵੇ, ਇਹ ਬਸਤੀਆਤ ਏਰੀਏ 'ਚੋਂ ਆ ਰਹੇ ਨੇ। ਮਨਮੋਹਨ ਸਿੰਘ ਦੀਆਂ ਪਾਲਿਸੀ ਜਿਹੜੀਆਂ ਨਿਊ ਇਕਨੋਮਿਕ ਪਾਲਿਸੀਜ਼ ਆਈਆਂ ਨੇ 1991 ਤੋਂ ਬਾਅਦ ਦੀਆਂ, ਉਹਨਾਂ ਨੇ ਸਾਰੀਆਂ ਉੱਧਰਲੀਆਂ ਆਰਟੀਜ਼ਨ ਸ਼੍ਰੇਣੀਆਂ ਜਿਹੜੀਆਂ ਸਪੋਰਟਸ ਗੁੱਡਸ ਬਣਾਉਂਦੀਆਂ ਸੀ, ਉਹ ਦਸਤਕਾਰ ਜਿਹੜੇ ਉਹਨਾਂ ਦਾ ਰੁਜ਼ਗਾਰ ਖੋਲਿਆ ਹੈ, ਉਹ ਕਾਲਾ ਸੰਘਿਆ ਜਾ ਕੇ ਉੱਥੇ ਜਿਹੜੀ ਬਾਬੇ ਦੇ ਸ਼ਰਾਬ ਚੜ੍ਹਦੀ ਹੈ, ਦੈਜ ਨਜੈਜ਼ ਕੰਤੀ ਮੰਦੀ, ਉਹ ਪੀਣ ਲੱਗੇ ਨੇ। ਇਹਦਾ ਬਾਪ ਉਹਨਾਂ 'ਚ ਜਾਂਦਾ ਹੋਏਗਾ, ਹੋ ਸਕਦਾ ਉਹ ਵੀ ਮਰ ਗਿਆ ਹੋਵੇ, ਮਾਂ ਦੇ ਪਤਾ ਨਹੀਂ ਪੇਕੇ ਕਿੱਦਾਂ ਦੇ ਹੋਣਗੇ, ਕਿੰਨੇ ਕੁ ਤਕੜੇ ਹੋਣਗੇ, ਰੋਟੀ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊਗਾ। ਕੈਨਟ ਇਮੈਜਿਨ ਕਿ ਇੰਨੇ ਸਵਾਲ ਮੈਨੂੰ ਆਣ ਕੇ ਫੜ ਲਏ ਔਰ ਮੇਰੀਆਂ ਅੱਖਾਂ ਦੇ ਵਿੱਚੋਂ ਖੂਨ ਡੁੱਲ ਗਿਆ ਯਾਰ। ਇਹ ਔਰ ਉਹਦੇ ਪਿੱਛੇ ਉਹ ਇੱਕ ਕੁੜੀ ਥੋੜੋ ਸੀ ਜਿਹੜੀ ਮੇਰੇ ਏਦਾਂ ਮੋਹਰਿਓਂ ਦੀ ਲੰਘਦੀ ਸੀ, ਪਤਾ ਨਹੀਂ ਕਿੰਨੀਆਂ ਕੁੜੀਆਂ, ਮੇਰੀਆਂ ਭੈਣਾਂ, ਮੇਰੀਆਂ ਧੀਆਂ, ਮੇਰੀ ਮਾਂ, ਮੇਰੀਆਂ ਬੱਚੀਆਂ, ਮੇਰੇ ਅੰਦਰ ਉਹ ਇੰਨੀ ਤੜਪ ਪੈਦਾ ਕਰ ਦਿੱਤੀ ਉਸ ਕੁੜੀ ਨੇ, ਜਿਹਦਾ ਮੇਰੇ ਨਾਲ ਕੋਈ ਲਾਗਾ ਤੇਗਾ ਨਹੀਂ ਯਾਰ, ਮੇਰੇ ਗੇਟ ਤੇ ਮੋਹਰਿਓਂ ਦੀ ਲੰਘਦੀ ਆ ਉਹ, ਬਸ ਮੈਂ ਕਦੇ ਉਹਨੂੰ ਬੁਲਾਇਆ ਨਹੀਂ, ਉਹਨੇ ਮੈਨੂੰ ਕਦੀ ਬੁਲਾਇਆ ਨਹੀਂ, ਮੇਰਾ ਉਹਦਾ ਕੋਈ ਕੰਸਰਨ ਨਹੀਂ, ਉਹ ਕਿੱਥੇ ਕੰਮ ਤੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਆ। ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਅੰਦਰ ਉਹ ਕਿੰਨੀਆਂ ਕੁੜੀਆਂ ਪਈਆਂ ਸੀ, ਉਹ ਕਿੰਨੇ ਅਨੁਭਵ ਪਏ ਸੀ, ਉਹ ਕਿੰਨੇ ਦੁੱਖ ਪਏ ਸੀ, ਮੇਰੇ ਆਪਣੇ ਪਰਿਵਾਰਾਂ ਦੇ, ਮੇਰੇ ਆਪਣੇ ਵਿਹੜੇ ਦੇ, ਮੇਰੇ ਆਪਣੇ ਪਿੰਡ ਦੇ, ਮੇਰੇ ਆਪਣੇ ਆਲੇ ਦੁਆਲੇ ਦੇ। ਮੈਂ ਸ਼ਹਿਰ 'ਚ ਵੀ ਜਿੱਥੇ ਰਹਿ ਰਿਹਾ ਤਾਂ ਬਿਲਕੁਲ ਮੇਰੇ ਖੱਬੇ ਹੱਥ ਸਲਾਮਸ ਹੈ, ਉਹ ਬੀਬੀਆਂ ਜਿਹੜੀਆਂ ਉੱਥੋਂ ਜਿਨ੍ਹਾਂ ਬਾਰੇ ਮੈਂ ਆਪਣੇ ਨਾਵਲ ਸ਼ਾਂਤੀ ਪਰਬ 'ਚ ਲਿਖਿਆ ਕਿ ਕਿਵੇਂ ਉਹਨਾਂ ਦੇ ਪੇਟ ਫੁੱਲ ਗਏ ਨੇ, ਅੱਖਾਂ ਚਿੱਟੀਆਂ ਹੋ ਗਈਆਂ ਨੇ, ਉਹਨਾਂ ਨੇ ਵਾਲੀਆਂ ਇੰਨੀਆਂ ਕਪਾਈਆਂ ਹੋਈਆਂ ਨੇ, ਤੇ ਉਹਨਾਂ ਦੇ ਦਰਦ ਦੇ ਵਿੱਚੋਂ ਦੀ ਮੈਂ ਲੰਘਦਾ ਪਤਾ ਨਹੀਂ ਕਿੱਥੇ ਕਿੱਥੇ ਤੁਸੀਂ ਪਹੁੰਚ ਜਾਂਦੇ ਆ ਯਾਰ। ਪਾਤਰ ਆਉਂਦੇ ਨੇ ਜਾਂ ਉਹ ਦੈਟਸ ਵਾਈ ਮੇਰੇ ਮਨ 'ਚ ਜਿਹੜੀ ਗੱਲ ਸੀ ਕਿ ਹੁਣ ਉਹ ਖਿਆਲ ਕਿੱਥੋਂ ਆਏ ਸਾਰੇ ਦੇ ਸਾਰੇ। ਮੈਨੂੰ ਲੱਗਦਾ ਕਿ ਤੁਹਾਨੂੰ ਨਾ ਤੁਸੀਂ ਪਾਤਰ ਨੂੰ ਦੇਖ ਕੇ ਕੁਛ ਘੜਦੇ ਆ ਤੇ ਨਾ ਤੁਸੀਂ ਸਥਿਤੀ ਨੂੰ ਦੇਖ ਕੇ ਘੜਦੇ ਆ। ਤੁਹਾਡੇ ਅੰਦਰ ਇੰਨੇ ਦਰਦ ਪਏ ਹੁੰਦੇ ਨੇ, ਤੁਹਾਡੇ ਅੰਦਰ ਤੁਹਾਡੇ ਇੱਕ ਸੂਖਮ ਸਰੀਰ ਤੇ ਕੋਈ ਕੰਡਾ ਪੁੜਿਆ ਹੁੰਦਾ ਹੈ। ਰਾਈਟਰ ਦਾ ਸੰਭਲ ਧਾਮੀ ਮੇਰਾ ਵੀਰ ਬੈਠਾ ਆ, ਮਾਈ ਗॉड ਯਾਰ,
ਜਿਨ੍ਹਾਂ ਦੁੱਖਾਂ ਚੋਂ ਇਹ ਬੰਦਾ ਲੰਘ ਰਿਹਾ, ਮੈਂ ਇਮੇਜਿਨ ਨਹੀਂ ਕਰ ਸਕਦਾ। ਮੈਂ ਇਹਦੀ ਸ਼ਕਲ ਇਮੇਜਿਨ ਨਹੀਂ ਕਰਦਾ। ਮੇਰਾ ਦੋਸਤ ਆ, ਮੈਂ ਇਹਨੂੰ ਸ਼ੇਪ 'ਚ ਦੇਖਿਆ ਹੋਇਆ ਆ। ਉਹ 47 ਦੇ ਵੰਡ ਦੇ ਦੁੱਖਾਂ ਚੋਂ ਲੰਘਦੇ ਆ। ਇਹ ਮੇਰਾ ਕਰੈਕਟਰ ਆ। ਅਗਲੇ ਨਾਵਲ ਦੇ ਵਿੱਚ ਸਾਂਵਲ ਧਾਮੀ ਤੁਹਾਨੂੰ ਦਿਖੇਗਾ ਕਿਵੇਂ ਮਤਲਬ ਉਹਨਾਂ ਦੁੱਖਾਂ ਦੇ ਵਿੱਚੋਂ ਜਿਹੜੇ ਕਿਤੇ ਅਤੀਤ 'ਚ ਜਿਨ੍ਹਾਂ ਪ੍ਰਤੀ ਅਸੀਂ ਸ਼ਰਮਸਾਰ ਹਾਂ, ਜਿਨ੍ਹਾਂ ਪ੍ਰਤੀ ਬਹੁਤ ਸਾਰੇ ਅਨੇਕਾਂ ਸੈਂਕੜੇ ਸਵਾਲ ਨੇ ਸਾਡੇ ਸਾਹਮਣੇ, ਉਹਨਾਂ ਦੇ ਵਿੱਚੋਂ ਦੀ ਜਦੋਂ ਇਹ ਲੰਘਦਾ ਤਾਂ ਉਹ ਮਾਈ ਗॉड ਯਾਰ। ਇਹ ਸੋ ਮੈਨੂੰ ਲੱਗਦਾ ਇਹ ਆ ਕਿ ਰਾਈਟਰ ਨੂੰ ਕਦੋਂ ਪਾਤਰ ਨੇ ਫੜ ਲੈਣਾ। ਤੁਹਾਡੇ ਸਵਾਲ ਤੇ ਮੈਂ ਆ ਰਿਹਾ, ਉਹਦਾ ਅਦਬ ਕਰਦੇ ਹਾਂ ਉਸ ਸਵਾਲ ਦਾ। ਕਦੋਂ ਰਾਈਟਰ ਨੂੰ ਪਾਤਰ ਨੇ ਫੜ ਲੈਣਾ ਤੇ ਕਦੋਂ ਘਟਨਾ ਨੇ ਫੜ ਲੈਣਾ, ਜਦ ਕਦੋਂ ਮਸਲੇ ਨੇ ਫੜ ਲੈਣਾ, ਜਾਂ ਕਦੋਂ ਸਵਾਲ ਨੇ ਫੜ ਲੈਣਾ, ਇਹ ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਇਹਨੂੰ ਡਿਫਾਈਨ ਨਹੀਂ ਕਰ ਸਕਦੇ ਜੀ। ਪਤਾ ਹੀ ਨਹੀਂ। ਮੈਂ ਲਿਖਣ ਲੱਗਦਾ ਪਾਤਰ, ਮੈਂ ਲਿਖਣ ਲੱਗਦਾ ਤਾਂ ਪਤਾ ਹੀ ਨਹੀਂ ਕਿ ਉਹ ਕੌਣ ਹੁੰਦੇ ਨੇ ਜੋ ਲਿਖਦੇ ਨੇ, ਉਹ ਕੌਣ ਹੁੰਦੇ ਨੇ ਜੋ ਪਾਤਰ ਬਣਦੇ ਨੇ। ਤੋ ਮੈਂ ਜ਼ਿਆਦਾ ਲੰਬਾ ਨਹੀਂ ਕਰਦਾ ਕਿਉਂਕਿ ਮੈਂ ਉਹਨਾਂ ਨੂੰ ਸੁਣਨਾ ਜ਼ਿਆਦਾ ਚਾਹਾਂਗਾ, ਵੱਡੇ ਲੋਕਾਂ ਨੂੰ, ਸਾਵਲ ਨੂੰ ਮੈਂ ਸੁਣਨਾ ਚਾਹਾਂਗਾ। ਮੇਰੇ ਖਿਆਲ ਦੇ ਨਾਲ ਜੇ ਰਾਈਟਰ ਦੇ ਇਹ ਗੱਲ ਵੱਸ 'ਚ ਹੋਵੇ ਕਿ ਉਹਨੇ ਕੀ ਕਰਨਾ ਆ, ਮਾਫ ਕਰਨਾ, ਉਹ ਸਾਹਿਤ ਨਹੀਂ ਹੋ ਸਕਦਾ। ਕਿਆ ਬਾਤ। ਆਪਾਂ ਆਉਂਦੇ ਹਾਂ ਬਲਦੇਵ ਹੋਰਾਂ ਵੱਲ। ਬਲਦੇਵ ਜੀ, ਜਦੋਂ ਤੁਸੀਂ ਕੋਈ ਪਾਤਰ ਤੁਹਾਡੇ ਮਨ ਦੇ ਵਿੱਚ ਕੋਈ ਆ ਜਾਂਦਾ, ਕਿਸੇ ਵੀ ਰੂਪ ਦੇ ਵਿੱਚ ਆ ਜਾਂਦਾ, ਜਿਵੇਂ ਕਾਲੀ ਸਾਹਿਬ ਨੇ ਦੱਸਿਆ ਕਿ ਕੋਈ ਪਤਾ ਨਹੀਂ ਲੱਗਦਾ ਕਿਵੇਂ ਆ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਉਸ ਪਾਤਰ ਨੂੰ ਉਸਾਰਦੇ ਹੋ ਕਿ ਉਹ ਤੇ ਕੋਈ ਰਿਸਰਚ ਵਰਕ ਕਰਦੇ ਹੋ ਜਾਂ ਫੀਲਡ ਵਰਕ ਕਰਦੇ ਹੋ ਜਾਂ ਕਲਪਨਾ ਰਾਹੀਂ ਸਾਰਾ ਕੁਝ ਕਰਦੇ ਹੋ? ਬਲਦੇਵ ਸਰਕਨਾਮਾ ਜੀ। ਸਰ ਡਿਸਕਨੈਕਟ ਹੋ ਗਏ ਮੈਨੂੰ ਲੱਗਦਾ। ਬਲਦੇਵ ਸਰਕਨਾਮਾ ਜੀ ਡਿਸਕਨੈਕਟ ਹੋ ਗਏ, ਦੇਖੋ ਮੜੇ ਨਿਗਾਹ ਮਾਰਿਓ। ਹਾਂਜੀ ਜੀ, ਚਲੋ ਕੋਈ ਨਹੀਂ। ਧਾਮੀ ਸਾਹਿਬ, ਇਹੀ ਸਵਾਲ ਮੈਂ ਤੁਹਾਨੂੰ ਕਰਦਾ ਕਿ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਕੁਝ ਪਾਤਰ ਆ ਜਾਂਦਾ ਹੈ, ਕਿਸੇ ਵੀ ਕਾਰਨ ਕਰਕੇ ਆ ਜਾਂਦਾ ਹੈ, ਤਾਂ ਤੁਸੀਂ ਫਿਰ ਉਸ ਤੇ ਕੋਈ ਫੀਲਡ ਵਰਕ ਕਰਦੇ ਹੋ, ਰਿਸਰਚ ਵਰਕ ਕਰਦੇ ਹੋ ਜਾਂ ਇਕੱਲੀ ਕਲਪਨਾ ਚ ਉਸਾਰਦੇ ਹੋ ਪਾਤਰ ਆਪਣੇ? ਜੀ, ਬਹੁਤੀਆਂ ਗੱਲਾਂ ਤੇ ਕਾਲੀ ਸਾਹਿਬ ਨੇ ਕਰ ਦਿੱਤੀਆਂ। ਮੈਂ ਆਪਣੇ ਦ੍ਰਿਸ਼ਟੀਕੋਣ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਪਾਤਰ ਬਹੁਤ ਘੱਟ ਟੁੰਬਦੇ ਆ। ਜਿੱਦਾਂ ਨਾ ਕਵਿਤਾ ਦੇ ਵਿੱਚ ਇੱਕ ਖਿਆਲ ਹੁੰਦਾ ਵਲਵਲਾ ਜਿਹਾ, ਮੈਨੂੰ ਇੱਕ ਖਿਆਲ ਆਉਂਦਾ, ਕਿਤੇ ਕੋਈ ਡਾਇਲੋਗ ਸੁਣਨ ਨੂੰ ਮਿਲ ਜਾਂਦਾ। ਮੇਰੀਆਂ ਬਹੁਤੀਆਂ ਕਹਾਣੀਆਂ ਇਸੇ ਤਰ੍ਹਾਂ ਉਸਰੀਆਂ, ਜਿਵੇਂ ਮੱਲਮ ਕਹਾਣੀ 30-35 ਸਫ਼ਿਆਂ ਦੀ ਕਹਾਣੀ ਆ ਔਰ ਬਹੁਤ ਲੋਕਾਂ ਨੇ ਪੜ੍ਹੀ, ਉਹ ਬੜਾ ਵਧੀਆ ਹੁੰਗਾਰਾ ਮਿਲਿਆ। ਉਹ ਮੇਰੀ ਪਹਿਲੀ ਕਹਾਣੀ ਵੀ ਸੀ। ਉਹ ਸਿਰਫ ਦੀਪ ਜੀ ਇੱਕ ਗੱਲ ਤੇ ਉਸਰੀ ਸੀ ਕਿ ਮੇਰੇ ਇੱਕ ਕੁਲੀਗ ਸੀਗੇ ਮੁਲਕ ਚੰਦ ਜੀ, ਉਹਨਾਂ ਨੇ ਆਪਣੇ ਪਿੰਡ ਨਾਰੂ ਨੰਗਲ ਦੀ ਗੱਲ ਕਰਦਿਆਂ ਮੈਨੂੰ ਇਹ ਦੱਸਿਆ ਕਿ 47 ਦੇ ਵਿੱਚ ਜਿਹੜੇ ਮੁਸਲਮਾਨ ਗਏ ਸੀ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਅਜਿਹਾ ਸੀ ਜਿਹੜਾ ਮੱਲਮ ਬਣਾਉਂਦਾ ਸੀ ਔਰ ਉਹ ਬੜੇ ਸਾਲਾਂ ਬਾਅਦ ਮੁੜ ਕੇ ਆਇਆ ਉਹ ਬੰਦਾ ਜਦੋਂ, ਤੇ ਉਹ ਮੱਲਮ ਲੈ ਕੇ ਆਇਆ ਪਿੰਡ ਵਾਲਿਆਂ ਲਈ। ਉਹ ਮੱਲਮ ਦੀ ਖਾਸੀਅਤ ਇਹ ਸੀ ਕਿ ਉਹ ਮੱਲਮ ਵੱਡੇ ਤੋਂ ਵੱਡਾ ਜ਼ਖਮ, ਡੂੰਘੇ ਤੋਂ ਡੂੰਘਾ ਜ਼ਖਮ ਭਰ ਦਿੰਦੀ ਸੀ। ਮੇਰੇ ਮਨ ਦੇ ਵਿੱਚ ਜਿਹੜਾ ਫੁਰਨਾ ਫੁਰਿਆ ਉਸ ਵੇਲੇ ਯਕਦਮ, ਉਹ ਇਹ ਫੁਰਿਆ ਕਿ ਦੇਖੋ 47 ਦੇ ਵਿੱਚ ਅਸੀਂ ਉਹਨਾਂ ਨੂੰ ਤੋੜ ਦਿੱਤਾ, ਜਾਂ ਹਾਲਾਤ ਨੇ, ਜਾਂ ਸਿਸਟਮ ਨੇ, ਜਾਂ ਬਰਤਾਨਵੀ ਸਾਮਰਾਜ ਨੇ, ਆਪਾਂ ਜੋ ਮਰਜ਼ੀ ਨਾਂ ਦੇ ਲਓ। ਉਧਰੋਂ ਹਿੰਦੂ ਸਿੱਖ ਇੱਧਰ ਤੱਕ ਦਿੱਤੇ, ਉਹਨਾਂ ਦੀ ਖੁਆਇਸ਼ ਨਹੀਂ ਸੀ ਇੱਧਰੋਂ ਮੁਸਲਮਾਨ ਤੱਕ ਦਿੱਤੇ। ਲੇਕਿਨ ਉਹ ਜਦੋਂ ਪਿੰਡ ਨੂੰ ਮੁੜਿਆ, ਉਹ ਮੱਲਮ ਲੈ ਕੇ ਆਇਆ। ਜਿਹਨੂੰ ਅਸੀਂ ਜ਼ਖਮ ਦਿੱਤੇ ਉਹ ਮੱਲਮ ਲੈ ਕੇ ਮੁੜਿਆ। ਬਸ ਇੱਕ ਇਹੀ ਖਿਆਲ ਸੀ। ਜਿਵੇਂ ਕਵਿਤਾ ਦੇ ਵਿੱਚ ਜਾਂ ਖਾਸ ਤੌਰ ਦੇ ਗਜ਼ਲ ਦੇ ਵਿੱਚ ਇੱਕ ਕੰਟਰਾਡਿਕਸ਼ਨ ਹੁੰਦੀ ਹੈ ਖਿਆਲਾਂ ਦੀ, ਤਰੀ ਉਹ ਖਿਆਲ ਵਧੀਆ ਢੰਗ ਨਾਲ ਉਸਰਦਾ ਔਰ ਸਾਨੂੰ ਲੜਦਾ, ਸਾਨੂੰ ਡੰਗਦਾ। ਬਸ ਇਸੇ ਤਰ੍ਹਾਂ ਮੈਨੂੰ ਐ ਲੱਗਦਾ ਕਿ ਇਹ ਕਹਾਣੀ ਵਿੱਚ ਮੈਨੂੰ ਐ ਲੱਗਿਆ ਕਿ ਦੇਖੋ ਕਿੱਡੀ ਵੱਡੀ ਗੱਲ ਆ। ਉਸ ਤੋਂ ਬਾਅਦ ਫਿਰ ਮੈਂ ਉਹ ਸਾਰਾ ਮਾਹੌਲ ਸਿਰਜਣਾ, ਠੀਕ ਆ ਜੀ, ਉਹਦਾ ਇੱਕ ਧਰਾਤਲ ਸਿਰਜਣਾ, ਉਸ ਪਾਤਰ ਨੂੰ 84 ਤੱਕ ਲੈ ਜਾਣਾ, ਠੀਕ ਆ ਜੀ, ਉਹ ਸਾਰੀਆਂ ਬਾਅਦ ਦੀਆਂ ਗੱਲਾਂ। ਇਸੇ ਤਰ੍ਹਾਂ ਜਦੋਂ ਮੈਂ ਇੱਕ ਕਹਾਣੀ ਲਿਖੀ ਤਕੂਣੇ ਪਿੰਜਰੇ, ਉਦੋਂ ਵੀ ਮੈਨੂੰ ਇੱਕ ਡਾਇਲੋਗ ਤੋਂ ਕਹਾਣੀ ਫਰੀ। ਉਹ ਵੀ ਮੇਰੇ ਸਕੂਲ ਦੀ ਗੱਲ ਆ, ਬਸੀ ਕਲਾਂ ਹੁਸ਼ਿਆਰਪੁਰ ਦੇ ਸਕੂਲ ਹੈ ਮੇਰਾ। ਮੇਰੇ ਕਲੀਗ ਨੇ ਕਿਹਾ ਰਾਤੀ ਮੈਂ ਸੌਂ ਨਹੀਂ ਸਕਿਆ
ਤੇ ਮੈਂ ਕਿਹਾ ਜੀ ਕੀ ਹੋਇਆ? ਤੇ ਕਹਿੰਦੇ ਜੀ ਕਿ ਸਵੇਰੇ ਅੱਜ ਬੇਟੇ ਦਾ ਕੋਈ ਟੈਸਟ ਸੀਗਾ, ਯਾਰ ਬੜਾ ਬਿਲਕਦਾ ਰਿਹਾ, ਸਾਰੀ ਰਾਤ ਚੀਕਾਂ ਮਾਰਦਾ ਰਿਹਾ, ਨਾ ਸੁੱਤਾ ਨਾ ਸਾਨੂੰ ਸੌਣ ਦਿੱਤਾ ਯਾਰ। ਮੈਂ ਦੇਖਿਆ ਬਈ ਉਹਦੀ ਗੱਲ ਦੇ ਵਿੱਚ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਚਿੰਤਾ ਸੀ, ਮੋਹ ਸੀ, ਫਿਕਰ ਸੀ। ਲੇਕਿਨ ਜਿਹੜਾ ਬਾਪੂ ਸੀ ਉਹਨੂੰ ਐ ਲੱਗਦਾ ਸੀ ਇੱਕ ਆਊਟਡੇਟਡ ਜੀ ਚੀਜ਼ ਆ ਜਿਹੜੀ ਸਾਨੂੰ ਡਿਸਟਰਬ ਕਰ ਰਹੀ ਹੈ, ਉਹਦਾ ਡਿਸਟਰਬ ਕਰਨਾ ਬਣਦਾ ਨਹੀਂ। ਆਪਣੇ ਬੇਟੇ ਲਈ ਸੁਪਨੇ ਔਰ ਆਪਣੇ ਬਾਪ ਦੀ ਜਿਹੜੀ ਪੀੜ ਆ, ਸੁਪਨਾ ਤੇ ਹਾਲੇ ਕੋਈ ਨਿਸ਼ਚਿਤ ਚੀਜ਼ ਨਹੀਂ ਹੁੰਦੀ, ਪਤਾ ਨਹੀਂ ਕਿਸੇ ਨੇ ਉਹ ਸੁਪਨਾ ਪੂਰਾ ਹੋਣਾ ਕਿ ਨਹੀਂ ਹੋਣਾ, ਲੇਕਿਨ ਜਿਹੜੀਆਂ ਬਾਪੂ ਦਾ ਦਰਦ ਸੀ ਉਹ ਤਾਂ ਹਕੀਕਤ ਸੀਗੀ। ਉਹਨੇ ਹਕੀਕਤ ਨੂੰ ਵਿਸਾਰ ਦਿੱਤਾ, ਵਿਰਸੇ ਨੂੰ, ਆਪਣੀਆਂ ਜੜ੍ਹਾਂ ਨੂੰ ਵਿਸਾਰ ਕੇ ਆਪਣੇ ਪੁੱਤ ਲਈ ਜਿਹੜਾ ਫਿਕਰ ਜ਼ਾਹਰ ਕੀਤਾ। ਮੈਨੂੰ ਲੱਗਿਆ ਯਾਰ ਐਡਾ ਵੱਡਾ ਫਰਕ ਹੁੰਦਾ। ਅਸੀਂ ਇੰਨੇ ਆਦਰਸ਼ਵਾਦੀ ਬਣ ਜਾਂਦੇ ਆ ਕਿ ਅਸੀਂ ਆਪਣੀਆਂ ਜੜ੍ਹਾਂ ਨੂੰ ਵਿਸਾਰ ਦਿੰਦੇ ਆ, ਆਪਣੀ ਨੀਂਹ ਨੂੰ ਵਿਸਾਰ ਦਿੰਦੇ ਆ, ਜਿਨ੍ਹਾਂ ਵਿੱਚੋਂ ਅਸੀਂ ਫੁੱਟੇ ਹੁੰਦੇ ਆ ਉਹਨਾਂ ਤਣਿਆਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਆ। ਬਸ ਇੱਥੋਂ ਇਹ ਕਹਾਣੀ ਬਣੀ ਕੋਣੇ ਪਿੰਜਰੀ। ਤੇ ਇਸੇ ਤਰ੍ਹਾਂ ਮੇਰੀ ਇੱਕ ਕਹਾਣੀ ਆ ਤੂੰ ਨਹਾਲਾ ਨਾ ਬਣੀ, ਮਾਲਵੇ ਦੇ ਵਿੱਚ ਤੁਸੀਂ ਜਾਣਦੇ ਆ, ਉਹਨੂੰ ਬਹੁਤ ਪੜ੍ਹਿਆ ਗਿਆ ਔਰ ਬਹੁਤ ਵਧੀਆ ਹੁੰਗਾਰਾ ਮਿਲਿਆ। ਬਹੁਤ ਕਮਾਲ ਦੀ ਕਹਾਣੀ। ਮੈਂ ਆਪਣੇ ਇੱਕ ਪਿੰਡ ਦੇ ਸ਼ਖਸ ਨੂੰ ਪੁੱਛਿਆ, ਜਿਵੇਂ ਕਿ ਮੈਨੂੰ ਆਦਤ ਆ ਬਜ਼ੁਰਗਾਂ ਨਾਲ ਗੱਲ ਕਰਨ ਦੀ, ਤੇ ਮੈਂ ਕਿਹਾ ਜੀ ਸਾਡੇ ਪਿੰਡ 'ਚ 10ਵੀਂ ਕਿਹਨੇ ਪਹਿਲੀ ਵਾਰ ਕੀਤੀ ਸੀ ਜੀ? ਉਸ ਬਜ਼ੁਰਗ ਨੇ ਦੱਸਿਆ ਵੀ ਫਲਾਣੇ ਬੰਦੇ ਨੇ 10ਵੀਂ ਕੀਤੀ ਸੀ, ਪਰ ਉੱਥੇ ਜਾਊਂਗਾ ਜੀ, ਪਰ ਨਹੀਂ ਕੁਛ ਫੇਰ ਹੁਣ ਤੇ ਪਰ 10ਵੀਂ ਕਰਨ ਵਾਲਾ ਉਹ ਬੰਦੇ ਨੂੰ ਜਦੋਂ ਨੌਕਰੀ ਮਿਲੀ, ਕੋਈ ਗੱਲ ਨਹੀਂ ਜੀ, ਜਦੋਂ 10ਵੀਂ ਕਰਨ ਵਾਲੇ ਉਸ ਬੰਦੇ ਨੂੰ ਬਾਅਦ ਦੇ ਵਿੱਚ OT ਵਗੈਰਾ ਜਿਹੜੀ ਉਦੋਂ ਹੁੰਦੀ ਸੀ, ਜਦੋਂ ਉਹਨੂੰ ਨੌਕਰੀ ਮਿਲੀ, ਜਿਹੜੀ ਉਹਦੀ ਪਹਿਲੀ ਤਨਖਾਹ ਸੀ, ਪਹਿਲੀ ਤਨਖਾਹ ਆਉਣ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਰਹਿਣ ਲੱਗ ਪਿਆ ਸੀ, ਜੁਦਾ ਹੋ ਗਿਆ ਸੀ ਆਪਣੇ ਉਹਨਾਂ ਭਰਾਵਾਂ ਨਾਲੋਂ ਜਿਹੜੇ ਭਰਾਵਾਂ ਨੇ ਉਹਨਾਂ ਨੂੰ ਬੜੀ ਗਰੀਬੀ ਦੇ ਵਿੱਚ ਉਹਨੂੰ ਪੜਾਇਆ ਸੀ। ਲਓ ਇੱਥੋਂ ਜੀ ਤੂੰ ਨਹਾਲਾ ਨਾ ਬਣ ਗਈ, ਮਤਲਬ ਉਹ ਕਹਾਣੀ ਸਿਰਜੀ ਗਈ। ਮੈਂ ਕਹਿਣਾ ਇਹ ਚਾਹੁੰਦਾ ਦੀਪ ਜੀ ਕਿ ਮੈਂ ਦੇਖੋ ਹਰੇਕ ਬੰਦੇ ਦਾ ਆਪਣੀ ਇੱਕ ਸਿਰਜਣਾਤਮਕ ਪ੍ਰਕਿਰਿਆ ਹੁੰਦੀ ਆ। ਕਿਸੇ ਨੂੰ ਫੁਰਨਾ ਕਿਵੇਂ ਫੁਰਨਾ ਹੁੰਦਾ, ਮੈਂ ਹੋ ਸਕਦਾ ਬੇਸਿਕਲੀ ਮੈਂ ਗਜ਼ਲ ਵੀ ਲਿਖਦਾ ਰਿਹਾ, ਨਜ਼ਮ ਵੀ ਲਿਖਦਾ ਰਿਹਾ, ਮੈਨੂੰ ਇਹ ਲੱਗਦਾ ਕਿ ਮੈਨੂੰ ਜਿਹੜੀਆਂ ਕਹਾਣੀਆਂ ਫੁਰਦੀਆਂ ਉਹ ਕਵਿਤਾਵਾਂ ਵਾਂਗ ਫੁਰਦੀਆਂ। ਇੱਕ ਖਿਆਲ ਹੁੰਦਾ, ਇੱਕ ਫੁਰਨਾ ਹੁੰਦਾ। ਬਾਕੀ ਉਸ ਤੋਂ ਬਾਅਦ ਤੁਸੀਂ ਅਗਲਾ ਸਵਾਲ ਜਿਹੜਾ ਕਰੋਗੇ ਉਸ ਤੋਂ ਮੈਂ ਉਹਦਾ ਜਵਾਬ ਦਊਂਗਾ ਵੀ ਉਹ ਪਾਤਰ ਉਸਰਦੇ ਕਿਵੇਂ ਆ। ਫਿਲਹਾਲ ਮੇਰਾ ਇੰਨਾ ਕੁ ਜਿਹੜਾ ਜਵਾਬ ਆ ਉਹ ਕਬੂਲ ਕਰੋ ਕਿ ਕਹਾਣੀਆਂ ਮੈਨੂੰ ਕਿਵੇਂ ਔੜਦੀਆਂ। ਹੁਣ ਆਪਣੇ ਬਲਦੇਵ ਜੀ ਆ ਗਏ ਆ, ਇਹਨਾਂ ਨਾਲ ਵੀ ਗੱਲ। ਹਾਂਜੀ ਸੜਕਨਾਮਾ ਜੀ, ਮੇਰਾ ਡਿਸਕਨੈਕਟ ਹੋ ਗਿਆ ਸੀਗਾ, ਮੈਂ ਹੁਣ ਕੋਈ ਨਹੀਂ ਦੁਬਾਰੇ ਜੋੜ ਲਿਆ ਤੁਹਾਨੂੰ ਅਸੀਂ, ਕਮਾਲ ਦੀ ਗੱਲ ਹੈ ਜੀ। ਹਾਂਜੀ ਤੁਹਾਨੂੰ ਸਵਾਲ ਸਰ ਮੇਰਾ ਇਹ ਹੈ ਕਿ ਆਪਾਂ ਜਦੋਂ ਕੋਈ ਪਾਤਰ ਆਪਣੇ ਦਿਮਾਗ ਦੇ ਵਿੱਚ ਘੜ ਲੈਂਦੇ ਆ ਤੇ ਉਸ ਨੂੰ ਜਦੋਂ ਲਿਖਣ ਲੱਗਦੇ ਆ ਤਾਂ ਲੇਖਕ ਹੀ ਪਾਤਰ ਨੂੰ ਆਪਣੀ ਉਂਗਲੀ ਫੜ ਕੇ ਤੋੜਦਾ ਹੈ, ਤਾਂ ਕਈ ਵਾਰੀ ਪਾਤਰ ਲੇਖਕ ਨੂੰ ਆਪਣੀ ਉਂਗਲ ਫੜ ਕੇ ਤੋੜ ਲੈਂਦਾ, ਕੁਝ ਹੋਰ ਹੀ ਬਣ ਜਾਂਦਾ ਬਾਅਦ ਦੇ ਵਿੱਚ ਜਾ ਕੇ। ਕੁਝ ਇਹੋ ਜਿਹਾ ਤਜਰਬਾ ਰਿਹਾ ਤੁਹਾਡਾ? ਨਹੀਂ, ਦਰਅਸਲ ਨਾ ਮੇਰਾ ਤਜਰਬਾ ਇੱਕ ਥੋੜਾ ਜਿਹਾ ਵੱਖਰਾ ਹੈ ਜੀ। ਆ ਰਹੀ ਆਵਾਜ਼? ਹਾਂ ਬਿਲਕੁਲ ਆ ਰਹੀ। ਮੇਰਾ ਤਜਰਬਾ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਮੇਰਾ ਫੀਲਡ ਵੀ ਵੱਖਰਾ ਸੀ। ਇਹਨਾਂ ਜਿਹੜੇ ਸਾਡੇ ਅਕਾਦਮਿਕ ਦੇ ਬੰਦੇ ਨੇ ਨਾ ਸਾਰੇ, ਉਹਨਾਂ ਨਾਲੋਂ ਮੇਰਾ ਵੱਖਰਾ ਫੀਲਡ ਸੀ ਜੀ। ਮੈਂ ਰਹਿਣਾ ਸੜਕਾਂ ਤੇ ਹੁੰਦਾ ਸੀ, ਮੈਂ ਰਹਿਣਾ ਹੀ ਗੈਰਜਾਂ ਸੀ, ਮੈਂ ਰਹਿਣਾ ਹੀ ਡਰਾਈਵਰਾਂ ਦੀਆਂ ਝੁੰਡਾਂ ਵਿੱਚ ਰਹਿਣਾ ਹੁੰਦਾ ਸੀ। ਮੇਰੇ ਮਗਰ ਤਾਂ ਪਾਤਰ ਤੁਰੇ ਫਿਰਦੇ ਹੁੰਦੇ ਸੀ, ਲੱਭਦੇ ਮੈਨੂੰ। ਅੱਛਾ, ਕਿੱਥੇ ਹੈ? ਜੇ ਉਹਨੇ ਕਹਿਣਾ ਵੀ ਆ ਅਸੀਂ ਫਲਾਨੇ ਰਾਜਿਆਂ ਦੀਆਂ ਕਹਾਣੀਆਂ ਪੜ੍ਹੀ ਜਾਂਦੇ ਹਾਂ, ਅਸੀਂ ਫਲਾਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੀਆਂ ਕਹਾਣੀਆਂ ਪੜ੍ਹੀ ਜਾਂਦੇ ਹਾਂ, ਅਸੀਂ ਰਾਣੀਆਂ ਦੀਆਂ ਕਹਾਣੀਆਂ ਪੜ੍ਹੀ ਜਾਂਦੇ ਹਾਂ, ਸਾਨੂੰ ਖੁਰਕ ਹੋਈ ਹੈ, ਸਾਡੇ ਬਾਰੇ ਕਿਉਂ ਨਹੀਂ ਗੱਲ ਕਰਦਾ? ਮੈਨੂੰ ਤਾਂ ਭਾਲਦੇ ਫਿਰਦੇ ਹੁੰਦੇ ਸੀ, ਮਗਰ ਤੁਰੇ ਫਿਰਦੇ ਹੁੰਦੇ ਸੀ ਮੇਰੇ ਪਾਤਰ। ਜੀ ਜੀ ਜੀ, ਕੀ ਬਾਤ ਹੈ। ਇਹ ਗੱਲਾਂ ਜਿਹੜੀਆਂ ਨਾ, ਜਿਹੜੀਆਂ ਵਿਦਵਾਨਾਂ ਜਿਹੜੇ ਸਾਡੇ ਤਿੰਨ ਵਰਗ ਦੇ ਸਾਡੇ ਲੇਖਕ ਨੇ ਜੀ। ਇੱਕ ਤਾਂ ਵਿਦਵਾਨ ਲੇਖਕ ਨੇ ਜਿਹੜੇ ਏਸੀ ਕਮਰਿਆਂ ਵਿੱਚ ਬੈਠੇ ਹੋਏ ਨੇ ਔਰ ਉਹਨਾਂ ਦੇ ਪਾਤਰ ਆਪਦੇ ਮਨੋ ਕਲਪਿਤ ਕੀਤੇ ਹੁੰਦੇ ਨੇ, ਵੱਡੇ ਵੱਡੇ ਉਹ ਸਾਰੇ ਹੁੰਦੇ ਨੇ। ਇੱਕ ਦੂਜੇ ਹੁੰਦੇ ਨੇ, ਇੱਕ ਜਿਹੜੇ ਫੀਲਡ ਵਿੱਚ ਵਰਕ ਕਰਦੇ ਆ, ਉਹਨਾਂ ਦੇ ਅੱਗੇ ਪਿੱਛੇ ਪਾਤਰ ਤੁਰੇ ਫਿਰਦੇ ਆ ਵੀ ਸਾਡੇ ਨਾਲ ਸਾਡੀ ਗੱਲ ਕਰੋ ਤੁਸੀਂ। ਮੇਰਾ ਵਾਹ ਉਹਨਾਂ ਲੋਕਾਂ ਨਾਲ ਰਿਹਾ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਸੜਕਨਾਮੇ ਵਿੱਚ ਮੇਰਾ ਬਾਸ਼ਾ ਡਰਾਈਵਰ ਇਹੋ ਜਿਹਾ ਸੀ ਜਿਹੜਾ ਸਟੈਬਲਿਸ਼ ਹੋ ਗਿਆ, ਜਿਹੜਾ ਜਦੋਂ ਮੈਨੂੰ ਕੋਈ ਫੋਨ ਕਰਦੇ ਕਹਿੰਦਾ ਤੇਰਾ ਬਾਸ਼ਾ ਕਿੱਥੇ ਆ ਉਹ, ਜਾਂ ਹਾਲਾਂਕਿ ਸਾਡੇ ਨਾਲ ਉਹ ਜਿਉਂਦਾ ਰਿਹਾ। ਮੇਰੇ ਪਾਤਰ ਸਾਰੇ ਜਿਉਂਦੇ ਆ, ਕਲਪਿਤ ਨਹੀਂ ਸੀਗੇ, ਹੱਡ ਮਾਸ ਦੇ ਪਾਤਰ ਨੇ ਉਹ ਜੀ, ਸਾਨੂੰ ਹੋਰ ਕਿਤੇ ਲੱਭਦੇ ਨਹੀਂ ਉਹ। ਜਾਨੀ ਮੇਰੇ ਇਸੇ ਕਰਕੇ ਹੀ ਮੇਰੇ
ਚਾਹੇ ਉਹ ਕਹਾਣੀਆਂ ਨੇ, ਚਾਹੇ ਮੇਰੇ ਨਾਵਲ ਆਏ ਪਹਿਲਾਂ, ਬਾਅਦ ਚ ਹਿਸਟੋਰੀਕਲ ਨਾਵਲਾਂ ਨੂੰ ਛੱਡ ਕੇ ਦੂਜੇ ਨਾਵਲ, ਉਹ ਸਾਰੇ ਮੇਰੇ ਨਾਲ ਜਾਂ ਤਾਂ ਵਿਚਰੇ ਨੇ, ਜਾਂ ਮੇਰੇ ਮਗਰ ਪੈ ਰਹੇ ਨੇ, ਜਾਂ ਮੈਂ ਕਿਸੇ ਪਾਤਰ ਮਗਰ ਗਿਆ ਨਹੀਂ ਵੀ ਤੁਸੀਂ ਯਾਰ ਮੇਰੀ ਕਿਉਂ ਗੱਲ ਕਰੋ, ਜਾਂ ਮੈਂ ਉਹਦੇ ਮਗਰ ਤੁਰਿਆ ਫਿਰਾਂ, ਮੈਂ ਉਹਨੂੰ ਲੱਭਣ ਜਾਵਾਂ, ਮੈਂ ਉਹਦੀ ਰਿਸਰਚ ਕਰਾਂ, ਉਹਦੀ ਹਿਸਟਰੀ ਦੇਖਾਂ। ਉਹ ਮੈਨੂੰ ਆ ਕੇ ਆਪ ਮੱਲੋ ਮੱਲੀ ਮੈਨੂੰ ਮਜਬੂਰ ਕਰਦੇ ਰਹੇ, ਤੂੰ ਸਾਡੀ ਗੱਲ ਕਰ ਤੂੰ, ਅਸੀਂ ਵੀ ਸਮਾਜ ਦੇ ਬੰਦੇ ਆ, ਇਹ ਸਾਡੀ ਗੱਲ ਕੌਣ ਕਰੂਗਾ। ਇਸ ਤਰ੍ਹਾਂ ਦਾ ਮੇਰਾ ਅਨੁਭਵ ਜਿਹੜਾ ਜ਼ਿੰਦਗੀ ਦਾ, ਉਹ ਮੇਰਾ ਅਨੁਭਵ ਦੂਸਰਿਆਂ ਨਾਲੋਂ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਅਨੁਭਵ ਸੀਗਾ, ਜਿਹੜਾ ਜਿਸ ਤਰ੍ਹਾਂ ਦਾ ਮੈਂ ਮਹਿਸੂਸ ਕਰਦਾ। ਜੀ, ਆਪਾਂ ਵਾਪਸ ਆਉਣੇ ਕਾਲੀ ਵੱਲ, ਦੂਜੇ ਰਾਉਂਡ ਵੱਲ। ਕਾਲੀ ਸਾਹਿਬ, ਹੁਣ ਤੁਸੀਂ ਦੱਸੋ ਕਿ ਤੁਹਾਡੇ ਪਹਿਲਾਂ ਆਪਣੇ ਦੀਪ ਜੀ, ਸੌਰੀ ਟੂ ਇੰਟਰਪਟ ਜੀ, ਮੈਨੂੰ ਇਹ ਬਾਬਿਆਂ ਦੀ ਗੱਲ ਸੁਣ ਕੇ ਮੈਨੂੰ ਇੱਕ ਆਪਣੀ ਕੋਈ ਮਾੜੀ ਜੀ ਗੱਲ ਯਾਦ ਆਈ ਹੈ। ਜੇ ਮੈਂ 1 ਸੈਕਿੰਡ 1-2 ਮਿੰਟ ਗੱਲ ਕਰਾਂ, ਸਵਾਲ ਕੀ, ਬਸ ਮੈਂ ਬਹੁਤਾ ਟਾਈਮ ਨਹੀਂ ਤੁਹਾਡਾ ਜ਼ਾਇਆ ਕਰਨਾ ਜੀ, ਕਿਉਂਕਿ ਉਹ ਕਨੈਕਸ਼ਨ ਉਹਨਾਂ ਦਾ ਬਾਬਿਆਂ ਦਾ, ਬਲਦੇਵ ਜੀ ਉਹਨਾਂ ਦਾ ਟੁੱਟ ਗਿਆ ਸੀ। ਮੈਂ ਜਿਵੇਂ ਇਹਨਾਂ ਨੇ ਗੱਲ ਕੀਤੀ, ਬੜੀ ਵਧੀਆ ਗੱਲ ਹੈ ਕਿ ਇਹਨਾਂ ਕੋਲ ਪਾਤਰ ਆਉਂਦੇ ਸੀਗੇ ਕਿ ਭਾਈ ਤੂੰ ਸਾਡੇ ਬਾਰੇ ਕਿਉਂ ਨਹੀਂ ਲਿਖਦਾ, ਕਿਉਂਕਿ ਉਹਨਾਂ ਦਾ ਜੀਵਨ ਅਨੁਭਵ ਜਿਹੜਾ ਮੈਂ ਅੱਜ ਪੋਸਟ ਵੀ ਪਾਈ ਸੀ ਕਿ ਉਹ ਅਨੁਭਵਸ਼ੀਲ ਲੋਕ ਨੇ। ਸਾਡਾ ਅਨੁਭਵ ਅਜੇ ਥੋੜਾ, ਸਾਡਾ ਬਹੁਤਾ ਵਿਸ਼ਾਲ ਅਨੁਭਵ ਨਹੀਂ ਹੈ। ਸਾਨੂੰ ਮੰਨਣਾ ਚਾਹੀਦਾ ਹੁੰਦਾ ਹੈ, ਕਈ ਗੱਲਾਂ ਸਾਨੂੰ ਮੰਨ ਲੈਣੀ। ਮੈਂ ਆਪਣੇ ਪਾਤਰਾਂ ਕੋਲ ਜਾਂਦਾ ਰਿਹਾ, ਮੈਂ 2 ਪਾਤਰਾਂ ਦੀ ਗੱਲ ਕਰਦਾ। ਮੇਰਾ ਇੱਕ ਫੈਸਲਾ ਕਹਾਣੀ ਸੀ, ਗਜ਼ਬ ਦਾ ਪਾਤਰ ਸੀ। ਉਹ ਗੋਲੀਆਂ ਖਾਂਦਾ ਨਸ਼ੇ ਦੀ, ਔਰ ਲੰਮਾ ਕਵਿਤਾ ਲਿਖਦਾ ਸੀ। ਐਸਾ ਆਦਮੀ ਸੀ ਕਿ ਸਾਰਾ ਆਕਾਸ਼ ਪੜ੍ਹ ਕੇ ਜਲੰਧਰ ਤੋਂ ਬਿਨਾਂ ਪੈਸਿਆਂ ਤੋਂ ਦਿੱਲੀ ਪਹੁੰਚ ਗਿਆ ਤੇ ਰਜਿੰਦਰ ਯਾਦਵ ਦਾ ਦਰਵਾਜ਼ਾ 4 ਵਜੇ ਜਾ ਖੜਕਾਇਆ ਵੀ ਮੈਂ ਉਸ ਲੇਖਕ ਨੂੰ ਮਿਲਣਾ ਚਾਹੁੰਦਾ ਹਾਂ ਯਾਰ। ਉਹ ਐਸਾ ਆਪ ਵੀ ਕਵਿਤਾ, ਤੇ ਉਹ ਪਾਤਰ ਨੂੰ ਮੈਨੂੰ ਉਹਦੀਆਂ ਗੱਲਾਂ ਸੁਣ ਲਈ ਜਾਂ ਉਹਨੂੰ ਮੈਨੂੰ ਸਮਝਣ ਲਈ ਜਾਂ ਉਹਦੇ ਵਾਸਤੇ ਮੈਨੂੰ ਕਈ ਵਾਰ ਉਹਦੇ ਤੇ ਪੈਸੇ ਖਰਚਣੇ ਪੈ ਗਏ। ਤੁਸੀਂ ਸਮਝੇ ਕਾਹਦੇ ਲਈ ਮੈਂ ਪੈਸੇ ਖਰਚਣੇ, ਖਰਚੇ ਹੋਣਗੇ। ਤਾਂ ਉਹਨੇ ਫੈਸਲਾ ਇਹ ਲਿਆ ਕਿ ਉਹਦੇ ਵਿਦੇਸ਼ ਚਲੇ ਗਏ ਭਰਾ ਦੀ ਜਿਹੜੀ ਵਾਈਫ ਹੈ, ਭਰਜਾਈ ਉਹਦੀ ਹੈ, ਉਹ ਕਿਸੇ ਨਾਲ ਸੰਬੰਧ ਬਣਾਉਂਦੀ ਹੈ, ਤਾਂ ਪੂਰੇ ਪਰਿਵਾਰ ਨੂੰ ਦਰਕਿਨਾਰ ਕਰਕੇ ਉਹ ਭਾਬੀ ਨਾਲ ਖੜਨ ਦਾ ਫੈਸਲਾ ਲੈਂਦਾ। ਐਸਾ ਪਾਤਰ। ਅੱਛਾ, ਇਸੇ ਤਰ੍ਹਾਂ ਮੇਰਾ ਸ਼ਾਂਤੀ ਪਰਵ ਨਾਵਲ ਹੈ ਤੇ ਉਹਦੇ ਵਿੱਚ ਭਾਗਮਲ ਪਾਗਲ ਜੀ, ਹੀ ਵਾਜ਼ ਏ ਦਲਿਤ, ਬਹੁਤ ਵੱਡੀ ਪਰਸਨੈਲਿਟੀ ਸੀ। ਡਾਕਟਰ ਅੰਬੇਡਕਰ ਉਹਨਾਂ ਦੀ ਕੋਠੀ 'ਚ ਜੇ ਪੂਰੇ ਭਾਰਤ ਚੋਂ ਕੋਈ ਬਿਨਾਂ ਨੌਕ ਕੀਤੇ ਜਾ ਸਕਦਾ ਸੀਗਾ ਤੇ ਉਹ ਭਾਗਮਲ ਪਾਗਲ ਸੀ। ਜਲੰਧਰ ਦੇ ਰਹਿਣ ਵਾਲੇ ਸੀਗੇ, ਦਲਿਤ ਲੀਡਰ ਸੀਗੇ, ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਜਨਰਲ ਸੈਕਟਰੀ ਰਹੇ, ਬਹੁਤ ਵੱਡਾ ਸ਼ਾਇਰ ਸੀ, ਇੰਟੈਲੈਕਚੁਅਲ ਆਦਮੀ ਸੀ। ਉਹਦੇ ਜੀਵਨ ਦੀਆਂ ਗੱਲਾਂ ਮੈਂ ਵੱਖਰੀਆਂ ਕਰਾਂ, ਪਰੰਤੂ ਉਹਦੇ ਜੀਵਨ ਬਾਰੇ ਸਾਰਾ ਕੁਝ ਜਾਣਨ ਵਾਸਤੇ ਮੈਨੂੰ ਉਹਦੀਆਂ ਦਵਾਈਆਂ ਕਿੰਨੀਆਂ ਉਹਨੂੰ ਲੈ ਕੇ ਦੇਣੀਆਂ ਪਈਆਂ। ਮੈਂ ਆਪ ਬੇਰੁਜ਼ਗਾਰ ਆਦਮੀ ਸੀਗਾ, ਕਿਤੋਂ ਮੈਂ ਪੈਸੇ ਮੰਗਦਾ ਸੀ ਕਿ ਨਹੀਂ ਮੰਗਦਾ ਸੀ। ਉਹਨੇ ਥੋੜੀ ਜਿਹੀ ਗੱਲ ਦੱਸਣੀ ਤੇ ਮੁੜ ਕੇ ਖੰਘਣ ਲੱਗ ਪੈਣਾ ਵੀ ਮੈਨੂੰ ਤਾਂ ਹੁਣ ਦਵਾਈ ਚਾਹੀਦੀ ਭਾਈ, ਤੇ ਇਹਦੇ ਤੋਂ ਬਗੈਰ ਤਾਂ ਗਤੀ ਨਹੀਂ ਹੈਗੀ। ਤੇ ਮੈਂ ਉਹਦੇ ਤੇ ਵੀ ਕਿੰਨੇ ਕੁ ਪੈਸੇ ਖਰਚੇ। ਮੈਨੂੰ ਲੱਗਦਾ ਇਹ ਆ ਮੈਂ ਆਪਣੇ ਘਰਦਿਆਂ ਤੇ ਘੱਟ ਖਰਚੇ ਹੋਣੇ, ਪਾਤਰਾਂ ਤੇ ਜ਼ਿਆਦਾ ਖਰਚੇ ਹੁਣ ਵੀ। ਕਈਆਂ ਨੂੰ ਮੈਨੂੰ ਇਸ ਵੇਲੇ ਤੁਸੀਂ ਪ੍ਰੋਗਰਾਮ ਲਾ ਲੈਂਦੇ ਹੋ, ਮੈਨੂੰ ਕਈ ਪਾਤਰਾਂ ਦੀ ਸੇਵਾ ਕਰਨੀ ਹੁੰਦੀ ਹੈ। ਮੈਂ ਤਾਂ ਉਹਨਾਂ ਦੇ ਕੋਲ ਜਾਣਾ ਆ ਔਰ ਉਹਨਾਂ ਨੂੰ ਟੋਹਣਾ ਆ। ਮੇਰਾ ਆਪਣਾ ਇੱਕ ਅਨੁਭਵ ਹੈ, ਉਹ ਬਾਬਿਆਂ ਦਾ ਅਨੁਭਵ ਜਿਹੜਾ ਉਹ ਜੀ। ਤੁਸੀਂ ਆਪਣੇ ਕੁਝ ਹੋਰ ਪਾਤਰਾਂ ਦੀ ਗੱਲ ਕਰ ਸਕਦੇ ਹੋ 2-3 ਮਿੰਟਾਂ ਦੇ ਵਿੱਚ। ਤੁਹਾਡੇ ਜਿਹੜੇ ਤੁਹਾਨੂੰ ਲੱਗਦਾ ਕਿ ਮੇਰੇ ਬਹੁਤ ਅੱਛੇ ਪਾਤਰ ਨੇ ਜਿਹੜੇ? ਨਹੀਂ, ਪਾਤਰ ਤਾਂ ਮੇਰੇ ਬਹੁਤ ਪਾਤਰ ਨੇ ਜਿਹੜੇ ਮੈਨੂੰ ਇਹ ਕਹਿੰਦੇ ਰਹੇ ਕਿ ਸਾਨੂੰ ਲਿਖ ਜੀ। ਵਿੱਚ ਡਿਸਟਰਬ ਹੋ ਰਿਹਾ ਕਿ ਨਹੀਂ? ਠੀਕ ਹੈ ਜੀ, ਠੀਕ ਹੈ ਤੁਹਾਡੀ ਆਵਾਜ਼ ਠੀਕ ਹੈ। ਮੈਂ ਕਿਹਾ ਕਾਲੀ ਜੀ ਬੈਠੇ ਨੇ, ਥੋੜਾ ਜਿਹਾ ਉੱਪਰ ਬੋਲਣ ਦੇ ਮੂਡ 'ਚ ਬੈਠੇ ਨੇ, ਸ਼ਾਇਦ ਕੀ ਕਰਦੇ ਨੇ। ਅੱਛਾ, ਹੁਣ ਦਰਅਸਲ ਸੀ ਕਿ ਮੇਰੇ ਜਿੰਨੇ ਵੀ ਜਿਹੜੇ ਮੇਰੇ ਕੰਮ ਦੇ ਅਦਾਰੇ ਸੀਗੇ ਉਹ ਸਾਰੇ ਇਸ ਤਰ੍ਹਾਂ ਦੇ ਸੀਗੇ। ਮੇਰੇ ਜਿਹੜੇ ਪਾਤਰ ਸੀ ਸਾਰੇ ਜ਼ਮੀਨਾਂ ਨਾਲ ਜੁੜੇ ਹੋਏ ਸੀ, ਧਰਤੀ ਨਾਲ ਜੁੜੇ ਹੋਏ ਸੀ, ਲੋਕਾਂ ਨਾਲ ਜੁੜੇ ਹੋਏ ਸੀ। ਆਉਣੇ ਆ ਸਰ ਆਪਾਂ ਸੰਕਰਾਮਾ ਜੀ ਤੁਹਾਡੇ ਪਾਤਰਾਂ ਵੱਲ ਆਉਣੇ ਆ। ਪਹਿਲਾਂ ਆਪਾਂ ਦੇਸਰਾਜ ਕਾਲੀ ਤੋਂ 2 ਮਿੰਟ ਹੋਰ ਸੁਣ ਲਈਏ ਇਹਨਾਂ ਦੇ ਪਾਤਰਾਂ ਬਾਰੇ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਪਾਤਰਾਂ ਬਾਰੇ ਗੱਲ ਕਰਾਂਗੇ। ਤੁਸੀਂ ਆਪਣੇ ਪਾਤਰਾਂ ਬਾਰੇ ਦੱਸੋਗੇ ਤੁਹਾਨੂੰ। ਕਾਲੀ ਜੀ, ਤੁਸੀਂ ਆਪਣੇ ਪਾਤਰਾਂ ਬਾਰੇ ਥੋੜਾ ਜਿਹਾ ਹੋਰ ਦੱਸੋ ਸਾਨੂੰ। ਯਾਰ ਮੈਂ ਆਪਣੇ ਨਾਵਲਾਂ ਦੇ ਪਾਤਰਾਂ ਦੇ ਵਿੱਚੋਂ ਪਾਰਟਿਕੂਲਰਲੀ ਮੈਂ ਪਰਮੇਸ਼ਵਰੀ ਦੇ ਇੱਕ ਗੱਲ ਕਰਨਾ ਚਾਹਾਂਗਾ। ਸੰਖੇਪ ਕੀ ਕਰਾਂਗਾ, ਕੋਈ ਬਹੁਤਾ ਮੈਨੂੰ ਗੱਲ ਨਹੀਂ ਕਰਦਾ। ਮੈਂ ਜਦੋਂ ਪਿੰਡ ਤੋਂ ਉਹਨੂੰ ਤੁਸੀਂ ਹਿਜਰਤ ਕਰ ਗਿਆ, ਉੱਜੜ ਗਿਆ ਕਹਿ ਲਓ, ਜਾਂ ਛੱਡ ਗਿਆ ਕਹਿ ਲਓ, ਜਾਂ ਕੀ ਹੋਇਆ, ਮੈਂ ਉਹਨੂੰ ਅਜੇ ਤੱਕ ਡਿਫਾਈਨ ਨਹੀਂ ਕਰ ਸਕਿਆ। ਉਹਦੇ ਵਿੱਚ ਪੋਲੀਟੀਕਲ ਮੇਰੇ ਉੱਤੇ
ਮੇਰੇ ਤੇ ਇੱਕ ਜਰਨਲਿਸਟ ਦੇ ਉੱਤੇ ਹਮਲੇ ਵੀ ਹੋਏ ਸੀ, ਜਿਹੜਾ ਕਿਤੇ ਡਰਦਾ ਮਾਰਾ ਵੀ ਕਹਿ ਸਕਦਾ ਮੈਂ, ਪਿੰਡ ਤੋਂ ਰਾਤ ਨੂੰ ਜਾਣ ਦੀ ਬਜਾਏ ਸ਼ਹਿਰ ਦਾ, ਉਹ ਵੱਖਰਾ ਪੁਆਇੰਟ ਹੈ। ਬਟ ਜਦੋਂ ਮੈਂ ਸ਼ਹਿਰ ਆਇਆ ਤਾਂ ਕੈਨਟ ਇਮੈਜਿਨ ਕਿ ਸ਼ਹਿਰ ਆਉਂਦਿਆਂ ਹੀ ਪਿੰਡ ਮੇਰੇ ਸਾਹਮਣੇ, ਪੂਰਾ ਪਿੰਡ ਮੇਰਾ ਜਿਹੜਾ ਸੀਗਾ ਉਹ ਐਸਾ ਜਾਇੰਟ, ਐਸਾ ਪਹਾੜ, ਐਸਾ ਸ਼ਿਵਾਲਿਕ, ਐਸੀਆਂ ਉਹ ਬਹੁਤ ਫਟਾਲੇ, ਉਹਦੇ ਤੋਤੇ ਮੈਨੂੰ ਚੁਗਲੀਆਂ ਕਰਦੇ ਦਿਖਿਆ ਕਰਨ, ਉਹਦੀਆਂ ਡੇਕਾਂ, ਉਹਦੇ ਉਹ ਸਾਰੇ, ਮੈਂ ਇੱਕ ਆਰਟੀਕਲ ਲਿਖਿਆ ਸੀ ਉਦੋਂ ਮੋਹੇ ਬ੍ਰਜ ਬਿਸਰਤ ਨਾ ਹੈ। ਔਰ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ, ਆਪਣੇ ਸਾਰੇ ਦਰਸ਼ਕ ਤੁਸੀਂ ਲੋਕ ਵਿਦਵਾਨ ਲੋਕ ਜੁੜੇ ਹੋਏ ਹੋ, ਔਰ ਮੈਂ ਤੁਹਾਨੂੰ ਐਕਸਪੀਰੀਅੰਸ ਮੇਰਾ ਇਹ ਕਿ ਮੈਨੂੰ ਬੁਖਾਰ ਹੋ ਗਿਆ 102 103 102 103। ਤੇ ਮੈਂ ਉਦੋਂ ਦੈਨਿਕ ਭਾਸਕਰ ਦੇ ਵਿੱਚ ਮੈਗਜ਼ੀਨ ਐਡੀਟਰ ਸੀ, ਮੈਗਜ਼ੀਨ ਦਾ ਕੰਮ ਸੀ, ਸਾਡੇ ਕੋਲ 16-17 ਲੋਕ ਅਸੀਂ ਕੰਮ ਕਰਦੇ ਸੀਗੇ ਦਿਨ ਰਾਤ ਲੱਗਣ ਵਾਲੇ। ਮੇਰਾ ਬੁਖਾਰ ਨਾ ਹਟੇ ਤੇ ਨਾਲ ਹੀ ਪਿੰਡ ਬਾਰੇ ਮੇਰਾ ਨਾਵਲ ਸ਼ੁਰੂ ਹੋ ਗਿਆ ਪਰਣੇਸ਼ਵਰੀ। ਮੈਡਮ ਉਹਨਾਂ ਨੇ ਕਿਹਾ ਇਹਨੂੰ ਲੱਗਦਾ ਕਿ 2-3 ਮਹੀਨਿਆਂ ਦੇ ਵਿੱਚ ਇਹ ਆਪਣਾ, ਪਹਿਲਾਂ ਉਹਨਾਂ ਨੇ ਮੇਰੇ ਉਹ ਸਾਰੇ ਚਿੰਤਨ ਚੋਂ ਗੱਲ ਕਰਦੇ ਆ ਕਿ 2-3 ਮਹੀਨਿਆਂ ਦੇ ਵਿੱਚ ਲੱਗਦਾ ਇਹ ਨਾਵਲ ਲਿਖਦੇ ਹੋਣਗੇ। ਮੇਰਾ ਇੱਕ ਨਾਵਲ 8 ਸਾਲ 'ਚ ਲਿਖਿਆ ਗਿਆ, ਇੱਕ 7 'ਚ, ਇੱਕ 10 'ਚ। ਆਹ ਜਿਹੜਾ ਨਾਵਲ ਆ ਮੇਰਾ 10 ਦਿਨਾਂ 'ਚ ਲਿਖਿਆ ਗਿਆ। ਮੈਨੂੰ ਬੁਖਾਰ ਨਾ ਉਤਰੇ ਤੇ ਮੈਂ ਪਿੰਡ ਬਾਰੇ, ਆਪਣੇ ਬਾਰੇ ਲਿਖਣਾ ਸ਼ੁਰੂ। ਉਹ ਪਾਤਰ, ਛਿੰਦੇ ਵਰਗੇ ਪਾਤਰ ਜਿਹੜੇ ਮੇਰੇ ਆਲੇ ਦੁਆਲੇ ਰਹਿੰਦੇ ਸੀ, ਸਾਡੇ ਵਿੱਚੋਂ ਸੀ, ਜਿਹਦੇ ਕਰੋਈਆਂ ਹੋ ਗਈਆਂ ਤੇ ਹੌਲੀ ਹੌਲੀ ਇਲਾਜ ਨਾ ਹੋਣ ਕਰਕੇ ਉਹਦੇ ਪੈਰ ਦਾ ਅੰਗੂਠਾ ਝੜ ਗਿਆ। ਓ ਮਾਈ ਗॉड। ਔਰ ਜਿਹੜੇ ਗੁੱਗਾ ਗਾਉਂਦੇ ਸੀ, ਜਿਹੜੇ ਗੁੱਗੇ 4 ਵੀਰ ਦੀਆਂ ਗੱਲਾਂ, ਗੋਰਖਨਾਥ ਦੀਆਂ, ਨਾਥਾਂ ਦੀਆਂ ਗੱਲਾਂ ਕਰਦੇ ਸੀ, ਜਿਹੜੇ ਸਿੱਧ ਚਾਨੂ ਦੀਆਂ ਗੱਲਾਂ ਕਰਦੇ ਸੀ, ਨਾ ਵਿਦਵਾਨਾਂ ਦੀਆਂ ਗੱਲਾਂ, ਸਿੱਧਾਂ ਦੀਆਂ ਗੱਲਾਂ ਕਰਦੇ ਸੀਗੇ, ਅਚੇਤ ਰੂਪ ਦੇ ਵਿੱਚ ਜਿਹੜੇ ਮਹਾ ਵਿਦਵਾਨ ਲੋਕ ਮੈਂ ਉਹਨਾਂ ਨੂੰ ਮੰਨਦਾ ਆ, ਤੇ ਉਹ ਐਸੇ ਖੜੇ ਮੇਰੇ ਸਾਹਮਣੇ। ਉਹ ਜਗੀਰੋ ਪਾਤਰ, ਉਹ ਮੇਰਾ ਬਾਪੂ ਨਰਿੰਜਨ ਗੋਰਖਨਾਥ ਦਾ ਸ਼ਬਦ ਹੈ, ਪਤਾ ਨਹੀਂ ਕਿੱਥੋਂ ਟਰੈਵਲ ਕਰਦਾ ਸਾਡੀ ਹਿਸਟਰੀ ਦੇ ਵਿੱਚ ਆ ਗਿਆ। ਮੇਰੀ ਸਿਸਟਰ ਦਾ ਨਾਮ ਸਿਮਰੋ ਹੈ, ਸਿਮਰੋ ਫੇਰ ਨਾਥਾਂ ਦੀ ਪਰੰਪਰਾ ਦੇ ਵਿੱਚੋਂ ਆ। ਵੱਡੇ ਪਿਤਾ ਦਾ ਨਾਮ ਸਤਨਾਮ ਹੈ, ਤੇ ਉਹ ਕਿੱਥਾਂ। ਔਰ ਮੇਰੇ ਪਿਤਾ ਜੀ ਦੇ ਗੁਰੂ ਸੂਫੀ ਸੇਂਟ ਸੰਤ ਬ੍ਰਹਮਦਾਸ ਚਿਸ਼ਤੀ ਸਾਬਰੀ ਖਾਨਦਾਨ ਚੋਂ ਕਿੱਥੇ ਜਾ ਕੇ ਜੁੜਦਾ ਉਹਨਾਂ ਦਾ ਨਾਮ। ਉਹ ਮੇਰਾ ਨਾਮ ਸੰਤ ਬ੍ਰਹਮਦਾਸ ਉਹਨਾਂ ਦਾ ਰੱਖਿਆ ਹੋਇਆ ਨਾਮ ਹੈ ਦੇਸ ਰਾਜ, ਉਸ ਸੂਫੀ ਸੰਤ ਦਾ ਜਿਹੜੇ ਡਾਕਟਰ BR ਅੰਬੇਡਕਰ ਨੂੰ ਲੁਧਿਆਣੇ 'ਚ ਲੈ ਕੇ ਆਏ ਸੀਗੇ। ਉਹਨਾਂ ਦੀ ਦੋਸਤੀ ਸੀ, ਮੈਂ ਉਹਨਾਂ ਤੇ ਮਾਣ ਕਰ ਸਕਦਾ। ਤਾਂ ਉਹ ਸਾਰੇ ਕਰੈਕਟਰ, ਸੰਤ ਲੌਕਾ ਦਾਸ ਜਿਹੜੇ ਮੇਰੇ ਚਾਚਾ ਜੀ ਦੇ ਗੁਰੂ ਸੀਗੇ, ਉਹ ਐਸੇ ਜਗੇ, ਐਸੇ ਉਹਨਾਂ ਦੀਆਂ ਲਾਈਟ ਨਿਕਲੀਆਂ, ਐਸੀਆਂ ਰੌਸ਼ਨੀਆਂ। ਮੈਨੂੰ ਕੋਈ ਦਵਾਈ ਕਾਟ ਨਾ ਕੇ, ਮੈਨੂੰ ਬੁਖਾਰ, ਉਹ ਮੇਰਾ ਉਹਨੇ ਬੁਖਾਰ ਰਵੇ, ਪਰ ਮੈਂ ਦਿਨ ਰਾਤ ਰਾਈਟਿੰਗ। ਮੇਰੀ ਵਾਈਫ ਪਰੇਸ਼ਾਨ, ਉਹ ਇਸ ਗੱਲੇ ਤਾਂ ਵੀ ਪਰੇਸ਼ਾਨ ਵੀ, ਯਾਰ ਤੂੰ ਹਟਦਾ ਨਹੀਂ ਆ, ਤੇਰਾ ਕਿਵੇਂ ਕਰਾਂਗੇ ਕਿਵੇਂ ਨਹੀਂ, ਉਹ ਬੜੀ ਮੇਰੀ ਚਿੰਤਾ ਕਰਦੀ। ਉਹਦੇ ਕਰਕੇ ਮੈਂ ਰਾਈਟਰ ਹਾਂ। ਤੇ ਉਹ ਬੱਚੇ ਤੇ ਉਹ ਸਾਰੇ ਮੇਰੇ ਕੋਲੀਗ ਪਰੇਸ਼ਾਨ। ਤੇ ਮਜ਼ੇ ਦੀ ਗੱਲ ਫਿਰ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ ਸਾਰੇ ਪਾਤਰ ਜਿਹੜੇ ਮੈਂ ਤੁਹਾਨੂੰ ਗਿਣਾਈ ਦਿੱਤੇ ਨੇ, ਕੋਈ 80-90 ਪਾਤਰ ਨੇ ਉਹ ਪਿੰਡ ਵਾਲੇ। ਤਾਂ ਜਿਸ ਦਿਨ ਉਹ ਕੰਪਲੀਟ ਹੋ ਗਿਆ ਤੇ ਮੇਰੀ ਪੂਰੀ ਟੀਮ ਜਿਹੜੀ ਸੀ, ਮੇਰੇ ਭਾਸਕਰ ਦੀ ਪੂਰੀ ਟੀਮ, ਕਹਿੰਦੇ ਕਿ ਅੱਜ ਕੁਝ ਅਜੀਜ਼ ਜਿਹੜੇ ਸੀ ਸਰ ਨੂੰ, ਜਗਜੀਤ ਚਤੁਰਵੇਦੀ ਬੜੇ ਵੱਡੇ ਰਾਈਟਰ ਨੇ, ਹਿੰਦੀ ਦੇ ਉਹ ਨੋਵਲਿਸਟ ਨੇ, ਕਹਾਣੀਕਾਰ ਨੇ, ਪੋਇਟ ਨੇ, ਥਿੰਕਰ ਨੇ, ਤੇ ਉਹਨਾਂ ਦੀ ਅਗਵਾਈ ਦੇ ਵਿੱਚ ਮੇਰੀ ਖਬਰ ਲੈਣ ਆਏ। ਮੈਂ ਉਦੋਂ ਨਾਵਲ ਪੂਰਾ ਕਰ ਚੁੱਕਾ ਸੀਗਾ। ਉਹ ਖਬਰ ਨੂੰ ਘਰ ਆਏ ਤੇ ਮੈਂ ਖੁੱਲ੍ਹੇਆਮ ਵੀ ਦੱਸ ਦਿੰਦਾ, ਮੈਂ ਆਪਣੇ ਦੋਸਤਾਂ ਨਾਲ ਹਾਤੇ 'ਚ ਬੈਠਾ ਸੀਗਾ, ਖਤਮ ਹੋ ਗਿਆ ਸਾਰਾ। ਹੁਣ ਆਪਾਂ ਬਲਦੇਵ ਜੀ ਸੁਣਾਂਗੇ। ਮੇਰਾ ਬਿਲਕੁਲ ਬੁਖਾਰ ਉਤਰ ਗਿਆ, ਮੇਰਾ ਬਿਲਕੁਲ ਨਾਰਮਲ ਮੈਂ ਹੋ ਗਿਆ। ਤੋ ਉਹ ਇੱਕ ਪਤਾ ਨਹੀਂ ਇਹ ਤੁਹਾਨੂੰ ਪਾਤਰ ਘੜ ਰਹੇ ਹੁੰਦੇ ਨੇ ਜਾਂ ਕੀ ਕਰ ਰਹੇ ਹੁੰਦੇ ਨੇ ਤੁਹਾਡੇ ਅੰਦਰ। ਬਹੁਤ ਅੱਛਾ ਜੀ, ਬਹੁਤ ਅੱਛਾ। ਹਾਂਜੀ ਬਲਦੇਵ ਜੀ, ਹੁਣ ਤੁਸੀਂ ਆਪਣੇ ਪਾਤਰਾਂ ਬਾਰੇ, ਮੁੱਖ ਪਾਤਰਾਂ ਬਾਰੇ, ਜਿਹੜੇ ਪਾਤਰਾਂ ਬਾਰੇ ਸਾਨੂੰ ਦੱਸਣਾ ਚਾਹੁੰਦੇ ਹੋ, ਉਹਨਾਂ ਬਾਰੇ ਹੁਣ ਦੱਸੋ ਜੀ। ਨਹੀਂ, ਮੈਂ ਬੜਾ ਸੁਣ ਰਿਹਾ ਸੀ ਕਾਲੀ ਜੀ ਨੂੰ, ਬਹੁਤ ਵਧੀਆ ਇਹਨਾਂ ਦਾ ਅਨੁਭਵ ਹੈਗਾ ਆਪਣੇ ਪਾਤਰਾਂ ਬਾਰੇ ਜੀ। ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਪਾਤਰ ਜਿਹੜੇ ਆ, ਇਹ ਨਾ ਤਾਂ ਬਹੁਤ ਜ਼ਿਆਦਾ ਤੁਸੀਂ ਸੋਚ ਸਮਝ ਕੇ, ਜਾਂ ਜਿਵੇਂ ਉਹਨੇ ਕਿਹਾ ਵੀ ਮੈਂ ਉਹਨਾਂ ਦੇ ਮਗਰ ਜਾਂਦਾ ਰਿਹਾ, ਇਸ ਤਰ੍ਹਾਂ ਵੀ ਹੁੰਦਾ ਹੈ। ਬਹੁਤ ਥਾਈਂ ਮੈਂ ਪੜ੍ਹਿਆ ਵੀ ਇਹ ਜਿਹੇ ਸਾਡੇ ਲੇਖਕ ਵੀ ਹੈਗੇ ਨੇ ਕਿ ਉਹ 4-4 ਸਾਲ ਕਿਸੇ ਪਾਤਰ ਮਗਰ ਤੁਰੇ ਫਿਰਦੇ ਰਹੇ ਉਹਦੇ ਬਾਰੇ, ਉਹਨੂੰ ਜਾਣਨ ਲਈ। ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਇਸ ਤਰ੍ਹਾਂ ਦੇ ਪਾਤਰ ਮੇਰੇ ਜ਼ਿਹਨ 'ਚ ਆਉਂਦੇ ਰਹੇ, ਮੇਰੇ ਨਾਲ ਵਿਚਰਦੇ ਰਹੇ, ਮੇਰੇ ਜੀਵਨ ਅਨੁਭਵ 'ਚ ਆਉਂਦੇ ਰਹੇ, ਜਿਨ੍ਹਾਂ ਨੂੰ ਬਹੁਤਾ ਜਾਣਨ ਦੀ ਲੋੜ ਹੀ ਨਹੀਂ ਸੀ। ਆਪਣੇ ਆਪ ਹੀ ਉਹ ਖੁੱਲੀ ਹੋਈ ਕਿਤਾਬ ਵਾਂਗੂ ਮੇਰੇ ਸਾਹਮਣੇ ਹੁੰਦੇ ਸੀ। ਔਰ ਮੇਰੇ ਨਾਲ ਉਹ ਜ਼ਿਕਰ ਕਰਦੇ ਰਹੇ ਵੀ ਤੂੰ ਸਾਡੀ ਗੱਲ ਕਰ, ਜਿਵੇਂ ਪਹਿਲਾਂ ਕਿਹਾ ਵੀ ਉਹ ਬਾਰ-ਬਾਰ ਆ ਕੇ ਮੈਨੂੰ ਮਜਬੂਰ ਕਰਦੇ ਸੀ ਵੀ ਸਾਡੇ ਗੱਲ ਕਰਨੀ, ਸਾਡੀ ਗੱਲ ਕਰ।
ਹੋਰਾਂ ਦੀਆਂ ਗੱਲਾਂ ਬਹੁਤ ਲੋਕ ਕਰਦੇ ਨੇ, ਔਰ ਕੁਝ ਮੇਰਾ ਫੀਲਡ ਵੀ ਇਸ ਤਰ੍ਹਾਂ ਦਾ ਸੀ ਕਿ ਮੈਂ ਜਿਨ੍ਹਾਂ ਲੋਕਾਂ 'ਚ ਰਿਹਾ, ਜਿਨ੍ਹਾਂ ਲੋਕਾਂ 'ਚ ਮੈਂ ਵਿਚਰਿਆ, ਜਿਸ ਤਰ੍ਹਾਂ ਦਾ ਮੇਰਾ ਅਦਾਰਾ ਸੀ, ਜਿਸ ਤਰ੍ਹਾਂ ਦਾ ਮੇਰਾ ਕੰਮ ਸੀ, ਕਾਰੋਬਾਰ ਸੀ, ਜਦੋਂ ਉਹਨਾਂ ਲੋਕਾਂ ਬਾਰੇ ਗੱਲ ਕੀਤੀ, ਉਹ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਸਵੀਕਾਰੀ ਗਈ, ਪਾਠਕਾਂ ਵੱਲੋਂ ਸੁਣੀ ਵੀ ਗਈ। ਜਿਵੇਂ ਸੜਕਨਾਮਾ ਦੇ ਪਾਤਰ ਮੇਰੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸੀ, ਜਿਹੜੇ ਬਹੁਤ ਆਮ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਪਾਤਰ ਸੀਗੇ, ਤੇ ਉਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਨੇ, ਜਿਵੇਂ ਲਾਲ ਬੱਤੀ ਦੇ ਜਿਹੜੇ ਪਾਤਰ ਨੇ, ਹੁਣ ਮੈਨੂੰ ਅੱਜ ਤੱਕ ਯਾਦ ਹੈ ਕਿ ਜਿਹੜੀ ਦੇਵਕੀ ਮੌਸੀ ਹੈ ਜਿਨ੍ਹਾਂ ਨੇ ਲਾਲ ਬੱਤੀ ਨਾਵਲ ਪੜ੍ਹਿਆ, ਉਹ ਪਾਤਰ ਇਹੋ ਜਿਹਾ ਅਮਰ ਪਾਤਰ ਸੀਗਾ ਮੇਰੇ ਲਈ, ਜਿਹੜਾ ਮੈਨੂੰ ਬਹੁਤ ਘੱਟ ਨਾਵਲਾਂ ਵਿੱਚ ਉਹੋ ਜਿਹਾ ਪਾਤਰ ਮਿਲਿਆ ਹੈ। ਔਰ ਉਸ ਨੂੰ ਸਿਰਜਣ ਲਈ ਜਿਸ ਤਰ੍ਹਾਂ ਮੈਂ ਉਸ ਨੂੰ ਸਟੱਡੀ ਕੀਤਾ, ਉਸ ਨੂੰ ਪੜ੍ਹਿਆ, ਉਸ ਨੂੰ ਜਾਣਿਆ, ਉਸ ਨਾਲ ਮੁਲਾਕਾਤਾਂ ਕੀਤੀਆਂ। ਕਾਲੀ ਨੇ ਕਿਹਾ ਨਾ ਪਹਿਲਾਂ ਵੀ ਮੈਂ ਪਾਤਰਾਂ ਮਗਰ ਜਾਂਦਾ ਰਿਹਾ, ਉਹ ਖੁਦ ਕਈ ਵਾਰੀ ਫੋਨ ਕਰਕੇ ਆਉਂਦੀ ਰਹੀ ਵੀ ਤੂੰ ਕਿੱਥੇ ਆਇਆ, ਅਸੀਂ ਤੈਨੂੰ ਮਿਲਣਾ ਹੈ, ਅਸੀਂ ਤੁਹਾਨੂੰ ਕੁਝ ਆਹ ਗੱਲਾਂ ਦੱਸਣੀਆਂ ਜਿਹੜੀਆਂ ਨਹੀਂ ਦੱਸਣੀਆਂ। ਹਰ ਇੱਕ ਲੇਖਕ ਦਾ ਆਪਣਾ ਵੱਖਰਾ ਅਨੁਭਵ ਹੁੰਦਾ ਹੈ, ਉਹਦਾ ਵੱਖਰਾ ਤਜਰਬਾ ਹੁੰਦਾ, ਉਹਦੇ ਕੋਲੇ ਵੱਖਰੇ ਮੌਕੇ ਹੁੰਦੇ ਨੇ। ਮੇਰੇ ਕੋਲੇ ਮੌਕੇ ਇਹੋ ਜਿਹੇ ਆਉਂਦੇ ਰਹੇ ਵੀ ਪਾਤਰ ਮੇਰੇ ਕੋਲੇ ਚੱਲ ਕੇ ਆਉਂਦੇ ਰਹੇ। ਮੈਂ ਜ਼ਿਆਦਾ ਆਪਣੇ ਨਾਵਲਾਂ ਵਿੱਚ ਕੁਝ ਆਪਣੇ ਅਜਿਹੇ ਪਾਤਰ ਹੀ ਹੈ ਜਿਨ੍ਹਾਂ ਦੇ ਮਗਰ ਮੈਨੂੰ ਬਹੁਤ ਘੱਟ ਜਾਣਾ ਪਿਆ। ਜੇ ਜਾਣਾ ਵੀ ਪਿਆ, ਸਿਰਫ ਉਹ ਸਾਰੇ ਹਾਲਾਤ ਦੇਖਣ ਦੀ ਖਾਤਰ ਵੀ ਉਹ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ, ਕਿਵੇਂ ਰਹਿੰਦੇ ਨੇ, ਕਿਵੇਂ ਉਹਨਾਂ ਦਾ ਵਿਵਹਾਰ ਚੱਲਦਾ ਹੈ, ਉਹਨਾਂ ਦੀ ਜੀਵਨ ਸ਼ੈਲੀ ਕੀ ਹੈ, ਇਹ ਦੇਖਣ ਲਈ ਜਾਣਾ ਪਿਆ। ਪਾਤਰ ਆਪਣਾ ਸੁਭਾਅ ਉਹਨਾਂ ਦਾ ਕੀ ਹੈ, ਇਹ ਦੇਖਣ ਲਈ ਉਹ ਮੇਰੇ ਕੋਲ ਹੀ ਮੈਨੂੰ ਆ ਕੇ ਮਿਲਦੇ ਰਹੇ। ਮੈਂ ਅਜੇ ਤੱਕ ਤੁਹਾਡੇ ਨਾਲ ਇਹੀ ਗੱਲਾਂ ਕਰਦਾ, ਪਰ ਜਿਵੇਂ ਗੱਲ ਹੋਰ ਨਿਕਲੀ ਆਪਾਂ ਅੱਗੇ ਕਰਾਂਗੇ। ਜਿਹੜਾ ਢਾਮਾ ਦਿੱਲੀ ਦੇ ਕਿੰਗਰੇ ਵਰਗੇ ਪਾਤਰ ਨੇ, ਇਹਦੇ ਦੁੱਲੇ ਵਰਗੇ ਪਾਤਰ ਨੇ, ਇਹ ਕਿਵੇਂ ਸਿਰਜੇ ਗਏ? ਇਹਨਾਂ ਦਾ ਅਨੁਭਵ ਤੁਹਾਡੇ ਕੋਲ ਕਿੱਥੋਂ ਆਇਆ? ਦੇਖੋ, ਇਹ ਦੋ ਤਰ੍ਹਾਂ ਦੀ ਸਾਡੇ ਕੋਲੇ ਹੁੰਦੀ ਹੈਗੀ। ਇੱਕ ਤਾਂ ਇਹ ਹੈਗਾ ਵੀ ਤੁਹਾਡੇ ਕੋਲੇ ਸਾਰਾ ਕੁਝ ਪਿਆ ਹੁੰਦਾ ਤੁਹਾਡੇ ਸਾਹਮਣੇ ਕਿਸੇ ਪਾਤਰ ਬਾਰੇ ਵੀ। ਹੁਣ ਦੁੱਲਾ ਭੱਟੀ ਬਾਰੇ ਸਾਡੇ ਕੋਲੇ ਸਿਰਫ ਉਹ ਸੀਗਾ ਵੀ ਲੋਹੜੀ ਦਾ ਗੀਤ ਸੀ ਸਾਡੇ ਕੋਲੇ, ਦੁੱਲਾ ਭੱਟੀ ਵਾਲਾ ਉਹ ਕੌਣ ਵਿਚਾਰਾ, ਉਹ ਦੁੱਲੇ ਨੇ ਧੀ ਵਿਆਹੀ, ਉਹ ਸ਼ੇਰ ਸ਼ੱਕਰ ਪਾਈ, ਇਹ ਗੀਤ ਤੋਂ ਬਿਨਾਂ ਸਾਡੇ ਕੋਲੇ ਕੁਝ ਨਹੀਂ ਸੀ। ਪਰ ਜਦੋਂ ਦੁੱਲੇ ਦਾ ਜਿਹੜਾ ਕਾਰਜ ਸੀਗਾ, ਜਿਹੜਾ ਦੁੱਲੇ ਦਾ ਆਪਣਾ ਜੀਵਨ ਸ਼ੈਲੀ ਸੀ, ਜਾਂ ਜਿਸ ਤਰ੍ਹਾਂ ਦਾ ਉਸਨੇ ਇੱਕ ਸੱਤਾ ਨੂੰ ਵੰਗਾਰਿਆ ਸੀ, ਉਹ ਸਾਨੂੰ ਕਿਤੇ ਨਹੀਂ ਸੀ ਲੱਭਦਾ ਹੈਗਾ। ਇਤਿਹਾਸ ਨੂੰ ਫਰੋਲਣਾ, ਮੈਂ ਸਮਝਦਾ ਵੀ ਜੇ ਇਤਿਹਾਸ ਨੂੰ ਫਰੋਲਣਾ ਵੀ ਇੱਕ ਬਹੁਤ ਵੱਡਾ ਖੋਜ ਕਾਰਜ ਹੈਗਾ ਹੈ। ਜੇ ਤੁਸੀਂ ਗੰਭੀਰ ਆ ਉਸ ਲਈ, ਜੇ ਤੁਸੀਂ ਸਿਰਫ ਇਹ ਗਲੈਮਰਾਈਜ਼ ਕਰਨਾ ਹੈ, ਉਹ ਵੱਖਰੀ ਗੱਲ ਹੈ। ਜੇ ਤੁਸੀਂ ਗੰਭੀਰ ਹੈ, ਉਸ ਨੂੰ ਸਾਹਿਤ, ਅਸੀਂ ਕਹਿੰਦੇ ਹਾਂ ਸਮਾਜ ਦਾ ਸ਼ੀਸ਼ਾ ਹੈ, ਜੇ ਤੁਸੀਂ ਉਸ ਵੇਲੇ ਦੇ ਸਮਾਜ ਦੇ ਸ਼ੀਸ਼ੇ ਨੂੰ ਦੇਖਣਾ ਹੈ ਕਿ ਉਦੋਂ ਕੀ ਸੀ, ਕੀ ਰਸਮਾਂ ਰਿਵਾਜ ਸੀ, ਕਿਸ ਤਰ੍ਹਾਂ ਦਾ ਸੀ, ਮੈਨੂੰ ਉਹਦੀ ਖਾਤਰ ਪਾਕਿਸਤਾਨ ਜਾਣਾ ਪਿਆ, ਦੁੱਲਾ ਭੱਟੀ ਦੇ ਪਿੰਡ ਜਾਣਾ ਪਿਆ, ਉਹਨਾਂ ਲੋਕਾਂ ਨੂੰ ਮਿਲਣਾ ਪਿਆ, ਉਹਨਾਂ ਲੋਕਾਂ ਨੂੰ ਉਹਨਾਂ ਦੇ ਬੋਲਣ ਦਾ ਲਹਿਜਾ ਲੱਭਣਾ ਪਿਆ। ਤੇ ਫਿਰ ਉੱਥੇ ਇੱਕ ਟਰਸਟ ਹੈ, ਦੁੱਲਾ ਭੱਟੀ ਟਰਸਟ ਲਾਹੌਰ ਦੇ ਵਿੱਚ। ਨਸਰੀਨ ਭੱਟੀ ਸੀ ਉਹਦੀ, ਹੁਣ ਉਹ ਡੈਥ ਹੋ ਗਈ, ਜੰਨਤ ਮਿਲੇ ਉਹਨੂੰ, ਮੈਂ ਤਾਂ ਇਹੀ ਕਹੂੰਗਾ ਵੀ ਉਹ ਮੈਨੂੰ ਉੱਥੇ ਉਹਦੇ ਪਿੰਡ ਲੈ ਕੇ ਗਈ, ਪਿੰਡੀ ਭੱਟੀਆਂ। ਉਹ ਦੁੱਲੇ ਭੱਟੀ ਬਾਰੇ ਜਿਸ ਤਰ੍ਹਾਂ ਦਾ ਢਾਵਾਂ ਦਿੱਲੀ ਦੇ ਕਿੰਗਰੇ ਨਾਵਲ ਲਿਖਿਆ ਗਿਆ, ਔਰ ਲੱਦੀ ਕਰੈਕਟਰ ਜਿਸ ਤਰ੍ਹਾਂ ਦਾ, ਮੈਂ ਸਮਝਦਾ ਵੀ ਜੇ ਮੇਰੇ ਨਾਵਲਾਂ 'ਚ ਅੱਜ ਕੋਈ ਔਰਤ ਪਾਤਰ ਦਾ ਕਰੈਕਟਰ ਸਿਰਜਿਆ ਗਿਆ ਹੁਣ ਤੱਕ, ਲੱਦੀ ਮੇਰਾ ਪਾਤਰ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਕਰੈਕਟਰ ਹੈ ਜਿਹੜਾ ਮੈਥੋਂ ਸਿਰਜਿਆ ਗਿਆ ਹੈ। ਔਰ ਕਿਸ ਤਰ੍ਹਾਂ ਉਹ ਆਪਣੇ ਬੱਚੇ ਨੂੰ ਪਹਿਲਾਂ ਤਾਂ ਇਸ ਕਰਕੇ ਓਲਾ ਰੱਖਦੀ ਹੈ ਵੀ ਜੇ ਇਹਨੂੰ ਦੱਸਿਆ ਤਾਂ ਇਸ ਨੇ ਜਿਹੜਾ ਪਿਓ ਨਾ ਹੋਇਆ, ਜਿਹੜਾ ਦਾਦੇ ਨਾਲ ਵਾਪਰਿਆ, ਉਹ ਇਹਦਾ ਵੀ ਉਹੀ ਹਸ਼ਰ ਹੋਊਗਾ। ਤੇ ਜੇ ਮੈਂ ਜਦੋਂ ਉਹਨੂੰ ਪਤਾ ਲੱਗਦਾ ਹੈ ਤੇ ਫਿਰ ਕਿਸ ਤਰ੍ਹਾਂ ਉਹਨੂੰ ਮੋਟੀਵੇਟ ਕਰਦੀ ਹੈ ਵੀ ਜੇ ਅਸੀਂ ਲੜਨਾ ਹੈ, ਜੰਗ ਲੜਨੀ ਹੈ, ਤੇ ਕਿਵੇਂ ਲੜਨੀ ਹੈ। ਇਹ ਲੱਦੀ ਦਾ ਕਰੈਕਟਰ ਜਾਨੀ ਬਹੁਤ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਜਦੋਂ ਮੈਂ ਦੁਬਾਰਾ ਉਹਨੂੰ ਪੜ੍ਹਦਾ ਹੈ, ਕਿਸੇ ਨੇ ਆਲੋਚਕ ਨੇ ਲਿਖਿਆ ਵੀ ਸੀ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਕਰੈਕਟਰ ਉਹਦਾ ਲੱਦੀ ਦਾ। ਦੁੱਲੇ ਨੂੰ ਫਾਂਸੀ ਵੀ ਹੋ ਜਾਂਦੀ ਇੱਕ ਮਿੰਟ, ਉਸ ਤੋਂ ਬਾਅਦ ਉਸ ਦੀ ਨੂੰਹ ਜਿਹੜੀ ਪੋਤ ਨੂੰਹ ਹੈ ਦੁੱਲੇ ਦੇ ਮੁੰਡੇ ਦੀ, ਉਸ ਨੂੰ ਪਤਾ ਲੱਗਦਾ ਜਦੋਂ ਵੀ ਉਹ ਗਰਭਵਤੀ ਹੈ, ਉਹ ਦੁੱਲੇ ਦੀ ਤਲਵਾਰ ਟੰਗ ਦਿੰਦੀ ਕਿੱਲੇ ਤੇ, ਕਹਿੰਦੀ ਵੀ ਆਉਂਦੀ ਜਾਂਦੀ, ਕਹਿੰਦੀ ਸਿਰਫ ਤਲਵਾਰ ਵੱਲ ਦੇਖਿਆ ਕਰ। ਇਹ ਕਰੈਕਟਰ ਉਹਦਾ ਵੀ ਕਿਵੇਂ ਸੰਘਰਸ਼ ਨੂੰ ਅਸੀਂ ਜਾਰੀ ਰੱਖਣਾ ਹੈ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ ਸਾਵਲ ਧਾਮੀ ਜੀ, ਤੁਸੀਂ ਆਪਣੇ ਪਾਤਰਾਂ ਬਾਰੇ, ਮਹੱਤਵਪੂਰਨ ਪਾਤਰਾਂ ਬਾਰੇ ਗੱਲ ਕਰੋ। ਸਾਵਲ ਧਾਮੀ ਜੀ, ਧਾਮੀ ਸਾਹਿਬ ਆਪਣਾ ਮਾਈਕ ਅਨਮਿਊਟ ਕਰ ਲਓ। ਧਾਮੀ ਸਾਹਿਬ ਜੀ 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 ਗੱਲ ਇਸ ਤਰ੍ਹਾਂ ਜੀ ਕਿ ਮੈਂ ਦੋਨੇ ਵਿਦਵਾਨਾਂ ਦਾ ਜਿਹੜਾ ਵਿਚਾਰ ਚਰਚਾ ਸੁਣ ਰਿਹਾ ਸੀਗਾ, ਮੈਨੂੰ ਐਂ ਲੱਗਦਾ ਕਿ
ਪਾਤਰ ਹਰੇਕ ਰਾਈਟਰ ਨੂੰ ਵੱਖਰੇ ਢੰਗ ਨਾਲ ਮਿਲਦੇ ਨੇ ਤੇ ਮਿਲਣੇ ਚਾਹੀਦੇ ਨੇ। ਜੇ ਆਪਾਂ ਫਾਰਮੂਲੇਸ਼ਨ ਬਣਾ ਲਾਂਗੇ ਤੇ ਫਿਰ ਆਪਾਂ ਇੱਕ ਦੂਜੇ ਵਰਗੇ ਹੋ ਜਾਗੇ। ਬਿਲਕੁਲ ਬਿਲਕੁਲ। ਇਹ ਉਵੇਂ ਆ ਜਿਵੇਂ ਇੱਕ ਬੜਾ ਮਤਲਬ ਮਹਾਨ ਕਥਨ ਆ ਕਿ ਜੇ ਸਾਰੇ ਗੁਲਾਬ ਦੇ ਫੁੱਲ ਹੋ ਜਾਣ ਤੇ ਬਗੀਚੀ ਜਿਹੜੀ ਉਹ ਖੂਬਸੂਰਤ ਨਹੀਂ ਲੱਗੇਗੀ। ਮੈਨੂੰ ਐ ਲੱਗਦਾ ਕਿ ਮੈਨੂੰ ਜਿਹੜੇ ਪਾਤਰ ਮਿਲਦੇ ਨੇ ਜਾਂ ਮੈਂ ਜਿਹਨਾਂ ਪਾਤਰਾਂ ਨੂੰ ਮਿਲਦਾ ਉਹ ਮੈਨੂੰ ਇਸ ਤਰ੍ਹਾਂ ਹੀ ਮਿਲਣੇ ਸੀਗੇ ਤੇ ਸਿਰਫ ਮੈਨੂੰ ਹੀ ਮਿਲਣੇ ਸੀ। ਜਦੋਂ ਕੋਈ ਨਵਾਂ ਲਿਖੂਗਾ, ਚਾਹੇ ਮੇਰਾ ਉਹ ਭਰਾ ਹੋਵੇ ਸਕਾ, ਮੇਰੇ ਘਰ 'ਚ ਰਹਿੰਦਾ, ਉਹਨੂੰ ਉਹ ਅਲੱਗ ਢੰਗ ਨਾਲ ਮਿਲਣਗੇ। ਕੀ ਬਾਤ ਹੈ। ਸੋ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਸਿਰਜਣਸ਼ੀਲਤਾ ਆ, ਇਸੇ ਕਰਕੇ ਉਹ ਸਿਰਜਣਸ਼ੀਲਤਾ ਆ ਕਿ ਉਹਦੇ ਵਿੱਚ ਜਿਹੜੀ ਉਹ ਅਪਰੋਚ ਆ ਬੰਦੇ ਦੀ, ਉਹ ਯੂਨੀਕ ਹੁੰਦੀ ਆ, ਮੌਲਿਕ ਹੁੰਦੀ ਆ। ਤੇ ਬੰਦਿਆਂ ਨੂੰ ਸਮਝਣਾ, ਜਦੋਂ ਅਸੀਂ ਬੰਦੇ ਨੂੰ ਸਮਝ ਲੈਂਦੇ ਆ ਉਦੋਂ ਪਾਤਰ ਬਣਦਾ। ਤੇ ਯਾਦ ਇਹ ਗੱਲ ਰੱਖਣ ਵਾਲੀ ਹੈ ਕਿ ਜਦੋਂ ਬੰਦਾ ਪਾਤਰ ਬਣਦਾ ਉਹ ਬੰਦਾ ਨਹੀਂ ਰਹਿੰਦਾ। ਉਹ ਬੰਦਾ ਹੁੰਦਾ ਹੋਇਆ ਵੀ ਬਹੁਤ ਕੁਝ ਉਹਦੇ ਵਿੱਚ ਹੋਰ ਐਡ ਹੋ ਜਾਂਦਾ। ਇਸ ਕਰਕੇ ਕਿ ਜਿਹੜੇ ਪਾਠਕ ਆ ਉਹਨੂੰ ਇੱਕ ਬੰਦੇ ਦੇ ਤੌਰ ਤੇ ਵੀ ਪਛਾਣਨ, ਲੇਕਿਨ ਬੰਦੇ ਤੋਂ ਵੱਧ ਵੀ ਉਹ ਅਸੀਂ ਉਹਨੂੰ ਸਿਰਜ ਦਿੰਦੇ ਆ। ਸੋ ਗੱਲ ਇਹ ਹੁੰਦੀ ਆ ਕਿ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਪਾਤਰ ਖਿੰਡਿਆ ਹੁੰਦਾ, ਠੀਕ ਹੈ ਜੀ, ਉੱਥੇ ਫੋਕਸ ਕਰਨਾ ਬਹੁਤ ਮੁਸ਼ਕਲ ਹੁੰਦਾ। ਰਾਈਟਰ ਦੀ ਪ੍ਰਾਪਤੀ ਇਹ ਹੁੰਦੀ ਆ ਕਿ ਰਾਈਟਰ ਪਾਠਕ ਲਈ ਕੁਝ ਸਮੇਂ ਦੇ ਵਿੱਚ ਕੁਝ ਸ਼ਬਦਾਂ ਦੇ ਵਿੱਚ ਉਸ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਕਿ ਜਿਹੜਾ ਉਹ ਪਾਤਰ ਆ ਉਹਦੇ ਲਈ ਗੌਲਣਯੋਗ ਬਣ ਜਾਂਦਾ। ਤੇ ਉਹ ਪਾਤਰ ਜਿਸ ਬੈਕਗਰਾਉਂਡ ਚੋਂ ਆਉਂਦਾ, ਚਾਹੇ ਉਹ ਦਲਿਤ ਆ, ਨਾਰੀ ਆ, ਕਿਸਾਨ ਆ, ਇਹ 'ਚ ਕੋਈ ਫਰਕ ਨਹੀਂਗਾ। ਸਭ ਆਪੋ ਆਪਣਾ ਵਰਤਾਂਤ, ਆਪੋ ਆਪਣਾ ਦੁੱਖ, ਆਪੋ ਆਪਣਾ ਜਿਹੜਾ ਡਿਸਕੋਰਸ ਉਹ ਪੇਸ਼ ਕਰ ਰਹੇ ਨੇ। ਜਿਸ ਵੀ ਉਹ ਬੈਕਗਰਾਉਂਡ ਚੋਂ ਆਉਂਦਾ, ਉਸ ਬੈਕਗਰਾਉਂਡ ਲਈ ਪਾਠਕ ਨੂੰ ਸੁਚੇਤ ਕਰਦਾ ਕਿ ਜ਼ਿੰਦਗੀ ਦਾ ਕੀ ਵੀ ਪੱਖ ਆ, ਇੱਥੇ ਵੀ ਝਾਤੀ ਮਾਰੋ, ਦੁਨੀਆ ਇਸ ਪੱਧਰ ਤੇ ਵੀ ਜੀ ਰਹੀ ਆ। ਸੋ ਮੈਨੂੰ ਐ ਲੱਗਦਾ ਕਿ ਜਿਹੜੇ ਮੇਰੇ ਪਾਤਰ ਆ, ਮੈਨੂੰ ਆਪਣੇ ਪਾਤਰ ਬਹੁਤ ਵਾਰੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇੱਕ ਕਥਨ ਤੋਂ ਬਾਅਦ ਘੜਨੇ ਪੈਂਦੇ ਆ, ਇੱਕ ਖਿਆਲ ਤੋਂ ਬਾਅਦ ਘੜਨੇ ਪੈਂਦੇ ਆ। ਤੇ ਜਦੋਂ ਮੈਂ ਉਹਨੂੰ ਘੜਦਾ, ਮੈਂ ਇਸ ਗੱਲ ਨੂੰ ਕਬੂਲ ਕਰਦਾ, ਫਿਰ ਮੈਨੂੰ ਸਮਾਜ 'ਚ ਜਾਣਾ ਪੈਂਦਾ। ਉਸ ਨਰੋਲ ਮੇਰੇ ਦਿਮਾਗ 'ਚੋਂ ਨਹੀਂ ਆ ਜਾਂਦੇ, ਕਲਪਨਾ 'ਚੋਂ ਨਹੀਂ ਆ ਜਾਂਦੇ। ਫਿਰ ਮੈਂ ਦੇਖਦਾ ਕਿ ਜਿਹੜਾ ਇਹ ਵਿਸ਼ਾ ਆ, ਜਿਹੜਾ ਮੈਂ ਇੱਕ ਟੈਗ ਲਾਈਨ ਜਿਹੜੀ ਮੈਂ ਚੁਣ ਲਈ ਆ ਕਹਾਣੀ ਦੀ, ਜਿਹਨੂੰ ਆਪਾਂ ਵਿਸ਼ਾ ਕਹਿ ਲੈਂਦੇ, ਕਿ ਵੀ ਉਹ ਸਿਰਲੇਖ ਬਣ ਜਾਂਦਾ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਇੱਕ ਰੌਸ਼ਨੀ ਜਿਹੜੀ ਸਾਰੀ ਕਹਾਣੀ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ ਆ। ਕਿੱਥੇ ਕਿੱਥੇ ਮੈਨੂੰ ਇਸ ਤਰ੍ਹਾਂ ਦੇ ਪਾਤਰ ਮਿਲੇ ਆ। ਤੇ ਪਾਤਰ ਕਦੀ ਇੱਕ ਇਕੱਲਾ ਨਹੀਂ ਹੁੰਦਾ, ਇਹ ਸਾਡੇ ਵਿਦਵਾਨ ਸੱਜਣ ਜਾਣਦੇ ਆ। ਜਿਹੜਾ ਇੱਕ ਪਾਤਰ ਅਸੀਂ ਸਿਰਜਦੇ ਉਹ ਇਕੱਲਾ ਥੋੜ੍ਹਾ ਹੁੰਦਾ। ਜਿਵੇਂ ਕਾਲੀ ਸਾਹਿਬ ਨੇ ਗੱਲ ਕੀਤੀ ਸੀ, ਉਹ ਕੁੜੀ, ਉਹ ਇੱਕ ਕੁੜੀ ਨਹੀਂ ਸੀ, ਉਹ ਪਤਾ ਨਹੀਂ ਕਿੰਨੇ ਪਾਤਰ ਹੁੰਦੇ ਜਿਹੜੇ ਇੱਕ ਪਾਤਰ ਦੇ ਵਿੱਚ ਸਮਾ ਜਾਂਦੇ। ਰਾਈਟਰ ਦੀ ਪ੍ਰਾਪਤੀ ਇਹ ਹੁੰਦੀ ਆ, ਜਿੰਨੇ ਵੱਧ ਪਾਤਰ ਉਸ ਕੈਟਾਗਰੀ ਦੇ, ਉਸ ਦਰਦ ਨੂੰ ਹੰਡਾਉਣ ਵਾਲੇ ਜਾਂ ਉਸ ਖੂਬੀ ਨੂੰ ਮੰਨਣ ਵਾਲੇ ਇੱਕ ਕਰੈਕਟਰ 'ਚ ਪੇਸ਼ ਕਰਦੇ, ਉਹ ਵੱਧ ਜਿਹੜੀ ਉਹ ਕਹਾਣੀ ਆ ਉਹ ਲੋਕਾਂ ਤੱਕ ਜਾਂ ਨਾਵਲ ਲੋਕਾਂ ਤੱਕ ਪਹੁੰਚ ਜਾਂਦਾ। ਸੋ ਮੈਂ ਮਹਿਸੂਸ ਕਰਦਾ ਕਿ ਇੱਕ ਕਥਨ ਤੋਂ ਬਾਅਦ, ਇੱਕ ਖਿਆਲ ਤੋਂ ਬਾਅਦ ਜਦੋਂ ਮੈਂ ਆਪਣੇ ਪਾਤਰਾਂ ਨੂੰ ਸਿਰਜਣ ਲੱਗਦਾ, ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਸ਼ਬਦਾਵਲੀ ਕੇ ਪਾਤਰ ਮੈਨੂੰ ਮਜਬੂਰ ਕਰਦੇ ਆ, ਨਹੀਂ, ਮੈਨੂੰ ਖਿਆਲ ਮਜਬੂਰ ਕਰਦਾ। ਮੈਨੂੰ ਖਿਆਲ ਮਜਬੂਰ ਕਰਦਾ ਵੀ ਕਹਾਣੀ ਲਿਖ, ਪਾਤਰ ਲੱਭ। ਜਦੋਂ ਮੈਂ ਪਾਤਰ ਲੱਭਦਾ ਸਮਾਜ ਦੇ ਵਿੱਚ, ਫਿਰ ਮੈਂ ਉਸ ਤਰ੍ਹਾਂ ਦੇ ਪਾਤਰਾਂ ਨੂੰ, ਜਦੋਂ ਪਾਤਰਾਂ ਨੇ, ਦੇਖੋ ਜੀ, ਕਿਸੇ ਧਰਤੀ ਦੇ ਉੱਤੇ ਵਿਚਰਨਾ ਹੈ, ਉਹ ਫਿਰ ਮੈਨੂੰ ਧਰਾਤਲ ਉਹਦਾ ਸਿਰਜਣਾ ਪੈਂਦਾ। ਪਾਤਰਾਂ ਨੇ ਇੰਟਰੈਕਸ਼ਨ ਕਰਨੀ ਆ, ਕੁਛ ਧਿਰਾਂ ਹੋਣੀਆਂ ਉਹਦੇ ਵਿਰੋਧ 'ਚ ਖੜੀਆਂ, ਕੁਛ ਉਹਦੇ ਸਮਰਥਨ 'ਚ ਖੜੀਆਂ। ਇੱਕ ਐਂਡ, ਇੱਕ ਅੰਤ, ਇੱਕ ਜਿਹਨੂੰ ਕਹਿੰਦੇ ਆ ਵੀ ਜਿੱਦਾਂ ਉਹ ਜਿਵੇਂ ਸਾਡੇ ਕੁਲਵੰਤ ਸਿੰਘ ਵਿਰਕ ਹੋਣਾ ਦੀ ਕਹਾਣੀ, ਤਾਂ ਇੱਕ ਜਿੱਦਾਂ ਕਹਿੰਦੇ ਆ ਕਿ ਅਖੀਰ 'ਚ ਜਾ ਕੇ ਇੱਕ ਟਵਿਸਟ ਆਉਂਦਾ, ਉਹ ਕਈ ਵਾਰੀ ਦਿਮਾਗ ਦੇ ਵਿੱਚ ਪਹਿਲੇ ਆ ਜਾਂਦਾ। ਠੀਕ ਹੈ ਜੀ, ਉਹਨੂੰ ਉਸੇ ਰੋਸ਼ਨੀ ਦੇ ਵਿੱਚ ਮੈਂ ਆਪਣੇ ਪਾਤਰ ਕਰਦਾ। ਤੇ ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਮੇਰੀ ਇਹ ਮਿਹਨਤ ਹੁੰਦੀ ਆ, ਮੈਂ ਕਹਾਣੀਆਂ ਬਹੁਤ ਘੱਟ ਲਿਖੀਆਂ। ਤੁਸੀਂ ਮੈਨੂੰ ਇਸ ਵਿਚਾਰ ਚਰਚਾ 'ਚ ਸ਼ਾਮਿਲ ਕੀਤਾ, ਤੁਹਾਡੀ ਮਿਹਰਬਾਨੀ। ਮੈਂ 10-12 ਕਹਾਣੀਆਂ ਲਿਖੀਆਂ। ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਮੈਂ ਪਾਤਰ ਸਿਰਜ ਰਿਹਾ, ਕਹਾਣੀ ਦੇ ਵਿੱਚ ਲੈ ਰਿਹਾ, ਉਹ ਜਿਹੜਾ ਉਹ ਕਹਾਣੀ ਦਾ ਵਿਸ਼ਾ ਵਸਤੂ ਆ, ਉਹਦਾ ਜਿਹੜਾ ਦਾਇਰਾ ਆ, ਸਕੋਪ ਆ, ਉਸ ਤੋਂ ਬਾਹਰ ਨਾ ਜਾਣ, ਕਿਉਂਕਿ ਕਹਾਣੀ ਦੀ ਵਿਧਾ ਹੀ ਇਸ ਤਰ੍ਹਾਂ ਦੀ ਆ। ਹਾਂ, ਇਸ ਤਰ੍ਹਾਂ ਦੀ ਮੇਰੀ ਸਿਰਜਣ ਪ੍ਰਕਿਰਿਆ ਆ।
ਇਸ ਤਰ੍ਹਾਂ ਮੈਂ ਪਾਤਰ ਲੱਭਦਾ ਜੀ। ਕਾਲੀ ਸਾਹਿਬ, ਬਹੁਤ ਸੰਖੇਪ ਦੇ ਵਿੱਚ ਆਪਾਂ ਤੀਜਾ ਰਾਉਂਡ ਪੂਰਾ ਕਰਾਂਗੇ। ਹੁਣ ਤੁਸੀਂ ਆਪਣੇ ਪਾਤਰਾਂ ਨੂੰ ਛੱਡ ਕੇ ਕਿਸੇ ਹੋਰ ਦੇ ਪਾਤਰਾਂ ਬਾਰੇ ਸਾਨੂੰ ਦੱਸੋਗੇ ਕਿ ਤੁਹਾਨੂੰ ਕਿਹੜੇ ਪਾਤਰ ਚੰਗੇ ਲੱਗਦੇ ਨੇ, ਕਿਹੜੇ ਰਾਈਟਰ ਦਾ ਕਿਹੜਾ ਪਾਤਰ ਤੁਹਾਨੂੰ ਬਹੁਤ ਅਪੀਲ ਕੀਤਾ ਤੇ ਕਿਉਂ ਅਪੀਲ ਕੀਤਾ? ਮੈਂ ਚੰਗੇ ਚੰਗੇ ਦੱਸਣੇ ਵੀਰ ਮੇਰੇ, ਮੈਂ ਮਾੜੇ ਦੱਸਦਾ ਤਾਂ ਬੰਦੇ ਨਾਰਾਜ਼ ਹੋਣ ਲੱਗ ਪਿਆ। ਮਾੜੇ ਵੀ ਦੱਸ ਦੋ, ਚਾਹੇ ਐ ਵੀ ਦੱਸ ਦੋ, ਕੋਈ ਗੱਲ ਨਹੀਂ ਹੈਗੀ, ਪਰ ਕਿਸੇ ਹੋਰ ਦੇ ਪਾਤਰਾਂ ਬਾਰੇ ਦੱਸੋ ਬਸ ਆਪਣੇ ਨੂੰ। ਮੈਂ ਲੇਖਕਾਂ ਬਾਰੇ ਗੱਲ ਕਰਾਂਗਾ ਜਿਨ੍ਹਾਂ ਨੂੰ ਮੈਂ ਨਾ ਪੜ੍ਹ ਕੇ ਜੈਲਸ ਹੁੰਦਾ ਆ, ਜਿਨ੍ਹਾਂ ਦੇ ਪਾਤਰਾਂ ਨੂੰ ਪੜ੍ਹ ਕੇ। ਮਾਈ ਗॉड, ਸੁਖਜੀਤ ਦੀ ਕਹਾਣੀ ਦੀ ਚੰਦਰੀ ਪਾਤਰ ਜਿਹੜੀ ਕਿਆ ਤੁਹਾਡੇ ਅੰਦਰ ਤੱਕ ਸੁਰਾਖ ਕਰਦੀ ਜਾਂਦੀ ਆ। ਮੈਂ ਆਪਣੇ ਬੇਟੇ ਤੋਂ ਕੋਈ ਨੌਲੇਜ ਲੈ ਰਿਹਾ ਸੀਗਾ, ਉਹ ਕਹਿੰਦਾ ਕਿ ਜਿਹੜੇ ਜਰਮਨ ਮੇਡ ਗਨਸ ਹੈਗੀਆਂ ਨੇ ਉਹਨਾਂ ਦਾ ਬੁਲਟ ਜਿਹੜਾ ਹੈ ਨਾ ਉਹ ਘੁੰਮ ਕੇ ਸੁਰਾਖ ਕਰਦਾ ਬਰਮੇ ਵਾਂਗ। ਭਾਈ ਉਹ ਕਿਸੇ ਅਸੀਂ ਕੋਈ ਪੱਤਰਕਾਰੀ ਦੇ ਖੇਤਰ ਦੇ ਵਿੱਚ, ਤਾਂ ਉਹ ਮੈਨੂੰ ਲੱਗਾ ਕਿ ਯਾਰ ਇਹ ਓਰੀਜਨਲ ਜਰਮਨ ਮੇਡ ਕੋਈ ਰਿਵਾਲਵਰ ਦਾ ਪਾਤਰ ਸੁਖਜੀਤ ਦਾ, ਉਹ ਚਾਹੇ ਚੰਦਰੀ ਹੋਵੇ, ਚਾਹੇ ਅੰਤਰਾ ਹੋਵੇ, ਜਾਂ ਮੌਨ ਦੀ ਬਾਵਾ, ਉਹ ਚਾਹੇ ਉਹ ਕਾਮ ਮਹਾਬਲੀ ਦੇ ਪਾਤਰ ਹੋਣ, ਉਹ ਮੈਂ ਸੱਚੀਓ ਜੈਲਸ ਫੀਲ ਕਰਦਾ ਹੁੰਦਾ ਕਿਤੇ ਕਿਤੇ ਸੁਖਜੀਤ ਦੇ ਨਾਲ। ਇਹ ਪਾਤਰ ਇਹਦੇ ਕੋਲ ਕਿਵੇਂ ਆਉਂਦੇ ਨੇ ਔਰ ਜਿਸ ਤਰੀਕੇ ਦਾ ਉਹਨਾਂ ਦਾ ਨਿਭਾਅ ਹੁੰਦਾ ਹੈ। ਕਿਤੇ ਬਾਪੂ ਗੋਪੀਨਾਥ ਵਰਗੇ ਪਾਤਰ ਜਿਹੜੇ ਸਾਡੇ ਰਹਿਬਰ ਲੋਕ ਸਾਧ ਹਸਨ ਮੰਟੋ ਦੇ ਬਾਪੂ ਗੋਪੀਨਾਥ ਨਾਲ, ਉਹਦੇ ਪਾਤਰ ਨਾਲ ਮੈਨੂੰ ਜੈਲਸੀ ਹੋ ਗਈ। ਯਾਰ ਇੰਨੀ ਮੁਹੱਬਤ ਵਾਲਾ ਬੰਦਾ ਇਹ ਕਿੱਥੋਂ ਹੋ ਗਿਆ? ਮੈਂ ਉਹਦੇ ਨਾਲ ਵੀ ਜੈਲਸੀ ਕਰ ਸਕਦਾ। ਜਾਂ ਮੈਨੂੰ ਅਨੇਮਨ ਸਿੰਘ ਦੇ ਪਾਤਰਾਂ ਨਾਲ ਕਿਤੇ ਕਿਤੇ ਉਹ ਨੂਰੀ ਵਰਗੇ ਪਾਤਰ, ਉਹ ਜਿਹੜੇ ਮਰਦ ਦੀ ਦੇਹ 'ਚ ਫਸੀ ਹੋਈ ਔਰਤ ਦੀ ਤੜਪ ਹੈ। ਜਾਂ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਨਾਵਲ ਆਦਮ ਗ੍ਰਹਿਣ ਪੜ੍ਹ ਰਿਹਾ ਸੀ, ਸੇਮ ਉਸੇ ਪੈਟਰਨ ਦੇ ਵਿੱਚ। ਜਾਂ ਚਹਿਲ ਹੋਰਾਂ ਦਾ, ਹਰਕੀਰਤ ਕੌਰ ਚਹਿਲ ਹੋਰਾਂ ਦਾ ਉਹ ਪਾਤਰ ਨੇ ਮੈਨੂੰ ਬਹੁਤ ਜ਼ਿਆਦਾ, ਉਹਦੇ ਸਾਰੇ ਜਿਵੇਂ ਉਹਨਾਂ ਨੇ ਪਰਿਵਾਰਕ ਪਿਛੋਕੜ 'ਚ ਸੀਗਾ, ਜਾਂ ਅਰੁੰਧਤੀ ਰਾਏ ਨੇ ਜਿਵੇਂ ਉਸ ਤਰੀਕੇ ਦੇ ਕਰੈਕਟਰ ਘੜੇ ਨੇ। ਭਗਵੰਤ ਰਸੂਲਪੁਰੀ ਦੇ ਕਈ ਦਲਿਤ ਪਾਤਰ ਜਿਹੜੇ ਸੀਗੇ ਉਹ ਮੈਨੂੰ ਕਿਤੇ ਨਾ ਕਿਤੇ ਉਹ ਮੈਨੂੰ ਲੱਗਦਾ ਸੀ ਕਿ ਯਾਰ ਮੈਂ ਉਹਦੇ ਮਸੀਹ ਮੱਟੂ ਦੀ ਇਹ ਪਾਤਰ ਨੂੰ ਮੈਂ ਕਿਉਂ ਨਹੀਂ ਪੜ੍ਹ ਸਕਿਆ? ਮੈਂ ਵੀ ਉਹਨਾਂ ਬੇੜਿਆਂ ਦੇ ਵਿੱਚੋਂ ਆ, ਮੈਨੂੰ ਉਨੀ ਸ਼ਿੱਦਤ ਦੇ ਨਾਲ ਪੜ੍ਹਨਾ ਚਾਹੀਦਾ ਸੀ। ਕੁਛ ਇਸ ਤਰੀਕੇ ਦੇ ਜਿਹੜੇ ਈਵਨ ਸਾਵਲ ਧਾਮੀ ਹੋਰਾਂ ਦੇ ਕਰੈਕਟਰਸ ਨੂੰ ਮੈਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਰੈਕਟਰ ਬਿਲਡ ਕਰਦੇ ਨੇ, ਉਹਨਾਂ ਨੇ ਬੜੀ ਵਧੀਆ ਗੱਲ ਦੱਸੀ। ਉਹਨਾਂ ਦੀ ਗੱਲ ਦੇ ਵਿੱਚੋਂ ਇੱਕ ਗੱਲ ਮੈਂ ਨਿਬੇੜ ਦਿੰਦਾ, ਬਾਕੀ ਪਾਤਰਾਂ ਦੀ ਫੇਰ ਗੱਲ ਕਰ ਲਾਂਗੇ। ਮੈਨੂੰ ਲੱਗਦਾ ਟਾਈਮ ਮੈਂ ਜ਼ਿਆਦਾ ਨਾ ਲਵਾਂ। ਤਾਂ ਜਿਹੜੀ ਉਹ ਗੱਲ ਕਰ ਰਹੇ ਸੀਗੇ ਨਾ ਕਿ ਇੱਕ ਨਹੀਂ ਹੁੰਦਾ ਹੈ ਪਾਤਰ, ਜਿਹੜੀ ਮੈਂ ਕੁੜੀ ਦੀ ਗੱਲ ਕੀਤੀ ਸੀ, ਮੇਰੀ ਇੱਕ ਕਹਾਣੀ ਸੀ ਜਿਹਦੇ ਵਾਲ ਕਿਹਾ ਨਹੀਂ ਮੰਨਦੇ। ਹਾਲਾਂਕਿ ਮੇਰੇ ਵਰਗੇ ਗੰਜੇ ਬੰਦੇ ਦੇ ਵਾਲਾਂ ਦੀ ਗੱਲ ਕਰਨੀ ਵੈਸੇ ਹੀ ਹੈ ਨਾ ਕੰਗੀ ਮੰਗਣ ਵਾਂਗ ਆ, ਕਰਨੀ ਨਹੀਂ ਚਾਹੀਦੀ, ਪਰ ਉਹ ਬੀਬੀ ਸੀ ਜਿਹਦੇ ਵਾਲ ਕਿਹਾ ਨਹੀਂ ਸੀ ਮੰਨਦੇ। ਉਹ ਮੇਰੀ ਦੋਸਤ ਸੀ, ਉਹ ਵਾਰ ਉਹਦੇ ਕਹਿਣੇ ਚੋਂ ਬਾਹਰ ਹੋ ਜਾਇਆ ਕਰਨ। ਤੇ ਮੈਂ ਕਹਾਣੀ ਲਿਖੀ, ਉਹ ਆਂਦੀ ਹੈ ਮੇਰੇ ਤੇ ਕਹਾਣੀ ਹੈ। ਮੈਂ ਕਿਹਾ ਨਹੀਂ ਯਾਰ, ਇਹ ਤਾਂ ਉਸ ਝਿੜੀ ਵਿਚਲੇ ਕਾਂ ਤੇ ਕਹਾਣੀ ਹੈ, ਜਿਹੜਾ ਜਦੋਂ ਕਿਤੇ ਆਉਂਦਾ ਆ, ਜਿਹਨੂੰ ਮੈਂ ਸੁਣਦਾ ਆ, ਮੈਨੂੰ ਇਹ ਪਤਾ ਲੱਗ ਜਾਂਦਾ ਅੱਜ ਕਿਸੇ ਨਾਲ ਮੁਹੱਬਤ ਦੇ ਮੂਡ 'ਚ ਆਇਆ ਜਾਂ ਅੱਜ ਕਿਸੇ ਨਾਲ ਲੜ ਕੇ ਆਇਆ ਆ। ਉਹਦੀ ਕਾਂ ਤੋਂ ਮੈਂ ਅੰਦਾਜ਼ਾ ਲਾ ਲੈਂਦਾ। ਮੈਂ ਤਾਂ ਕਾਂ ਤੇ ਕਹਾਣੀ ਲਿਖੀ ਆ, ਤੂੰ ਤਾਂ ਐਵੇਂ ਬਹਾਨਾ ਬਣ ਗਈ। ਤਾਂ ਮੈਨੂੰ ਲੱਗਦਾ ਮੈਂ ਬਹੁਤੀਆਂ ਗੱਲਾਂ ਨਾ ਕਰਦੇ। ਹਾਂਜੀ ਬਲਦੇਵ ਜੀ, ਤੁਸੀਂ ਦੱਸੋ ਕਿਹੜੇ ਪਾਤਰ ਅਪੀਲ ਕਰਦੇ ਨੇ, ਕੋਈ ਹੋਰ ਪਾਤਰ ਕਿਸੇ ਦੇ? ਦੇਖੋ, ਜੇ ਤਾਂ ਕਾਲੀ ਵਾਂਗੂ ਲੰਮੀ ਲਿਸਟ ਲੈ ਜਾਂਦਾ ਫਿਰ ਤਾਂ ਬਹੁਤ ਲੰਮਾ ਕੰਮ ਹੋ ਜਾਊਗਾ, ਕਿਉਂਕਿ ਲਿਖਣ ਨਾਲੋਂ ਸਾਨੂੰ ਪੜ੍ਹਨਾ ਬਹੁਤ ਜ਼ਿਆਦਾ ਪੈਂਦਾ ਹੈ। ਔਰ ਹਰ ਲੇਖਕ ਹੀ ਸਮਝਦਾ ਵੀ ਮੇਰਾ ਪਾਤਰ ਅਮਰ ਹੈ। ਜਿਹੜੇ ਮੈਂ ਸਿਰ 'ਚ ਤੇ ਉਹ ਪਾਤਰ ਸਾਰੇ ਆ, ਹੁਣ ਕਿਹਦਾ ਨਾਂ ਲਈਏ, ਫਿਰ ਉਹ ਨਾਰਾਜ਼ਗੀ ਵਾਲੀ ਗੱਲ ਤਾਂ ਹੋ ਜਾਂਦੀ ਹੈਗੀ ਹੈ। ਚਲੋ ਫਿਰ ਵੀ ਕੁਝ ਪਾਤਰ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਨੇ। ਪਰ ਪਿੱਛੇ ਜੇ ਇਸ ਤਰ੍ਹਾਂ ਹੈ ਵੀ ਕਈ ਪਾਤਰ ਜਿਹੜੇ ਆ ਤੁਹਾਡੇ ਮਨ ਦੇ ਵਿੱਚ ਨਾ ਇਸ ਤਰ੍ਹਾਂ ਉਹ ਬੈਠ ਜਾਂਦੇ ਵੀ ਤੁਹਾਡੇ ਅੰਦਰੋਂ ਨਿਕਲਦੇ ਨਹੀਂ ਉਹ। ਹੁਣ ਇੱਕ ਤਾਂ ਮੈਨੂੰ ਇਹੋ ਜਿਹੇ ਮੌਕੇ ਬਹੁਤ ਘੱਟ ਮਿਲੇ ਨੇ ਮੇਰੇ ਆਪਣੇ ਕਿੱਤੇ ਨਾਲ ਵੀ, ਮੈਂ ਪਹਿਲਾਂ ਪੜ੍ਹ ਨਹੀਂ ਸਕਿਆ। ਔਰ ਜਿਵੇਂ ਕਿਤੇ ਬਹੁਤ ਪਛੜ ਗਿਆ ਹੋਵਾਂ ਤੇ ਫਿਰ ਮੈਂ ਰਸ਼ੀਅਨ ਸਾਹਿਤ ਤੇ ਦੂਜਾ ਜਿਹੜਾ ਅਨੁਵਾਦ ਸਾਹਿਤ ਹੋ ਕੇ ਆਇਆ ਮੇਰੇ ਕੋਲੇ, ਉਹ ਜਾਣੀ ਫਿਰ ਜਿੰਨੀ ਬੈਕਲਾਗ ਸੀ ਸਾਰੀ ਮੈਨੂੰ ਕੱਢਣੀ ਪਈ। ਕੁਝ ਪਾਤਰ ਉਦੋਂ ਮੇਰੇ ਮਨਾਂ ਵਿੱਚ ਫਸੇ ਹੋਏ ਸੀਗੇ, ਜਿਵੇਂ ਦੋਸਤੋਵਸਕੀ ਦਾ ਬੁੱਧੂ ਨਾਵਲ ਦੇ ਪਾਤਰ ਹੈ ਜਿਹੜਾ, ਉਹ ਮੇਰੇ ਅਜੇ ਵੀ ਮੈਨੂੰ ਭੁੱਲਦਾ ਨਹੀਂ। ਉਹ ਤਿੰਨ ਭਾਗਾਂ 'ਚ ਆ ਉਹਦੇ ਨਾਵਲ। ਪਿੱਛੇ ਜੇ ਮੈਂ ਪੜ੍ਹ ਕੇ ਹਟਿਆ ਜ਼ੋਰਬਾਦਾ ਗ੍ਰੀਕ, ਦਾਨਜ਼ਾਕਸ ਦਾ ਨਾਵਲ ਹੈ।
ਉਹ ਜ਼ੋਰਬਾ ਜਿਹੜਾ ਪਾਤਰ ਹੈ ਉਹ ਇੰਨਾ ਜ਼ਿੰਦਾ ਦਿਲ ਪਾਤਰ ਹੈ, ਕਿਸੇ ਵੀ ਸੰਕਟ ਵਿੱਚੋਂ ਘਬਰਾਉਂਦਾ ਨਹੀਂ, ਕਿਸੇ ਕੋਈ ਵੀ ਕਿੱਡੀ ਵੀ ਘਟਨਾ ਉਹਦੇ ਨਾਲ ਭੈੜੀ ਵਾਪਰ ਗਈ ਉਹਦੇ ਵਿੱਚੋਂ ਵੀ ਉਹ ਪੋਜ਼ਿਟਿਵ ਸ਼ਬਦ ਪਹਿਲਾਂ ਮੈਂ ਕਿ ਵਰਤੇ ਸੀ, ਅਸੀਂ ਗੈਰ ਰਸਮੀ ਗੱਲਾਂ ਕਰਦੇ ਸੀਗੇ ਵੀ ਜਿਹੜੀ ਉਹਨੇ ਹਰ ਨੈਗੇਟਿਵ ਚ ਵੀ ਪੋਜ਼ਿਟਿਵ ਲੱਭਣਾ ਉਹਨੇ ਆਪਣਾ ਆਪ ਵਿੱਚ। ਸਾਡੇ ਪੰਜਾਬੀ ਸਾਹਿਤ ਵਿੱਚ ਉਹੋ ਜਿਹੇ ਪਾਤਰ ਸਾਡੇ ਕੋਲੇ ਬਹੁਤ ਘੱਟ ਨੇ ਜਿਹੜੇ ਤੁਹਾਨੂੰ ਉਦਾਸ ਬੰਦੇ ਨੂੰ, ਇੱਕਦਮ ਨਿਰਾਸ਼ ਪਏ ਬੰਦੇ ਨੂੰ, ਤੁਹਾਡੇ ਮੰਜੇ ਤੇ ਡਿੱਗੇ ਪਏ ਬੰਦੇ ਨੂੰ ਖੜਾ ਕਰ ਦੇਣ, ਨਹੀਂ ਕੁਝ ਨਹੀਂ ਹੋਇਆ ਤੁਸੀਂ ਉੱਠੋ। ਤੋ ਇਹੋ ਜਿਹੇ ਪਾਤਰ ਜਿਹੜੇ ਤੁਹਾਡੇ ਆ, ਜਿਹੜੇ ਮੇਰੇ ਮਨ ਦੇ ਵਿੱਚ ਹੈਗੇ ਵੀ ਕਦੇ ਅਸੀਂ ਕਾਸ਼ ਵੀ ਅਸੀਂ ਇਹੋ ਜਿਹੇ ਪਾਤਰ ਸਿਰਜ ਸਕਾਂਗੇ, ਜਾਂ ਸਾਡੇ ਅਜੇ ਕਿਸੇ ਪੰਜਾਬੀ ਲੇਖਕ ਨੇ ਇਹੋ ਜਿਹੇ ਪਾਤਰ ਸਿਰਜੇ ਨੇ, ਇਹੋ ਜਿਹੀ ਸਾਨੂੰ ਬਹੁਤ ਉਮੀਦ ਆ। ਮੇਰੇ ਮਨ 'ਚ ਵੀ ਲਾਲਸਾ ਰਹਿੰਦੀ ਹੈ ਕਿ ਕਦੇ ਖਜ਼ਾਨ ਸ਼ਖਸ ਦੇ ਉਹ ਜ਼ੋਰਬਾ ਵਰਗੇ ਪਾਤਰ ਮੈਂ ਕਿਤੇ ਕੋਈ ਨਾ ਕੋਈ ਇਹੋ ਜਿਹਾ ਪਾਤਰ ਸਿਰਜ ਸਕਾਂ, ਤੇ ਮੈਂ ਸਮਝੂੰਗਾ ਵੀ ਅਜੇ ਬਹੁਤ ਕੁਝ ਕਰਨ ਵਾਲਾ ਹੈ, ਬਹੁਤ ਕੁਝ ਚੰਗਾ ਲਿਖਣ ਵਾਲਾ ਹੈ, ਬਹੁਤ ਚੰਗੇ ਪਾਤਰ ਲੱਭਣ ਵਾਲੇ ਨੇ। ਹਰ ਲੇਖਕ ਦੇ ਪਾਤਰ, ਹਰ ਨਾਵਲ ਦੇ ਵਿੱਚ ਕੋਈ ਨਾ ਕੋਈ ਪਾਤਰ ਅਜਿਹਾ ਹੁੰਦਾ ਜਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਹੁਣ ਇਸ ਤਰ੍ਹਾਂ ਬਹੁਤ ਇੱਕ ਲੰਮੀ ਲਿਸਟ ਹੋ ਜਾਂਦੀ ਹੈ ਜਿਹਦੇ 'ਚ ਆਪਾਂ ਉਸ ਤਰ੍ਹਾਂ ਦੇ ਸਾਰਾ ਜ਼ਿਕਰ ਨਹੀਂ ਕਰ ਸਕਦੇ। ਹਾਂਜੀ ਧਾਮੀ ਸਾਹਿਬ, ਤੁਹਾਨੂੰ ਕਿਹੜੇ ਪਾਤਰਾਂ ਨੇ ਅਪੀਲ ਕੀਤੀ? ਮੈਨੂੰ ਤੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਯਾਦ ਆ ਗਈ। ਕਮਾਲ ਦੀ ਕਹਾਣੀ। ਮੈਨੂੰ ਲੱਗਿਆ ਜੇ ਪੰਜਾਬੀ ਦੇ ਵਿੱਚ ਕਦੀ ਕੋਈ ਵਿਚਾਰ ਚਰਚਾ ਹੋਊਗਾ, ਵਧੀਆ ਪਾਤਰਾਂ ਬਾਰੇ ਗੱਲ ਹੋਊਗੀ, ਤੇ ਆਤੂ ਖੋਜੀ ਨੂੰ ਅਸੀਂ ਭੁਲਾ ਨਹੀਂ ਸਕਾਂਗੇ। ਪਾਤਰ ਬੜੇ ਨੇ, ਤੇ ਮੈਨੂੰ ਐ ਲੱਗਦਾ ਕਿ ਜਿਹੜੀ ਗੱਲ ਫਿਰ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਜਗਸੀਰ, ਪਰਸਾ, ਮਤਲਬ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਹਰੇਕ ਲੇਖਕ ਦੀ, ਜਾਂ ਕਹਿ ਲਓ ਹਰੇਕ ਇਨਸਾਨ ਦੀ ਇੱਕ ਸੀਮਾ ਹੁੰਦੀ, ਉਹ ਕਿੰਨਾ ਪੜ੍ਹਦਾ। ਜੇ ਮੈਂ ਬਹੁਤ ਜ਼ਿਆਦਾ ਪੜ੍ਹਦਾ ਹੋਵਾਂ, ਮੈਨੂੰ ਜ਼ਿਆਦਾ ਵਿਸ਼ਾਲ ਵਧੀਆ ਹੋਰ ਪਾਤਰ ਮਿਲਣ, ਜਿਵੇਂ ਬਲਦੇਵ ਸਿੰਘ ਹੁਣੀ ਗੱਲ ਕੀਤੀ ਹੈ, ਮੇਰੀ ਇੰਨੀ ਕੁ ਸੀਮਾ ਆ ਕਿ ਮੈਨੂੰ ਐ ਲੱਗਦਾ ਕਿ ਆਤੂ ਖੋਜੀ ਸਾਡਾ ਬਹੁਤ ਗ੍ਰੇਟ ਪਾਤਰ ਆ ਜਿਹੜਾ ਪੰਜਾਬੀ ਕਹਾਣੀ। ਤੁਸੀਂ ਥੋੜਾ ਜਿਹਾ ਉਹਨਾਂ ਜਿਉਂਦੇ ਜਾਗਦੇ ਪਾਤਰਾਂ ਬਾਰੇ ਵੀ ਗੱਲ ਕਰੋ ਜਿਨ੍ਹਾਂ ਤੇ ਤੁਸੀਂ ਅੱਜ ਕੱਲ੍ਹ ਪ੍ਰੋਜੈਕਟ ਕਰ ਰਹੇ ਹੋ, 47 ਵਾਲੇ ਪਾਤਰ। ਬਿਲਕੁਲ ਬਿਲਕੁਲ ਦੀਪ ਜੀ, ਗੱਲ ਇਸ ਤਰ੍ਹਾਂ ਆ ਕਿ ਮੈਂ ਇਹ ਗੱਲ ਸੋਚ ਕੇ ਤੁਰਦਾ ਹੁੰਦਾ ਕਿ 47 ਦਾ ਜਿਹੜਾ ਵਿਸ਼ਾ ਹੈ ਨਾ ਜੀ, ਇੱਕ ਲਹੂ ਦਾ ਦਰਿਆ ਆ, ਤੇ ਮੈਂ ਉਹਦੇ ਤੋਂ ਫੁੱਲ ਚੁਗ ਰਿਹਾ। ਮੈਂ ਕੰਮ ਕੀ ਕਰ ਰਿਹਾ, ਤੁਸੀਂ ਇਹ ਗੱਲ ਜਾਣ ਗਏ ਹੋਵੋਗੇ ਮੇਰੀਆਂ ਕਹਾਣੀਆਂ ਪੜ੍ਹ ਕੇ, ਕਿ ਮੈਂ ਉਸ ਦਰਦ ਚੋਂ, ਉਸ ਲਹੂ ਦੇ ਦਰਿਆ ਦੇ ਵਿੱਚੋਂ ਕੁਝ ਮੁਹੱਬਤ ਦੀ ਇੱਕ ਟੀਸ ਜਿਹੜੀ ਲੱਭ ਲੈਣਾ। ਮੇਰੀ ਅਪਰੋਚ ਇਹ ਆ, ਇਹਨੂੰ ਤੁਸੀਂ ਮੁਕਤ ਮਾਨਵਵਾਦੀ ਅਪਰੋਚ ਕਹਿ ਸਕਦੇ ਹੋ, ਜਿਹੜਾ ਮਰਜ਼ੀ ਨਾਂ ਦੇ ਸਕਦੇ ਹੋ। ਮੈਂ ਕੋਸ਼ਿਸ਼ ਇਹ ਕਰਦਾ ਹੁੰਦਾ, ਜਦੋਂ ਮੈਂ ਪਾਤਰਾਂ ਨੂੰ ਮਿਲਿਆ ਤੇ ਮੈਂ ਤਕਰੀਬਨ 700-800 ਬਜ਼ੁਰਗਾਂ ਨੂੰ ਆ ਜਿਨ੍ਹਾਂ ਨੇ 47 ਆਪਣੇ ਪਿੰਡੇ ਹੰਡਾਇਆ, ਔਰ ਜਿਹੜੇ ਉੱਜੜ ਕੇ ਆਏ ਜਾਂ ਜਿਨ੍ਹਾਂ ਨੇ ਉੱਜੜਦੇ ਲੋਕ ਵੇਖੇ, ਉਹਨਾਂ ਦੇ ਵਿੱਚ ਜਿਹੜੀਆਂ ਮੈਂ ਕਹਾਣੀਆਂ ਚੁਣਦਾ, ਮੈਂ ਉਹਦੇ ਵਿੱਚੋਂ ਵੀ ਜਿਹੜੀ ਮੇਰੀ ਇੱਕ ਕਹਾਣੀ ਕਲਾ ਆ, ਇੱਕ ਕਹਾਣੀਕਾਰ ਆ ਮੇਰਾ, ਮੈਂ ਉਹਨੂੰ ਆਪਣੇ ਨੂੰ ਬਰਕਰਾਰ ਰੱਖਦਾ। ਮੈਂ ਕਹਿੰਦਾ ਹੁੰਦਾ ਕਿ ਇਹ ਮੰਨ ਕੇ ਚੱਲੋ ਕਿ 80% ਚੌਕਟਾ ਉਹ ਆ ਰਿਐਲਿਟੀ ਦਾ, 20% 15 ਤੋਂ 20% ਮੈਂ ਉਸ ਨੂੰ ਇੱਕ ਫਿਕਸ਼ਨ ਦਾ ਰੂਪ ਦਿੰਦਾ, ਡੰਗ ਮਾਰਨ ਲਈ। ਡੰਗ ਕਿਹਨਾਂ ਦੇ ਮਾਰਨ ਲਈ? ਕਿ ਇਹਨਾਂ ਲੋਕਾਂ ਨੂੰ ਸੁਚੇਤ ਕਰਨ ਲਈ ਕਿ ਬਹੁਤੇ ਸੰਪਰਦਾਇਕ ਆਪਣੇ ਖੋਲ ਵਿੱਚ ਕੈਦ ਹੋਣ ਦਾ ਮਤਲਬ ਇਹ ਹੁੰਦਾ ਕਿ ਕਈ ਵਾਰੀ ਅਸੀਂ ਆਪਣਾ ਕਲਚਰ, ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਹੰਝੂ ਦੇ ਜਾਂਦੇ ਹਾਂ ਹਮੇਸ਼ਾ ਲਈ, ਜਿਵੇਂ 47 ਹਾਲੇ ਤੱਕ ਵਾਪਰ ਰਿਹਾ। ਸੋ ਉਹ ਜਿਹੜੇ ਪਾਤਰ ਮੈਨੂੰ ਮਿਲਦੇ ਆ, ਰੋਂਦੇ ਆ, ਤੜਫਦੇ ਆ, ਠੀਕ ਹੈ ਜੀ, ਮੈਂ ਉਹਨਾਂ ਦੇ ਵਿੱਚੋਂ ਕਹਾਣੀਆਂ ਲੱਭਦਾ। ਹਾਂ, ਜਿਹੜੀ ਗੱਲ ਕਾਲੀ ਸਾਹਿਬ ਨੇ ਕਹੀ ਸੀ, ਮੈਂ ਪਤਾ ਨਹੀਂ ਕਿੰਨੀ ਵਾਰੀ ਰੋਨਾ, ਮੈਂ ਖੁਦ ਕਿੰਨੀ ਵਾਰ ਰੋਨਾ। ਇਹ ਕਹਾਣੀ ਲਿਖਦੇ ਵਕਤ ਵੀ ਰੋਨਾ, ਕਹਾਣੀ ਸੁਣਦੇ ਵਕਤ ਵੀ ਰੋਨਾ, ਕਹਾਣੀ ਦੇ ਉਹਦੇ ਬਾਰੇ ਸੋਚਦੇ ਵਕਤ ਵੀ ਰੋਨਾ। ਸੋ ਮੇਰਾ ਇੱਕ ਇਸ ਤਰ੍ਹਾਂ ਦਾ ਤਜਰਬਾ ਆ, ਇਹ ਹੰਝੂਆਂ ਤੋਂ ਹੰਝੂਆਂ ਦਾ ਸਫ਼ਰ ਆ। ਲੇਕਿਨ ਜੋ ਇਹਦੇ ਚੋਂ ਪੈਦਾ ਹੋ ਰਿਹਾ ਜੀ, ਉਹ ਇੱਕ ਸਦੀਵੀ ਮੁਹੱਬਤ ਆ, ਕਿ ਮੁਹੱਬਤ ਬੰਦੇ ਦੀ ਲੋੜ ਆ, ਸਮਾਜ ਦੀ ਲੋੜ ਆ, ਜਿਹਨੂੰ ਆਪਾਂ ਭਾਈਚਾਰਾ ਕਹਿੰਦੇ ਆ। ਸਭ ਨਾਲ ਪਿਆਰ ਜਿਹੜਾ ਆ ਉਹ ਸਰਬ ਵਿਆਪਕ ਆ, ਸਰਬਕਾਲਿਕ ਆ, ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਜਿਹੜੀ ਨਫ਼ਰਤ ਆ, ਇਹਨੂੰ ਸਾਨੂੰ ਇਹਦਾ ਮੁਕਾਬਲਾ ਕਰਨਾ ਪੈਣਾ, ਔਰ ਉਹ ਮੁਕਾਬਲਾ ਮੈਂ ਕਰ ਰਿਹਾ 47 ਦੀਆਂ ਕਹਾਣੀਆਂ ਲਿਖ ਕੇ, ਜਿਹੜੀਆਂ ਕਿ ਪੰਜਾਬੀ ਟ੍ਰਿਬਿਊਨ ਦੇ ਵਿੱਚ ਹਰੇਕ ਸ਼ਨੀਵਾਰ ਛਪਦੀਆਂ, ਜਾਂ ਜਿਹੜਾ ਮੇਰਾ 47 ਨਾਮਾ ਚੈਨਲ ਹੈ YouTube ਤੇ, ਜੇ ਉੱਥੇ ਮੈਂ ਅਪਲੋਡ ਜਿਹੜੀਆਂ ਕਰਦਾ ਜੀ। ਹੁਣ ਅਸੀਂ ਬੇਨਤੀ ਕਰਾਂਗੇ ਸਾਡੇ ਦਰਸ਼ਕਾਂ ਦੇ ਵਿੱਚੋਂ ਜੇ ਕੋਈ ਸਵਾਲ ਸਾਡੇ ਇਹਨਾਂ 3 ਕਹਾਣੀਕਾਰ ਤੇ ਨਾਵਲਕਾਰਾਂ ਨੂੰ ਕਰਨਾ ਚਾਹੁੰਦੇ ਨੇ, ਕੋਈ ਵੀ ਦਰਸ਼ਕ ਜੇ ਕੋਈ ਸਵਾਲ ਕਰਨਾ ਚਾਹੁੰਦਾ, ਪਲੀਜ਼, ਸਾਡੇ ਕੋਲੇ 2-4 ਮਿੰਟ ਦਾ ਵਕਤ ਹੈਗਾ ਜੀ ਦੋਸਤੋ। ਜੀ ਹਾਂਜੀ, ਮੱਖਣ ਸਿੰਘ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਹਿਬ। ਸਤਿ ਸ੍ਰੀ ਅਕਾਲ ਜੀ, ਬੋਲੋ। ਹਾਂਜੀ, ਮੇਰਾ ਸਵਾਲ ਧਾਮੀ ਸਾਹਿਬ ਨੂੰ ਹੈ ਜੀ। ਜੀ ਹਾਂਜੀ, ਜਿਵੇਂ ਇਹਨਾਂ ਨੇ ਕਿਹਾ ਵੀ ਹੰਝੂਆਂ ਤੋਂ ਹੰਝੂਆਂ ਤੱਕ ਦਾ ਸਫ਼ਰ 1947 ਦਾ, ਤਾਂ ਉਸ ਸੰਬੰਧੀ ਮੇਰਾ ਵੀ ਨਾਵਲ, ਇੱਕ ਪਲੇਠਾ ਮੇਰਾ ਨਾਵਲ ਆਇਆ ਜੀ, ਖੂਨ ਦੇ ਹੰਝੂ, ਤੇ ਉਹ ਵੀ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰੂੰਗਾ ਜ਼ਰੂਰ ਕਦੇ ਉੱਤੇ ਝਾਤ ਮਾਰਨਾ। ਤੇ ਨਾਲ ਇਹ ਹੈ ਵੀ ਇਹ ਦਰਦ ਜੋ ਮਤਲਬ ਬਜ਼ੁਰਗਾਂ ਨੇ ਹੰਢਾਇਆ ਹੈਗਾ, ਉਹ ਕਿਤੇ ਨਾ ਕਿਤੇ ਚੀਜ਼ ਸਾਡੇ ਆਪਣੇ ਮਨਾਂ ਦੇ ਅੰਦਰ ਵੀ ਪਈ ਹੈ। ਇੱਕ ਤਾਂ ਸਾਡੇ ਨਾਲ ਇੰਨਾ ਲਗਾ ਕਿਉਂ ਹੈਗਾ ਕਿ ਉਹ ਸਾਡੇ ਆਪਣੇ ਬਜ਼ੁਰਗ ਸੀ, ਜਾਂ ਮਤਲਬ ਇਹ ਕਿਵੇਂ ਦਿਲ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੁੰਦੀਆਂ? ਜੀ ਧਾਮੀ ਸਾਹਿਬ। ਜੀ ਐਕਚੁਅਲੀ ਗੱਲ ਇਸ ਤਰ੍ਹਾਂ ਦੀ ਆ ਜੀ ਕਿ ਆਪਣੇ ਬਗਾਨੇ ਦਾ ਉਹ ਸਫ਼ਰ ਮੁੱਕ ਜਾਂਦਾ, ਸੋਚ ਮੁੱਕ ਜਾਂਦੀ ਆ ਜਦੋਂ ਤੁਸੀਂ ਮਹਿਸੂਸ ਕਰਦੇ ਆ ਕਿ ਉਹ ਇਨਸਾਨ ਸੀਗੇ, ਉਹਨਾਂ ਨੂੰ ਘਰ ਛੱਡਣੇ ਪਏ, ਚਾਹੇ ਉਹ ਦਿਸ਼ਾ ਉਹਨਾਂ ਦੀ ਕੋਈ ਵੀ ਹੋਵੇ, ਚਾਹੇ ਉਹ ਲਹਿੰਦੇ ਹੋ ਚੜ੍ਹਦੇ ਗਏ, ਚੜ੍ਹਦੇ ਹੋ ਲਹਿੰਦੇ ਗਏ, ਇਹ ਨਾਲ ਕੋਈ ਮਕਸਦ ਨਹੀਂ। ਜੇ ਉਹ ਰਾਈਟਰ ਆ, ਰਾਈਟਰ ਕਦੀ ਵੀ ਇਹ ਨਹੀਂ ਸੋਚਦਾ ਕਿ ਉਹਦਾ ਧਰਮ ਕੀ ਆ, ਜਾਤ ਕੀ ਆ, ਉਹਦੀ ਦਿਸ਼ਾ ਕੀ ਸੀ ਹਿਜਰਤ ਦੀ, ਉਹ ਤਾਂ ਉਸ ਦੁੱਖ ਨੂੰ ਦੇਖਦਾ। ਜਿਹੜੇ ਵੀ ਬੰਦੇ ਮੱਕੜ ਸਿੰਘ ਜੀ ਜਿਨ੍ਹਾਂ ਦੇ ਅੰਦਰ ਵੀ ਇੱਕ ਦਿਲ ਧੜਕਦਾ ਇਨਸਾਨ ਵਾਲਾ, ਬਸ ਉਹਨਾਂ ਨੇ ਉਹ ਦਰਦ ਮਹਿਸੂਸ ਕਰਨਾ। ਇਹ ਤਾਂ ਚਲੋ ਸਾਡਾ ਪੰਜਾਬ ਸੀ ਆਪਣਾ, ਵੰਡਿਆ ਗਿਆ, ਸਾਡੇ ਪੰਜਾਬ ਦੇ ਵਿੱਚ 10 ਲੱਖ ਲੋਕ ਜਿਵੇਂ ਇਹਨਾਂ ਦੇ ਅੰਕੜੇ ਆ ਮਾਰੇ ਗਏ। ਮੈਂ ਤਾਂ ਕਹਿੰਦਾ ਵੀ ਜਿਹਦੇ ਅੰਦਰ ਦਰਦ ਆ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਨਾਲ ਧੱਕਾ ਹੋਵੇ, ਕੋਈ ਰੋਵੇ, ਕੋਈ ਤੜਫੇ, ਅਸੀਂ ਉਹਦੇ ਨਾਲ ਰੋਣਾ ਹੁੰਦਾ। ਇਹੀ ਸੰਵੇਦਨਸ਼ੀਲ ਬੰਦਿਆਂ ਦੀ ਨਿਸ਼ਾਨੀ ਹੁੰਦੀ ਆ, ਇੱਥੋਂ ਹੀ ਤਾਂ ਰਾਈਟਰ ਪੈਦਾ ਹੁੰਦਾ ਜੀ। ਹੋਰ ਕੋਈ ਸਵਾਲ ਜੇ ਕੋਈ ਦੋਸਤ ਕਰਨਾ ਚਾਹੁੰਦਾ? ਮੈਂ ਗੁਰਦੇਵ ਸਿੰਘ ਬੋਲ ਰਿਹਾ ਅੰਬਾਲੇ ਤੋਂ। ਜੀ ਬੋਲੋ ਜੀ। ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲੀਆਂ, ਜੇ ਧਾਮੀ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਕੀਤੀ ਸੀਗੀ ਜੀ। ਅਸਲ ਵਿੱਚ ਮੈਂ 2-3 ਗੱਲਾਂ ਮੇਰੇ ਦਿਮਾਗ ਦੇ ਵਿੱਚ ਆਈਆਂ ਨੇ ਕਿ ਸਾਡੇ ਕੋਲ ਪਾਤਰ ਬਹੁਤ ਨੇ ਜਿਹੜੇ ਜਿਉਂਦੇ ਪਾਤਰ ਨੇ, ਸਾਡੇ ਸੱਭਿਆਚਾਰ ਚੋਂ ਨੇ, ਸਾਡੇ ਸਮਾਜਿਕ ਜੀਵਨ ਦੇ ਵਿੱਚੋਂ ਨੇ। ਤੇ ਮੈਂ ਇੱਕ ਪਾਤਰ ਦਾ ਜ਼ਿਕਰ ਕਰਾਂਗਾ ਵੀ ਜਿਹਦੇ ਤੇ ਉਹ ਵਾਰਸ ਫਿਲਮ ਵੀ ਬਣੀ, ਤੇ ਸਾਡਾ ਪੱਤਰਕਾਰ ਸਾਥੀ ਸੀਗਾ ਤੇ ਉਹਨੇ ਪੁਆਧੀ ਦੇ ਵਿੱਚ ਨਾਵਲ ਲਿਖਿਆ ਕਾਰੇ ਹੱਥੀ। ਉਹ ਜਿਹੜਾ ਕਾਰੇ ਹੱਥੀ ਵਾਲਾ ਕਰੈਕਟਰ ਹੈ ਉਹ ਪੰਜਾਬੀ ਦਾ ਇੱਕ ਬਹੁਤ ਜ਼ਬਰਦਸਤ ਪਾਤਰ ਉਹਨਾਂ ਨੇ ਸਿਰਜਿਆ ਹੈ। ਤੇ ਇਸੇ ਤਰੀਕੇ ਨਾਲ ਪਰਸਾ ਦਾ ਨਾਵਲ ਹੈ, ਪਰਸੇ ਨਾਵਲ ਦੇ ਵਿੱਚ ਜਿਹੜਾ ਪਰਸੇ ਵਾਲਾ ਪਾਤਰ ਹੈ ਉਹ ਵੀ ਸਾਡੇ ਮਾਲਵੇ ਖੇਤਰ ਦੇ ਵਿੱਚ ਬਹੁਤ ਵਧੀਆ ਪਾਤਰ ਉਭਰਿਆ ਹੈ। ਏਦਾਂ ਹੀ ਸਾਂਝੀ ਕੰਧ ਦੇ ਵਿੱਚ ਜਿਹੜਾ ਦੋ ਭਰਾਵਾਂ ਦੇ ਜਿਹੜੇ ਚਿੱਤਰ ਖਿੱਚੇ ਨੇ ਸੰਤੋਖ ਸਿੰਘ ਧੀਰ ਦੀ ਕਹਾਣੀ ਦੇ ਵਿੱਚ, ਤਾਂ ਸਾਡੇ ਪੰਜਾਬੀ ਸਮਾਜਿਕ ਜੀਵਨ ਦੇ ਵਿੱਚ ਇਹਨਾਂ ਪਾਤਰਾਂ ਦਾ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਬੜੇ ਸਸ਼ਕਤ ਪਾਤਰਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਤੇ ਕਰਨਾ ਬਣਦਾ ਹੈ ਜੀ। ਐਸਪੀ ਸਿੰਘ ਸਰ ਕੁਝ ਬੋਲ ਰਹੇ ਸੀ। ਐਸਪੀ ਸਿੰਘ ਜੀ। ਮੈਂ ਸਿਰਫ ਇੱਕ ਗੱਲ ਤਸਲੀਮ ਕਰਨਾ ਕਿ 47 ਦਾ ਦਰਦ ਬਹੁਤ ਵੱਡਾ ਦਰਦ ਸੀ ਜੀ। ਉਹ ਮੈਂ 47 ਤੋਂ ਪਹਿਲਾਂ ਜੰਮਿਆ ਹਾਂ, ਪਰ ਮਤਲਬ ਚਲੋ ਦਰਦ ਮੈਂ ਨਹੀਂ ਕੀਤਾ, ਬਹੁਤ ਕੀਤਾ। ਪਰ 84 ਦਾ ਦਰਦ ਜਿਹੜਾ ਹੈ ਉਹ ਜਿੰਦੇ ਜਾਂਦੇ ਪਾਤਰਾਂ ਦਾ ਦਰਦ। ਇਹ 47 ਦਾ ਦਰਦ ਆਇਆ ਨਹੀਂ, ਜਿਹੜਾ ਸੁਣਿਆ ਸੁਣਾਇਆ ਤੇ ਜਿਹਨੂੰ ਇਹ ਲੱਭਿਆ ਜਾ ਰਿਹਾ, ਤੇ ਜਿਹੜੇ ਜਿੰਦੇ ਪਾਤਰਾਂ ਦਾ 84 ਦਾ ਦਰਦ ਹੈ ਉਹ ਕਿੰਨਾ ਕੋਈ ਇਹਨਾਂ ਨੂੰ ਤੰਗ ਕਰਦਾ ਹੈ, ਤੇ ਉਹ ਵੀ ਕਿਤੇ ਕਲਮ ਦਾ ਰਸਤਾ ਬਣੇਗਾ ਜੀ। ਹਾਂਜੀ ਬਲਦੇਵ ਜੀ। ਜੀ ਨਹੀਂ, ਮੈਂ ਤੁਸੀਂ ਤਾਂ ਉਹਨਾਂ ਤੋਂ ਪੁੱਛ ਰਹੇ ਹੋ, ਮੈਨੂੰ ਪੁੱਛਿਆ ਸਵਾਲ? ਧਾਮੀ ਜੀ ਲਿਖ ਰਹੇ ਨਾ, ਧਾਮੀ ਜੀ। ਹਾਂ ਧਾਮੀ ਜੀ। ਜੀ ਮੈਂ ਦੇਖੋ ਬਿਲਕੁਲ ਜੀ ਐਸਪੀ ਸਿੰਘ ਜੀ, ਇਹ ਮੈਨੂੰ ਐਂ ਲੱਗਦਾ ਕਿ 84 ਦਾ ਦਰਦ ਵੀ ਕੋਈ ਛੋਟਾ ਦਰਦ ਨਹੀਂ। ਮੱਲਮ ਕਹਾਣੀ ਦੇ ਵਿੱਚ ਜੇ ਤੁਸੀਂ ਮੇਰੀ ਉਹ ਕਹਾਣੀ ਪੜ੍ਹਨ ਦੀ ਕਿਰਪਾਲਤਾ ਕਰੋ ਕਿਤੇ, ਤੇ ਮੈਨੂੰ ਐਂ ਲੱਗਦਾ ਵੀ ਉਹਦੇ ਵਿੱਚ ਮੈਂ ਜਿਹੜੇ ਮੇਰੇ ਪਾਤਰ ਆ ਉਹਨਾਂ ਦਾ ਜਿਹੜਾ ਸਫ਼ਰ ਆ ਉਹ ਮੈਂ 47 ਤੋਂ 84 ਤੱਕ ਲੈ ਕੇ ਗਿਆ, ਔਰ 84 ਦੇ ਦਰਦ ਨੂੰ 47 ਦੇ ਦਰਦ ਨਾਲ ਮੈਂ ਮੇਲ ਕੇ ਇੱਕ ਗਲਪ ਦੀ ਰਚਨਾ ਕੀਤੀ। ਦੂਜੀ ਗੱਲ ਰਿਕਾਰਡ ਕਰਨ ਦੀ ਆ ਕਿ ਮੈਂ ਦੇਖੋ ਜੀ ਜਿਹੜਾ 47 ਸੀਗਾ ਉਹਦੇ ਪਾਤਰ ਸਾਡੇ ਹੱਥ ਚੋਂ ਖਿੰਡ ਰਹੇ ਆ। ਮੈਨੂੰ ਇਹ ਲੱਗਦਾ ਵੀ ਪਹਿਲ ਦੇ ਪੱਧਰ ਤੇ ਪਹਿਲਾਂ ਆਪਾਂ 47 ਵਾਲਿਆਂ ਨੂੰ ਸਾਂਭ ਲਈਏ, ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ 84 ਵਾਲਾ ਮਿਲੇਗਾ ਤੇ ਆਪਾਂ ਉਹਨੂੰ ਇਗਨੋਰ ਕਰਾਂਗੇ ਜਦੋਂ ਉਹਦਾ ਦਰਦ ਜਿਹੜਾ ਉਹ ਘੱਟ ਹੋਊਗਾ, ਜਾਂ ਸਾਡੀ ਕੋਈ ਇਸ ਤਰ੍ਹਾਂ ਦੀ ਅਪਰੋਚ ਆ ਕਿ 84 ਵਾਲੇ ਜਿਹੜੇ ਆ ਉਹ ਜਿਹੜੇ ਕਤਲ ਹੋਏ ਆ ਆਪਾਂ ਉਹਨੂੰ ਕਹੀਏ ਕਿ ਉਹ ਵਾਜਬ ਆ। ਨਹੀਂ, ਅਸੀਂ ਉਹਨਾਂ ਉਹ ਬਿਲਕੁਲ ਇੱਕ ਮਨੁੱਖਤਾ ਦਾ ਕਹਾਣ ਸੀ। ਆਉਣ ਵਾਲੇ ਸਮੇਂ ਦੇ ਵਿੱਚ
ਹੋ ਸਕਦਾ ਕਿ ਆਪਾਂ ਇਸ ਤਰ੍ਹਾਂ ਦੀ ਵੀ ਕੋਈ ਅਪਰੋਚ ਬਣਾਈਏ, ਆਪਾਂ ਉਹਨਾਂ ਬੰਦਿਆਂ ਨੂੰ ਵੀ ਮਿਲੀਏ ਜਿਨ੍ਹਾਂ ਨੇ 84 ਹੰਡਾਇਆ, ਕਿਉਂਕਿ 84 ਜਿਨ੍ਹਾਂ ਨੇ 84 ਹੰਡਾਇਆ, ਇੱਕ ਤਾਂ ਉਹ ਹੋ ਸਕਦਾ ਕਿ ਉਹ ਦਿੱਲੀ ਦੇ ਵਿੱਚ ਥੋੜਾ ਜਿਹਾ ਸਾਡੇ ਤੋਂ ਦੂਰ ਹੋ ਜਾਂਦੇ ਆ ਉਹਨੂੰ ਅਪਰੋਚ ਕਰਨ 'ਚ, ਦਰਦ ਦੇ ਐਂਗਲ ਤੋਂ ਨਹੀਂ, ਜੇ ਆਪਾਂ ਕਹੀਏ ਪੀੜ ਦੇ ਐਂਗਲ ਤੋਂ ਨਹੀਂ, ਮੰਨ ਲਓ ਉਹ ਧਰਾਤਲ ਉਹਨਾਂ ਦਾ ਉਹ ਆ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਐਸਪੀ ਸਿੰਘ ਜੀ, ਤੇ ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ 47 ਨੂੰ ਇਗਨੋਰ ਕਰ ਦਈਏ 84 ਦੇ ਦ੍ਰਿਸ਼ਟੀਕੋਣ ਤੋਂ। ਠੀਕ ਹੈ ਜੀ, ਗਲਤੀ ਸਾਡੇ ਤੋਂ ਇਹੀ ਹੋਈ ਆ, ਜੇ ਅਸੀਂ 47 ਨੂੰ ਸਮਝ ਲੈਂਦੇ 84 ਨਹੀਂ ਸੀ ਹੋਣਾ। ਬਿਲकुल बिल्कुल, क्या बात है। और कोई सवाल, लास्ट सवाल जो कोई दोस्त करना चाहता था प्लीज जी। हाँ जी कुलदीप सर, सत श्री अकाल जी साਰਿਆਂ ਨੂੰ। ਸਤਿ ਸ਼੍ਰੀ ਅਕਾਲ। हाँ जी गुरतेज ਸਿੰਘ जी। ਗੁਰਤੇਜ ਬੋਲ ਰਿਹਾ ਸਰ। ਮੇਰਾ ਸਵਾਲ ਬਲਦੇਵ ਸਰ ਨੂੰ ਹੈਗਾ ਜੀ। ਤੇ ਇਤਿਹਾਸਕ ਜਿਹੜੇ ਪਾਤਰਾਂ ਨੂੰ ਲੈ ਕੇ, ਵੈਲ ਨੋਨ ਪਾਤਰ ਹੈਗੇ ਜਿਹੜੇ, ਉਹਨਾਂ ਨੂੰ ਲੈ ਕੇ ਨਾਵਲ ਲਿਖਣ ਦਾ ਮਤਲਬ ਕੋਈ ਮੁੱਖ ਮਕਸਦ ਤੁਸੀਂ ਸ਼ਾਰਟ ਦੇ ਵਿੱਚ ਦੱਸ ਸਕੋ ਤਾਂ ਇੱਕ ਕੁਐਸਚਨ ਤਾਂ ਮੇਰਾ ਇਹ ਹੈਗਾ ਉਹਨਾਂ ਦੇ ਲਈ, ਕਿਉਂਕਿ ਅੱਜ ਕੱਲ੍ਹ ਉਹ ਵੈਲ ਨੋਨ ਪਾਤਰਾਂ ਨੂੰ ਲੈ ਕੇ ਇਤਿਹਾਸਕ ਨਾਵਲ ਕਾਫੀ ਲਿਖ ਰਹੇ ਹੈਗੇ, 4-5 ਰਿਸੈਂਟਲੀ ਨਾਵਲ ਜਿਹੜੇ ਹੋਏ ਉਹਨਾਂ ਦੇ ਇਤਿਹਾਸਕ ਪਾਤਰਾਂ ਦਾ ਸੰਬੰਧ। ਤੇ ਦੂਸਰਾ ਹੈਗਾ ਹੈ ਕਿ ਉਹਨਾਂ ਨੂੰ ਕਦੇ ਏਦਾਂ ਦਾ ਤੌਖਲਾ ਨਹੀਂ ਹੁੰਦਾ ਹੈਗਾ ਕਿ ਜਦੋਂ ਉਹ ਨਾਵਲ ਜਿਹੜੀ ਇਤਿਹਾਸਕ ਪਾਤਰਾਂ ਨੂੰ ਜਿਹੜੀ ਹੈਗੀ ਹੈ ਕਾਲਪਨਿਕ ਘਟਨਾਵਾਂ ਨਾਲ ਜੋੜ ਕੇ ਮਤਲਬ ਪੇਸ਼ ਕਰਦੇ ਹੈਗੇ ਆ, ਤਾਂ ਉਹਦੇ ਵਿੱਚ ਇਤਿਹਾਸਕ ਤੱਥ ਹੁੰਦੇ ਜਿਹੜੇ ਉਹਨਾਂ ਸੰਬੰਧੀ ਭੰਬਲ ਭੂਸਾ ਬਣਨ ਦੀ ਕੋਈ ਤੌਖਲਾ ਜਾਂ ਨਹੀਂ ਹੁੰਦਾ ਹੈਗਾ, ਉਹ ਸ਼ਾਰਟ ਦੇ ਵਿੱਚ ਹੀ ਤਾਂ ਜੀ। ਬਲਦੇਵ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਲਿਖਣ ਦਾ ਮਕਸਦ ਕੀ ਹੈਗਾ। ਅੱਜ ਦੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਇਤਿਹਾਸ ਨਾਲੋਂ ਬਿਲਕੁਲ ਹੀ ਟੁੱਟ ਰਹੀ ਹੈ, ਉਹ ਪੜ੍ਹਨਾ ਹੀ ਨਹੀਂ ਚਾਹੁੰਦੀ। ਇੱਕ ਕਿਸਮ ਦਾ ਜਾਣੀ ਸਾਡੇ ਨਾਇਕ, ਸਾਡੇ ਇਤਿਹਾਸਕ ਨਾਇਕ, ਸਾਡੇ ਇਤਿਹਾਸਕ ਜਿਹੜੇ ਪਾਤਰ ਨੇ ਉਹ ਨੌਜਵਾਨਾਂ ਦੇ ਮਨਾਂ ਵਿੱਚੋਂ ਤਾਂ ਬਿਲਕੁਲ ਖਾਰਜ ਹੋ ਰਹੇ ਨੇ। ਮੈਂ ਮਰ ਰਹੇ ਸ਼ਬਦ ਨਹੀਂ ਵਰਤ ਰਿਹਾ, ਖਾਰਜ ਹੋ ਰਹੇ ਨੇ। ਉਹਨਾਂ ਨੂੰ ਬਿਲਕੁਲ ਜੇ ਪੁੱਛੀਏ ਤਾਂ ਕੋਈ ਪਤਾ ਨਹੀਂ ਲੱਗਦਾ। ਫਿਲਮ ਐਕਟਰ ਦੇ ਪਿਓ ਦਾ ਨਾਂ, ਉਹਦੇ ਦਾਦੇ ਦਾ ਨਾਮ ਦੱਸ ਦੇਣਗੇ। ਜੇ ਪੁੱਛ ਲਈਏ ਵੀ ਕੌਣ ਇਤਿਹਾਸ, ਇਹ ਸਾਡਾ ਇਤਿਹਾਸਕ ਪਾਤਰ ਹੈ, ਇਹਦੇ ਪਿਓ ਦਾ ਨਾਂ ਉਹਨਾਂ ਨੂੰ ਪਤਾ ਨਹੀਂ ਹੈਗਾ। ਇੱਕ ਤਾਂ ਮਕਸਦ ਇਹ ਹੈ ਵੀ ਨੌਜਵਾਨ ਪੀੜ੍ਹੀ ਨੂੰ ਸਾਡੇ ਇਤਿਹਾਸ ਨਾਲ ਜੋੜਨਾ ਤੇ ਰੌਚਕ ਢੰਗ ਨਾਲ ਜੋੜਨਾ, ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਫਿਕਸ਼ਨ ਕਰਦੇ ਹਾਂ, ਇਤਿਹਾਸ ਵੱਖਰਾ ਹੈ, ਇਤਿਹਾਸਕ ਨਾਵਲ ਵੱਖਰਾ ਹੈ। ਇਤਿਹਾਸਕ ਨਾਵਲ ਪੜ੍ਹਨ ਦੀ ਜਾਂਚ ਵੀ ਆਉਣੀ ਚਾਹੀਦੀ ਹੈ, ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਹੈ। ਅਸੀਂ ਇਤਿਹਾਸਕ ਨਾਵਲ ਨੂੰ ਇਤਿਹਾਸ ਵਾਂਗ ਪੜ੍ਹਦੇ ਹਾਂ, ਉੱਥੇ ਸਮੱਸਿਆ ਵੀ ਖੜੀ ਹੋ ਜਾਂਦੀ ਹੈ। ਬਿਲਕੁਲ। ਦੂਸਰੀ ਅਗਲੀ ਗੱਲ ਤੁਹਾਡੀ ਸੀਗੀ ਵੀ ਅਸੀਂ ਕੀ ਕਹੇ ਤੁਸੀਂ ਮੈਨੂੰ ਦੱਸਿਓ ਦੁਬਾਰਾ। ਕਿਹਦੇ ਕੁਝ ਟੌਪਲੇ ਵੀ ਹੁੰਦੇ ਨੇ ਜਦੋਂ ਅਸੀਂ ਕਲਪਨਾ ਨਾਲ ਜੋੜ ਕੇ ਪੇਸ਼ ਕਰਦੇ ਹਾਂ। ਉਹ ਦੇਖੋ, ਇਸ ਜਦੋਂ ਤੁਸੀਂ ਕਿਸੇ ਇਤਿਹਾਸ ਦੇ ਵੇਲੇ ਨੂੰ ਫੜਦੇ ਹੋ, ਇੱਕ ਤਾਂ ਲੇਖਕ ਦਾ ਇਹ ਫਰਜ਼ ਹੈ ਵੀ ਕੀ ਉਹ ਕਿਸੇ ਸ਼ਰਧਾ ਨਾਲ ਨਾਵਲ ਲਿਖ ਰਿਹਾ ਹੈ ਜਾਂ ਉਹ ਔਲਾਰ ਹੈ ਉਸ ਪਾਤਰ ਪ੍ਰਤੀ। ਇੱਕ ਉਹ ਇੰਨਾ ਇਮਾਨਦਾਰ ਜਾਂ ਇੰਨਾ ਗੰਭੀਰ ਹੈ ਵੀ ਉਹ ਸਾਹਿਤ ਦੇ ਫਰਜ਼ ਨੂੰ ਸਮਝਦਾ ਹੈ, ਉਹ ਆਪਣੇ ਫਰਜ਼ ਨੂੰ ਵੀ ਸਮਝਦਾ ਇੱਕ ਲੇਖਕ ਦੇ ਨੂੰ। ਇਤਿਹਾਸ ਅਸੀਂ ਸਮਝਦੇ ਹਾਂ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੀ। ਸ਼ੀਸ਼ੇ ਨੇ ਜੋ ਹੋਣਾ ਹੈ, ਜੇ ਕਰੂਪ ਚਿਹਰਾ ਤਾਂ ਕਰੂਪ ਦਿਖਾਉਣਾ ਹੁੰਦਾ ਹੈ, ਜੇ ਸੁੰਦਰ ਚਿਹਰਾ ਤਾਂ ਉਹਨੇ ਸੁੰਦਰ ਦਿਖਾਉਣਾ ਹੁੰਦਾ। ਉਹ ਆਪਣੀ ਮਰਜ਼ੀ ਨਾਲ ਸ਼ੀਸ਼ਾ ਕੁਝ ਨਹੀਂ ਬਦਲ ਸਕਦਾ। ਜੇ ਤਾਂ ਲੇਖਕ ਇਮਾਨਦਾਰ ਹੈ ਤਾਂ ਉਸ ਵੇਲੇ ਜੋ ਜਿਸ ਤਰ੍ਹਾਂ ਦਾ ਉਹ ਪਾਤਰ ਸੀ, ਜਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਸੀ, ਜੇ ਉਹਨਾਂ ਦੀ ਗੱਲ ਕਰਦਾ ਹੈ ਤਾਂ ਹੋ ਸਕਦਾ ਹੈ ਵੀ ਉਸ ਨੂੰ ਕੁਝ ਗੱਲਾਂ ਸੁਣਨੀਆਂ ਵੀ ਪੈਂਦੀਆਂ ਨੇ। ਜੇ ਔਲਾਰ ਹੈ, ਸਿਰਫ ਇਹ ਸਾਡੀ ਮਨੁੱਖ ਦੀ ਮਨੋਬਿਰਤੀ ਹੈ ਵੀ ਸਾਡੇ ਅੰਦਰ ਪ੍ਰਵਿਰਤੀਆਂ ਹੈਗੀਆਂ ਦੋ ਤਰ੍ਹਾਂ ਦੀਆਂ। ਇੱਕ ਤਾਂ ਅਸੀਂ ਕਿਸੇ ਪਾਤਰ ਬਾਰੇ ਉਹਦੀ ਪ੍ਰਸ਼ੰਸਾ ਹੀ ਸੁਣਨ ਦੇ ਆਦੀ ਹੋ ਜਾਂਦੇ ਆ ਵੀ ਅਸੀਂ ਇਹਦੇ ਬਾਰੇ ਮਾੜਾ ਕੁਝ ਨਹੀਂ ਸੁਣ ਸਕਦੇ। ਦੂਜੀ ਪ੍ਰਵਿਰਤੀ ਹੈ ਵੀ ਕਿਸੇ ਪਾਤਰ ਬਾਰੇ ਅਸੀਂ ਮਾੜਾ ਹੀ ਸੁਣ ਸਕਦੇ ਹਾਂ, ਉਹਦੀ ਪ੍ਰਸ਼ੰਸਾ। ਬਿਲਕੁਲ। ਪਰ ਮਨੋਵਿਗਿਆਨ ਜਿਹੜਾ ਸਾਡਾ ਇਹ ਕਹਿੰਦਾ ਹੈ ਵੀ ਹਰ ਮਨੁੱਖ ਦੇ ਅੰਦਰ ਦੋਨੋਂ ਪਏ ਹੁੰਦੇ ਨੇ। ਉਹ ਉਹਦੇ ਵਿੱਚ ਔਗੁਣ ਵੀ ਹੁੰਦੇ ਨੇ, ਉਹਦੇ ਵਿੱਚ ਚੰਗੇ ਗੁਣ ਵੀ ਹੁੰਦੇ ਨੇ। ਸਾਹਿਤ ਨੇ ਦੱਸਣਾ ਹੁੰਦਾ ਵੀ ਦੋਨੇ ਤਰ੍ਹਾਂ ਦਾ ਪਾਤਰ ਹੈ। ਮੇਰੇ ਬਹੁਤ ਇਤਿਹਾਸਕ ਪਾਤਰ ਇਹ ਜਿਹੇ ਨੇ, ਉਹ ਬਹੁਤ ਉਹਨਾਂ 'ਚ ਗੁਣ ਵੀ ਸੀ, ਉਹਨਾਂ 'ਚ ਉਣਤਾਈਆਂ ਵੀ ਸੀਗੀਆਂ। ਜਿਹੜੀਆਂ ਉਣਤਾਈਆਂ ਕੁਝ ਲੋਕ ਜਿਹੜੇ ਸਾਡੇ ਕੁਝ ਲੋਕ ਮੈਂ ਕਹਿੰਦਾ ਕੁਝ ਪਾਠ ਉਹ ਜਿਹੜੇ ਆ ਉਹ ਉਣਤਾਈਆਂ ਬਰਦਾਸ਼ਤ ਨਹੀਂ ਕਰਦੇ ਔਰ ਉਹ ਬਾਕੀ ਸਾਰਾ ਕੁਝ ਇਗਨੋਰ ਕਰ ਦਿੰਦੇ ਵੀ ਇਹਦੇ ਕੁਝ ਚੰਗਾ ਵੀ ਹੈਗਾ। ਪਰ ਮੈਂ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਦੇ ਵੀ ਸਾਨੂੰ ਇਤਿਹਾਸ ਨੂੰ ਪੜ੍ਹਨ ਦੀ, ਇਤਿਹਾਸਕ ਨਾਵਲਾਂ ਨੂੰ ਪੜ੍ਹਨ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਔਰ ਸਾਨੂੰ ਅਸੀਂ ਉਸ ਵੇਲੇ ਨੂੰ ਫੜਨਾ ਅੱਜ ਕੱਲ੍ਹ ਬਹੁਤ ਔਖਾ ਹੈ। ਤੁਸੀਂ ਉਸ ਸਮੇਂ 'ਚ ਉਤਰਦੇ ਹੋ
ਤੁਸੀਂ ਉਸ ਵੇਲੇ ਦੀਆਂ ਕਦਰਾਂ ਕੀਮਤਾਂ ਨੂੰ ਜਾਣਦੇ ਹੋ, ਉਸ ਵੇਲੇ ਦੇ ਵਿਸ਼ਵ ਵਿੱਚ ਕੀ ਵਰਤਾਰੇ ਹੋ ਰਹੇ ਸੀ ਉਹਦੇ ਬਾਰੇ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ, ਤਾਂ ਹੀ ਇਤਿਹਾਸਕ ਜਿਹੜੇ ਆ ਤੁਸੀਂ ਪਾਤਰਾਂ ਨਾਲ ਜਸਟੀਫਾਈ ਕਰ ਸਕਦੇ ਹੋ। ਔਰ ਮੈਂ ਜਿੰਨੇ ਵੀ ਕੋਸ਼ਿਸ਼ ਕੀਤੀ ਆਪਣੀ ਸਮਰੱਥਾ ਅਨੁਸਾਰ, ਉਹ ਮੈਂ ਕੋਸ਼ਿਸ਼ ਕੀਤੀ ਹੈ ਵੀ ਮੈਂ ਉਸ ਵੇਲੇ ਨੂੰ ਸਹੀ ਢੰਗ ਨਾਲ ਪੜ੍ਹ ਸਕਾਂ, ਚਾਹੇ ਉਹ ਦੁੱਲਾ ਭੱਟੀ ਹੈ, ਚਾਹੇ ਉਹ ਪੰਜਵਾਂ ਸਾਹਿਬਜ਼ਾਦਾ ਹੈ, ਚਾਹੇ ਉਹ ਮਹਾਬਲੀ ਸੂਰਾ ਚ ਬੰਦਾ ਬਹਾਦਰ ਦਾ ਰੋਲ ਸੀ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੂਰਜ ਦੀ ਅੱਖ ਸੀ, ਤੇ ਚਾਹੇ ਹੁਣ ਆਇਆ ਨਾਵਲ ਜਿਹੜਾ ਹੈ ਸੂਰਜ ਕਦੇ ਮਰਦਾ ਨਹੀਂ, ਸ਼ਹੀਦ ਊਧਮ ਸਿੰਘ ਬਾਰੇ ਹੈ। ਮੈਂ ਆਪਣੇ ਵੱਲੋਂ ਆਪਣੀ ਇਮਾਨਦਾਰੀ ਨਾਲ ਉਸ ਵੇਲੇ ਨੂੰ ਸਹੀ ਫੜਨ ਦੀ ਕੋਸ਼ਿਸ਼ ਕੀਤੀ ਹੈ। ਉਹ ਹੋ ਸਕਦਾ ਵੀ ਕੋਈ ਵੀ, ਮੈਂ ਸਮਝਦਾ ਵੀ ਅੱਜ ਤੱਕ ਵਿਸ਼ਵ ਦੇ ਇਤਿਹਾਸ ਵਿੱਚ ਅੱਜ ਤੱਕ ਕੋਈ ਵੀ ਲੇਖਕ, ਕੋਈ ਵੀ ਪੀਰ, ਕੋਈ ਵੀ ਪੈਗੰਬਰ ਇੱਕੋ ਵੇਲੇ ਸਮਾਜ ਦੇ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਿਆ। ਤੇ ਅਸੀਂ ਤਾਂ ਹੈ ਹੀ ਕੁਝ ਵੀ ਨਹੀਂ ਹੈ। ਅਸੀਂ ਹਰ ਇੱਕ ਤਰ੍ਹਾਂ ਦੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ। ਕਿਸੇ ਨੂੰ ਉਹ ਗੱਲ ਚੰਗੀ ਵੀ ਲੱਗਦੀ ਹੈ, ਕਿਸੇ ਨੂੰ ਉਹ ਗੱਲ ਮਾੜੀ ਲੱਗਦੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮੇਰਾ ਸਵਾਲ ਹੈ ਜੀ ਜੀ ਕਿ ਆਪਾਂ ਦੇਖਦੇ ਹਾਂ ਜਿੰਨੇ ਵੀ ਆਪਾਂ ਰਚਨਾਵਾਂ, ਨਾਵਲ, ਕਹਾਣੀਆਂ ਵੇਖੀਆਂ ਨੇ, ਤਾਂ ਆਮ ਤੌਰ ਤੇ ਜਾਂ ਤਾਂ ਉਹਦੇ ਚ ਨਿਮਨ ਵਰਗ, ਪੇਂਡੂ ਵਰਗ ਹੈ ਨਾ, ਇਸ ਤਰ੍ਹਾਂ ਦਾ ਹੁੰਦਾ ਵੀ ਤਰਾਸਦਿਕ ਗੱਲਾਂ ਹੁੰਦੀਆਂ ਨੇ, ਤੇ ਜਾਂ ਫਿਰ ਉਹ ਜਿਹੜਾ ਮੱਧ ਵਰਗ ਹੈ ਉਹਦੀ ਗੱਲ ਹੁੰਦੀ ਆ। ਕਦੀ ਉੱਚ ਵਰਗ ਦੇ ਪਾਤਰ ਲੈ ਕੇ ਉਸ ਤਰ੍ਹਾਂ ਨਾਲ ਨਹੀਂ ਕਰਦੇ ਅਸੀਂ ਜਾਂਦੇ ਲਿਖਦੇ ਕੁਛ ਵੀ, ਉਹ ਕਿਉਂ ਨਹੀਂ ਆਇਆ ਅਜੇ ਤੱਕ ਸਾਹਿਤ ਦੇ ਵਿੱਚ? ਤੇ ਦੂਸਰਾ ਮੇਰਾ ਸਵਾਲ ਆ ਕਿ ਵੈਸੇ ਇੱਕ ਨਰਿੰਦਰ ਸਿੰਘ ਜੀ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਇਤਿਹਾਸਕ ਪਾਤਰਾਂ ਬਾਰੇ ਉਹਨਾਂ ਦੀ ਰਾਏ ਆ ਕਿ ਇਹ ਸਾਨੂੰ ਕੀ ਸੇਧ ਦਿੰਦੇ ਨੇ, ਪਰ ਉਹ ਮੈਂ ਨਹੀਂ ਚਾਹੁੰਦੀ ਕਿ ਆਪਾਂ ਇਸ ਗੱਲ ਦੇ ਵਿੱਚ ਉਲਝੀਏ ਕਿ ਸਾਹਿਤ ਨੂੰ ਅਸੀਂ ਹਮੇਸ਼ਾ ਇਸ ਲਈ ਹੀ ਕਿਉਂ ਪੜ੍ਹਦੇ ਹਾਂ ਵੀ ਉਹ ਤਰਾਸਦੀਆਂ ਹੀ ਆਪਾਂ ਤਰਾਸਦੀਆਂ। ਜਿਵੇਂ ਮੈਨੂੰ ਡਾਕਟਰ SP ਸਿੰਘ ਹੋਰਾਂ ਦੀ ਗੱਲ ਬਹੁਤ ਵਧੀਆ ਲੱਗੀ ਆ ਕਿ ਕੇਵਲ ਉਸ ਵੇਲੇ ਹੀ 1984 ਵੀ ਹੈ ਤੇ ਉਸ ਤੋਂ ਬਾਅਦ ਹੋਰ ਵੀ ਆ। ਮੈਨੂੰ ਤੇ ਹੁਣ ਵੀ ਬੜੀ ਵੱਡੀ ਤਰਾਸਦੀ ਲੱਗਦੀ ਹੈ ਜਦੋਂ ਮੈਂ ਖਰੜ ਜਾਂਦੀ ਹਾਂ, ਆਪਣੇ ਕਾਲਜ ਆਉਂਦੀ ਹਾਂ, ਲਾਂਡਰਾ ਲੰਘ ਕੇ, ਤੇ ਜਿਹੜਾ ਉਹ ਬਾਈਪਾਸ ਆ ਉਹ ਬਣਾ ਰਹੇ ਜਾਂ ਸੜਕ ਚੌੜੀ ਕਰ ਰਹੇ, ਤੇ ਜਿਹੜੀਆਂ ਦੁਕਾਨਾਂ ਨੇ ਕਿੰਨੇ ਚਿਰ ਦੀਆਂ, ਕਿੱਥੋਂ ਉਹਨਾਂ ਨੂੰ ਰੁਜ਼ਗਾਰ ਮਿਲਦਾ ਸੀ, ਟੁੱਟੀਆਂ ਭੱਜੀਆਂ ਨੇ। ਇੱਕ ਬੰਦੇ ਦੇ ਲਈ ਉਹਦੇ ਘਰ ਚ ਪਾਣੀ ਆ ਜਾਂਦਾ, ਜਦੋਂ ਡੁੱਬ ਜਾਂਦਾ ਹੈ, ਹੜ੍ਹ ਆ ਜਾਂਦਾ, ਉਹ ਤਾਂ ਉਹਦੇ ਲਈ ਉਹੀ 84 ਹੈ, ਉਹਦੇ ਲਈ ਉਹੀ ਜਿਹੜੀ 47 ਆ। ਸੋ ਇਹ ਚੀਜ਼ਾਂ ਵੀ ਸਾਨੂੰ ਰੱਖਣੀਆਂ ਚਾਹੀਦੀਆਂ ਨੇ। ਹੁਣ ਮਤਲਬ ਥੋੜਾ ਜਿਹਾ ਸਾਨੂੰ ਆਪਣਾ ਸੋਚਣ ਦਾ ਢੰਗ ਵੀ ਬਦਲਣਾ ਚਾਹੀਦਾ। ਦੂਸਰਾ ਕਿ ਮੈਂ ਮਾਫੀ ਚਾਹੁੰਦੀ ਹਾਂ ਜੇ ਮੈਂ ਤੁਹਾਡੇ ਨਾਲੋਂ ਮੁਖਤਲਿਫ ਗੱਲ ਸੋਚਦੀ ਹਾਂ ਕਿ ਸਾਹਿਤ ਉਤਸਵ ਕਿਉਂ ਨਹੀਂ ਬਣਦਾ? ਅਸੀਂ ਕਵਿਤਾ ਨੂੰ ਵੀ ਉਤਸਵ, ਅਸੀਂ ਖੁਸ਼ ਹੋਣ ਦੀ ਜਾਂਚ ਕਿਉਂ ਨਹੀਂ? ਨਾ ਸਿੱਖੀ ਹੈ ਤੇ ਨਾ ਸਿੱਖਣ ਦਿੰਦੇ ਆ, ਤੇ ਨਾ ਕਿਸੇ ਗੱਲ ਚ ਕਰਦੇ ਆ। ਖੁਸ਼ ਰਹਿਣਾ, ਹੈਪੀ ਹੋਣਾ ਔਰ ਚੰਗੀਆਂ ਸੋਚਾਂ ਸੋਚਣੀਆਂ, ਇਹ ਗੱਲ ਨਾ ਸਾਡੀਆਂ ਲਿਟਰੇਚਰ ਚ ਆਉਂਦੀ ਆ, ਨਾ ਸਾਡੇ ਸਕੂਲ ਐਜੂਕੇਸ਼ਨ ਚ ਆਉਂਦੀ ਆ। ਤੇ ਜ਼ਿੰਦਗੀ ਤਾਂ ਵੈਸੇ ਖੁਸ਼ ਰਹਿਣ ਦਾ ਹੀ ਨਾਮ ਹੈਗਾ, ਜਿਉਣ ਦਾ ਨਾਮ ਜ਼ਿੰਦਗੀ। ਡਾਕਟਰ ਸਾਹਿਬ ਸੋਹਲ ਜੀ, ਬਹੁਤ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਔਰ ਤੁਹਾਡੇ ਜਿਹੜੀਆਂ ਚਿੰਤਾਵਾਂ ਨੇ ਉਹ ਵੀ ਸਹੀ ਨੇ। ਪਰ ਮੈਂ ਤਾਂ ਹੀ ਕਿਹਾ ਸੀ ਵੀ ਮੈਨੂੰ ਉਹ ਜ਼ੋਰਬਾ ਪਾਤਰ ਕਿਉਂ ਚੰਗਾ ਲੱਗਦਾ ਹੈ, ਖਜ਼ਾਨ ਜ਼ਾਕਸ ਦਾ। ਔਰ ਮੇਰਾ ਉਸ ਤੋਂ ਪਹਿਲਾਂ ਮੇਰਾ ਨਾਵਲ ਇੱਕ ਅਫਲਾਤੂ ਆਇਆ ਸੀ, ਜਿਹੜਾ ਉਹ ਇਹ ਜਿਸ ਤਰ੍ਹਾਂ ਦੇ ਤੁਹਾਡੇ ਤੌਖਲੇ ਨੇ, ਉਹ ਉਹਨਾਂ ਤੌਖਲਿਆਂ ਤੋਂ ਉਹ ਪਾਰ ਜਾਂਦਾ ਹੈਗਾ। ਉਹਨੂੰ ਕੋਈ ਪਰਵਾਹ ਨਹੀਂ ਗੀ, ਉਹ ਜਿਉਣਾ ਚਾਹੁੰਦਾ ਹਰ ਤਰ੍ਹਾਂ। ਜ਼ੋਰਬਾ ਵੀ ਜਿਉਣਾ ਚਾਹੁੰਦਾ ਹੈ ਕਿਸੇ ਵੀ ਹਾਲਤ ਵਿੱਚ, ਉਹ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਮੇਰਾ ਪਾਤਰ, ਮੇਰੇ ਹੁਣ ਇੱਕ ਪਿੱਛੇ ਨਾਵਲ ਆਇਆ ਵਿਰਲਾਂ ਵਿੱਚੋਂ ਝਾਕਦੀ ਜ਼ਿੰਦਗੀ, ਉਹਦੇ 2 ਪਾਤਰ ਨੇ। ਉਹ ਇੰਨੇ ਸੰਕਟ ਉਹਨਾਂ ਤੇ ਆਉਂਦੇ ਆ, ਸਾਰੀ ਉਮਰ ਉਹ ਵਿਆਹ ਲਈ ਤਰਸਦੇ ਆ, 50-50 ਸਾਲ ਦੇ ਹੋ ਗਏ ਆ, ਪਰ ਫਿਰ ਵੀ ਉਹ ਜਿਉਣਾ ਚਾਹੁੰਦੇ ਨੇ, ਉਹ ਮਾਨਣਾ ਚਾਹੁੰਦੇ ਨੇ ਜ਼ਿੰਦਗੀ ਨੂੰ। ਔਰ ਇਹ ਨਹੀਂ ਹੈ ਵੀ ਅਸੀਂ ਸਿਰਫ ਤਰਾਸਦੀਆਂ ਲਿਖਦੇ ਹਾਂ, ਅਸੀਂ ਉਸ ਤਰਾਸਦੀਆਂ ਵਿੱਚੋਂ ਨਿਕਲਣ ਲਈ, ਜ਼ਿੰਦਗੀ ਜਿਉਣ ਦੀਆਂ ਵਿਰਲਾਂ ਵਿੱਚੋਂ ਜ਼ਿੰਦਗੀ ਲੱਭਦੇ ਵੀ ਫਿਰਦੇ ਆ। ਸਾਡੀਆਂ ਕੋਸ਼ਿਸ਼ਾਂ ਹੁੰਦੀਆਂ ਵੀ ਪਾਸੇ ਲੈ ਕੇ ਜਾਣਾ ਜ਼ਿੰਦਗੀ ਨੂੰ, ਖੁਸ਼ੀ ਵਾਲੇ ਪਾਸੇ ਲੈ ਕੇ ਜਾਣਾ ਹੈ। ਔਰ ਇਸ ਦੁਸ਼ਵਾਰੀਆਂ ਚੋਂ, ਇਹਨਾਂ ਸੰਕਟਾਂ ਚੋਂ ਕਿਵੇਂ ਪਾਰ ਜਾਣਾ ਹੈ, ਅਸੀਂ ਉਹ ਪਾਠਕ ਊਰਜਾ ਮਹਿਸੂਸ ਕਰਦਾ ਆਪਣੇ ਆਪ ਨੂੰ, ਉਹਦੇ ਚ ਇੱਕ ਵੱਖਰਾ ਅਨੁਭਵ ਮਹਿਸੂਸ ਕਰਦਾ ਨਾਵਲ ਪੜ੍ਹ ਕੇ ਵੀ ਯਾਰ ਅਸੀਂ ਤਾਂ ਐਵੇਂ ਮਾੜੀ ਜੀ ਗੱਲ ਤੇ ਜਿਹੜੇ ਖੁਦਕੁਸ਼ੀਆਂ ਵੱਲ ਤੁਰ ਪੈਂਦੇ ਆ। ਇੱਕ ਪਾਤਰ ਕਾਲੀ ਸਾਹਿਬ ਤੋਂ ਆਖਰੀ ਕਮੈਂਟ ਲੈਣੇ। ਕਾਲੀ ਸਾਹਿਬ ਆਖਰੀ 1 ਮਿੰਟ ਦੇ ਵਿੱਚ ਕਮੈਂਟ ਕੀ ਕਰੋਗੇ? ਜੀ ਇੱਕੋ ਲਾਈਨ ਦੇ ਵਿੱਚ ਹੀ ਮੈਂ ਨਿਬੇੜਾ ਕਰਨਾ ਚਾਹਾਂਗਾ ਮੈਡਮ ਹੋਰਾਂ ਦੇ ਸਵਾਲ ਦਾ। ਮੇਰੇ ਮਨ ਚ ਆ ਰਿਹਾ ਸੀਗਾ, ਮੈਂ ਸੰਗੀਤ ਦਾ ਥੋੜਾ ਜਿਹਾ ਪ੍ਰੇਮੀ ਹਾਂ, ਸ਼ਾਸਤਰੀ ਸੰਗੀਤ ਦਾ ਖਾਸ ਕਰਕੇ, ਚਮਕੀਲੇ ਦਾ ਵੀ ਪ੍ਰੇਮੀ ਹਾਂ,
ਮੈਨੂੰ ਲੱਗਦਾ ਕਿ ਜਿਹੜਾ ਖੁਸ਼ੀ ਦਾ ਰਾਗ ਹੁੰਦਾ ਹੈ ਨਾ, ਜਿਹੜੀ ਸੈਲੀਬ੍ਰੇਸ਼ਨ ਦੀ ਗੱਲ ਮੈਡਮ ਉਹਨਾਂ ਨੇ ਕੀਤੀ ਆ, ਉਹ ਬਹੁਤ ਨਾ ਉਹ ਛੋਟਾ ਹੁੰਦਾ ਹੈ। ਜਿੰਨੇ ਵੀ ਖੁਸ਼ੀ ਨਾਲ ਜੁੜੇ ਹੋਏ, ਸੁੱਖ ਨਾਲ, ਸੈਲੀਬ੍ਰੇਸ਼ਨ ਨਾਲ ਜੁੜੇ ਹੋਏ ਰਾਗ ਨੇ, ਉਹ ਉਹਨਾਂ ਦੀ ਲੈਂਥ ਜਿਹੜੀ ਹੈ ਉਹ ਬਹੁਤ ਸੰਖੇਪ। ਅਸੀਂ ਕਿੰਨਾ ਕੁ ਹੱਸ ਸਕਦੇ ਹਾਂ, 1 ਸੈਕਿੰਡ, 2 ਸੈਕਿੰਡ, 3 ਸੈਕਿੰਡ, 2 ਮਿੰਟ, 3 ਮਿੰਟ, 4 ਮਿੰਟ, ਪਰ ਰੋਣ ਦਾ, ਵਿਯੋਗ ਦਾ, ਬਿਰਹਾ ਦਾ, ਬੈਰਾਗ ਦਾ, ਉਸ ਰਾਗ ਦੀ ਕੋਈ ਲਿਮਿਟ ਨਹੀਂ ਹੁੰਦੀ ਹੈ। ਇਹਦੇ ਪਿੱਛੇ ਸਾਈਕੋਲੋਜੀਕਲ ਕੀ ਕਾਰਨ ਨੇ, ਕਲਚਰਲ ਕੀ ਕਾਰਨ ਨੇ, ਇਹਦੇ ਪਿੱਛੇ ਹਿਸਟੋਰੀਕਲ ਕੀ ਕਾਰਨ ਨੇ, ਉਹ ਸੰਗੀਤਕ ਕੀ ਕਾਰਨ ਨੇ, ਲਿਟਰੇਰੀ ਕੀ ਕਾਰਨ ਨੇ, ਉਹ ਲੱਭੇ ਜਾ ਸਕਦੇ ਆ। ਤੇ ਮੈਨੂੰ ਲੱਗਦਾ ਕਿ ਵਿਯੋਗ, ਚਾਹੇ ਤਾਂ ਸਹਿਯੋਗ ਵਿਯੋਗ ਦੋਵੇਂ ਨੇ, ਪਰ ਸਹਿਯੋਗ ਦਾ ਪੀਰੀਅਡ ਬਹੁਤ ਛੋਟਾ ਹੈ, ਸੈਲੀਬ੍ਰੇਸ਼ਨ ਦਾ ਪੀਰੀਅਡ ਬਹੁਤ ਛੋਟਾ ਹੈ, ਪਰ ਜਿਹੜਾ ਬਿਰਹਾ ਦਾ, ਜਿਹੜਾ ਬੈਰਾਗ ਦਾ ਪੀਰੀਅਡ ਹੈ, ਉਹ ਇੰਨਾ ਲੰਬਾ ਹੁੰਦਾ ਹੈ ਕਿ ਅਸੀਂ ਫਿਰ, ਸਾਡੇ ਕੋਲ ਅੱਜ ਤੱਕ ਹਿਸਟੋਰੀਕਲੀ ਜੇ ਕੁਝ ਪਿਆ ਆ ਤਾਂ ਉਹ ਤਰਾਸਦੀਆਂ ਪਈਆਂ। ਹਾਲਾਂਕਿ ਹੀਰ ਦੀ ਤਰਾਸਦੀ ਤੋਂ ਬਾਅਦ ਉਹ ਬਾਬਾ ਇੱਕ ਮਰੋੜੀ ਦਿੰਦਾ ਹੈ ਜਦੋਂ ਉਹਨਾਂ ਦੇ ਰੂਹਾਂ ਦਾ ਮਿਲਨ ਕਰਦਾ ਆ, ਪਰ ਉਹਦੇ ਪਿੱਛੇ ਸਾਰੀ ਬੈਕਗਰਾਉਂਡ ਕੋਈ ਨਹੀਂ। ਮੈਡਮ ਚਿੰਤਾ ਨਾ ਕਰੋ, ਮੈਂ ਉਹ ਲਾਸਟ ਦਾ ਨਾਵਲ ਲਿਖ ਰਿਹਾ, ਉਹਨੂੰ ਮੈਂ ਹੁੱਬ ਦਾ ਨਾਂ ਦੇਵਾਂ। ਕੀ ਬਾਤ ਹੈ। ਮੈਨੂੰ ਜਿੱਥੇ ਤੱਕ ਲੱਗਦਾ ਹੁੰਦਾ ਵੀ ਜ਼ਿੰਦਗੀ ਜਿਉਣ ਲਈ ਆ ਤੇ ਜ਼ਿੰਦਗੀ ਮਾਣਨ ਲਈ ਵੀ ਆ, ਤੇ ਆਪਾਂ ਸਾਰੇ ਜਾਣੇ ਬਸ ਕਦੇ ਕਦੇ ਮੈਨੂੰ ਏਦਾਂ ਮਹਿਸੂਸ ਹੁੰਦਾ ਠੀਕ ਹੈ, that is also part। ਤੁਸੀਂ ਮੇਰੇ ਵਾਂਗ ਮਰੇ ਕੱਟੇ ਬੂਟਾ ਮੰਡੀ ਨਹੀਂ ਲੈ ਕੇ ਗਏ, ਤੁਹਾਨੂੰ ਪਤਾ। ਆਪਾਂ ਇਸ ਨੂੰ ਕਿਸੇ ਅਗਲੇ ਐਪੀਸੋਡ ਕੁਝ ਹੋਰ ਬੰਦੇ ਬੁਲਾਵਾਂਗੇ। ਆਪਾਂ ਬਹੁਤ ਰਹੀ ਹੈ ਵਿਰਲਾ ਵਿੱਚੋਂ ਝਾਕਦੀ ਜ਼ਿੰਦਗੀ ਜ਼ਰੂਰ ਪੜਨ ਨਾਵਲ। ਜੀ ਮੈਂ ਪੜਾਂਗੀ ਜੀ। ਮੈਡਮ ਧੰਨਵਾਦ ਕਰੀਏ ਜੀ, ਆਪਾਂ ਬਹੁਤ ਜੀ ਹਾਂਜੀ। ਅੱਜ ਸਾਡੇ ਨਾਲ ਬਹੁਤ ਸੋਹਣੀਆਂ ਬੜੀਆਂ ਵਧੀਆ ਗੱਲਾਂ ਹੋਈਆਂ, ਵਿਦਵਾਨਾਂ ਨੂੰ ਸੁਣਿਆ ਅਸੀਂ, ਔਰ ਤਜਰਬਾ ਵੀ ਜਿਹੜਾ ਲਿਆ। ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਇਓ, ਮੇਰੇ ਮਨ 'ਚ ਜੋ ਸਵਾਲ ਆਏ ਸਾਦਗੀ ਨਾਲ ਮੈਂ ਪੁੱਛਣੇ ਮੈਨੂੰ ਲੱਗੇ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਖੁਸ਼ ਬਹੁਤ ਘੱਟ ਰਹਿੰਦੇ ਆ, ਬਸ ਉਦਾਸੇ ਜੇ ਰਹਿੰਦੇ ਆ, ਤੇ ਮੈਨੂੰ ਹੁੰਦਾ ਕਿ ਵਿਦਿਆਰਥੀ ਵੀ ਹੱਸਣ, ਆਮ ਲੋਕ ਵੀ, ਅਸੀਂ ਸਾਰੇ ਜਿਵੇਂ ਉਸਨੂੰ ਇੱਕ ਮਨ ਸਟੇਟ ਆਫ ਮਾਈਂਡ ਹੈਗੀ ਆ। ਸੋ ਅੱਜ ਸਾਡੇ ਨਾਲ 22 ਜਾਣੇ ਜੁੜੇ ਹੋਏ ਨੇ ਜਿਨ੍ਹਾਂ ਨੇ ਲਾਈਵ ਪੇਸ਼ਕਾਰੀ ਕੀਤੀ ਆ ਇਸ ਪ੍ਰੋਗਰਾਮ ਨੂੰ। ਡਾਕਟਰ ਕੁਲਦੀਪ ਦੀਪ ਦੇ ਫੇਸਬੁੱਕ ਪੇਜ ਤੇ, ਮੇਰਾ ਤੇ ਪੰਜਾਬ ਸਾਹਿਤ ਅਕੈਡਮੀ ਦੇ ਪੇਜ ਤੇ, ਤੋਂ ਇਲਾਵਾ 22 ਗਰੁੱਪਸ ਹੋਰ ਨੇ ਜਿਹੜੇ ਕੋ ਹੋਸਟ ਬਣ ਕੇ ਇਸ ਨੂੰ ਅੱਗੇ ਆਪਣੇ ਹੋਰ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਹੈ। ਸੋ ਸਾਡੇ ਨਾਲ ਅੱਜ ਜੁੜੇ ਹੋਏ ਨੇ ਜੀ ਬਹੁਤ ਸਾਰੇ ਅਦੀਬ, ਸਾਡੇ ਪਿਆਰੇ ਮੁਹੱਬਤੀ ਦਰਸ਼ਕ ਰੋਜ਼ ਸਾਡੇ ਨਾਲ ਜੁੜਦੇ ਨੇ, ਜਿਨ੍ਹਾਂ 'ਚ ਹੈ ਸੁਖਮਨੀ ਗੁਰਾਇਆ ਆਸਟ੍ਰੇਲੀਆ ਤੋਂ, ਜਸਵੀਰ ਝੱਜ, ਸੁਖਦਰਸ਼ਨ ਕੌਰ, ਕੇਹਰ ਸ਼ਰੀਫ, ਅੰਮ੍ਰਿਤ ਮਾਨ, ਸੁਨੀਲ ਚੰਦਿਆਨਵੀ, ਸੁਨੀਤਾ ਸ਼ਰਮਾ, ਰਜਿੰਦਰ ਕੌਰ, ਛਿੰਦਰ ਕੌਰ ਸਰਸਾ, ਸੁਖਿੰਦਰ ਕੌਰ ਆਲਖ, ਕੁਲਵਿੰਦਰ ਮਠਾੜੂ, ਸੁਭਾਸ਼ ਨੀਰਵ, ਰਵਿੰਦਰ ਸਿੰਘ ਸਹਿਰਾ, ਸੁਰਿੰਦਰ ਮਕਸੂਦਪੁਰੀ, ਪੁਸ਼ਪਿੰਦਰ ਜੋਸਨ, ਬਮਲਜੀਤ ਕੌਰ ਮਾਨ, ਕੁਲਵੀਰ ਗੋਜਰਾ, ਪਰਮਿੰਦਰ ਸੋਢੀ, ਨੀਤੂ ਅਰੋੜਾ, ਸਰਬੱਤ ਦਾ ਭਲਾ ਨਾਮ ਨਹੀਂ ਸੀ ਆਇਆ, ਉੱਤੇ ਨਾਮ ਦੂਸਰਾ ਹੀ ਸੀਗਾ, ਪਵਨਦੀਪ ਢਿੱਲੋਂ, ਇਹ ਕੈਨੇਡਾ ਨੇ, ਸੁਰਿੰਦਰ ਕੌਰ ਖਹਿਰਾ, ਬਲਵਿੰਦਰ ਕੌਰ ਖੁਰਾਣਾ, ਨਰਿੰਦਰ ਸਿੰਘ ਚੱਕਲ ਯੂਕੇ ਤੋਂ, ਅਰਤਿੰਦਰ ਸੰਧੂ, ਪ੍ਰੀਤ, ਜਗਤਾਰ ਸਿੰਘ ਸੋਖੀ, ਪ੍ਰਕਾਸ਼ ਬੇਦੀ USA ਤੋਂ, ਗੀਤਾ ਵਰਮਾ, ਪਵਿੱਤਰ ਕੌਰ ਮਾਟੀ, ਇਹ ਵੀ ਸ਼ਾਇਦ ਅੱਜ ਕੱਲ ਕੈਨੇਡਾ ਹੀ ਨੇ, ਦਵਿੰਦਰ ਕੌਰ, ਤਜਿੰਦਰ ਕੌਰ ਸ਼ਾਹੀ, ਨਛੱਤਰ ਸਿੰਘ ਦਿੱਲੀ ਵਾਲੇ, ਸਤਨਾਮ ਸਿੰਘ ਜੱਸਲ, ਧਰਮ ਕਮਿਆਣਾ, ਅੰਮ੍ਰਿਤਬੀਰ ਸਿੰਘ, ਜੋਤੀ ਬਾਵਾ, ਗੁਰਨੀਰ ਸਾਹਨੀ, ਨਰਿੰਦਰਪਾਲ ਕੰਗ, ਬਾਗ ਸਿੰਘ ਮਾਨ, ਦੀਪ ਸੰਧੂ, ਗੁਰਵਿੰਦਰ ਸਿੰਘ ਮਾਣਕ, ਹਰਜੀਤ ਕੌਰ ਬਮਰਾ, ਸਤਿੰਦਰ ਕੌਰ ਕਾਲੋਂ ਬਟਾਲੇ ਤੋਂ, ਜਗਤਾਰ ਸਿੰਘ, ਹਰਦੀਪ ਕੌਰ, ਜਸਪਾਲ ਮਾਨਖੇੜਾ, ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਕੌਰ ਸੀਮਾ, ਦਵਿੰਦਰਪਾਲ ਗੁਰਾਇਆ ਅੰਮ੍ਰਿਤਸਰ ਤੋਂ, ਲਾਜਪਾਲ ਜਾਖੜ, ਇਹ AITC ਨੇ ਪਰ ਰੋਜ਼ ਆਪਣਾ ਪ੍ਰੋਗਰਾਮ ਸੁਣਦੇ ਨੇ, ਪ੍ਰਿੰਸੀਪਲ ਭੁਪਿੰਦਰ ਜੀ, ਜਸਪ੍ਰੀਤ, ਜਸਵਿੰਦਰ ਮਾਂਗਟ, ਹਰਜਿੰਦਰਪਾਲ ਕੌਰ, ਸਤਵਿੰਦਰ ਸੰਧੂ, ਸਤਨਾਮ ਰੰਧਾਵਾ, ਕੁਲਵਿੰਦਰ ਵਿਰਕ, ਸੁਖਮਨ ਸਿੰਘ, ਮੱਖਣ ਸਿੰਘ ਮਾਨ, ਜਸਵਿੰਦਰ ਫਗਵਾੜਾ, ਸੋਨੂ ਸੋਢੀ, ਜੋਤੀ ਬਾਵਾ, ਡਾਕਟਰ ਨਾਇਬ ਸਿੰਘ ਮੰਡੇਰ, ਨਰਿੰਦਰ ਸਿੰਘ, ਇਹ ਵੀ ਸਾਡੇ ਨਾਲ ਬਰਨਾਲੇ ਤੋਂ ਨੇ, ਸੰਗਰੂਰ ਬਰਨਾਲਾ, ਸੁਨੀਤਾ ਧਾਰੀਵਾਲ, ਗੁਰਜੀਤ ਕੌਰ, ਬਲਜੀਤ ਕੌਰ, ਹਰਜਾਪ ਸਿੰਘ ਔਜਲਾ, ਇਹ ਵੀ ਹਿਸਟੋਰੀਅਨ ਨੇ,
ਰਜਿੰਦਰ ਚੌਹਾਨ, ਡਾਕਟਰ ਕੁਲਵਿੰਦਰ ਕੌਰ ਸਰਾਂ, ਪ੍ਰਭਜੋਤ ਢਿੱਲੋਂ, ਅਮਨਸੀਰ ਸਿੰਘ, ਜਨਮੇਜਾ ਸਿੰਘ ਜੌਹਲ, ਗੁਰਪ੍ਰੀਤ, ਬਲਵਿੰਦਰ ਸਿੰਘ ਸੰਧੂ, ਨਰਿੰਦਰਪਾਲ ਕੰਗ, ਹਰਦੀਪ ਕੌਰ, ਵੀਨਾ ਦਾਦਾ, ਅਮਰਜੀਤ ਸਿੰਘ, ਰਤਨ ਸਿੰਘ ਢਿੱਲੋਂ, ਸੁਖਵੀਰ ਮਾਹਲ, ਹਰਸ਼ਰਨ ਕੌਰ, ਕੋਮਲ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ, ਡਾਕਟਰ SP ਸਿੰਘ, ਸਾਬਕਾ ਵਾਈਸ ਚਾਂਸਲਰ, ਸੁਨੀਲ ਬੰਗਾ, ਗੁਰਤੇਜ ਸਿੰਘ ਖਟੜਾ, ਪਰਮਜੀਤ ਕੌਰ ਤੇ ਸਰਬਜੀਤ ਕੌਰ ਸੋਹਲ। ਕਿਆ ਬਾਤ। ਸੋ ਇਹਨਾਂ ਸਾਰੇ ਵਿਦਵਾਨਾਂ ਦਾ, ਇਹਨਾਂ ਪਿਆਰੇ ਦਰਸ਼ਕਾਂ ਦਾ, ਇਹ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਮਾਣਿਆ, ਉਹਨਾਂ ਸਭ ਦਾ ਬਹੁਤ 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 ਧੰਨਵਾਦ। ਤੇ ਉਮੀਦ ਆ ਕਿ ਇਸੇ ਤਰ੍ਹਾਂ ਅਸੀਂ ਇਹ ਸਮਾਂ ਜਿਹੜਾ ਪਤਾ ਹੀ ਨਹੀਂ ਲੱਗਦਾ ਕਦੋਂ ਮਿੰਟਾਂ 'ਚ, ਤੇ ਹੁਣ 10 ਵੱਜਣ ਵਾਲੇ ਹੋ ਗਏ ਆ, 35 ਮਿੰਟ ਉੱਪਰ ਚਲੇ ਗਏ ਆ ਅਸੀਂ। ਪਰ ਸ਼ਿਵਨਾਥ ਦਰਦੀ ਜੀ ਉਹ ਵੀ ਸਾਡੇ ਇੱਥੇ ਸਾਹਮਣੇ ਨੇ। ਸੋ ਬਹੁਤ ਸਾਰੇ ਵਿਦਵਾਨ ਅਦੀਬ ਜਿਨ੍ਹਾਂ ਦੀਆਂ ਅਸੀਂ ਗੱਲਾਂ ਸੁਣੀਆਂ, ਜਿਹੜੇ ਸਥਾਪਿਤ ਲੇਖਕ ਨੇ, ਜਿਹੜੇ ਮੇਰੇ ਵਰਗੇ ਕੋਈ ਸਿੱਧਰੇ ਨੇ, ਜਿਹੜੇ ਅਜੇ ਨਵੇਂ ਲਿਖ ਰਹੇ ਨੇ। ਸੋ ਇਹ ਸਾਰਿਆਂ ਦਾ ਬਹੁਤ ਧੰਨਵਾਦ। ਔਰ ਮੈਨੂੰ ਬਹੁਤ ਸਾਰੇ, ਮੈਂ ਜਾਣਦੀ ਹਾਂ ਜਿਨ੍ਹਾਂ ਨੂੰ ਇਹ ਸਾਡੇ ਪ੍ਰੋਗਰਾਮ ਵੇਖਣ ਤੋਂ ਬਾਅਦ ਕੋਈ ਕਵਿਤਾ ਲਿਖ ਰਿਹਾ, ਕੋਈ ਆਪਣੀ ਕਵਿਤਾ ਸਾਂਝੀ ਕਰ ਰਿਹਾ, ਕੋਈ ਕਹਾਣੀ ਲਿਖ ਰਿਹਾ, ਔਰ ਹਰੇਕ ਨੂੰ ਹੁੰਦਾ ਕਿ ਅਸੀਂ ਵੀ ਇਸ ਮੰਚ ਤੇ ਆਈਏ। ਸੋ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਾਰੇ ਆਪਣੇ ਜਿਹੜੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਲੇਖਕ ਨੇ, ਅਦੀਬ ਨੇ ਜਾਂ ਪਾਠਕ ਵੀ ਨੇ, ਉਹ ਕੀ ਸੋਚਦੇ ਨੇ, ਕੀ ਸਮਝਦੇ ਨੇ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਆਪਾਂ ਕਿਸੇ ਵੇਲੇ ਇਹਦਾ ਇੱਕ ਆਲੋਚਨਾਤਮਕ ਸੈਸ਼ਨ ਵੀ ਰੱਖਾਂਗੇ ਡਾਕਟਰ ਸਾਹਿਬ, ਕਿ ਹੁਣ ਤੱਕ ਜਿਹੜੇ ਪ੍ਰੋਗਰਾਮ ਹੋਏ ਜਿਨ੍ਹਾਂ ਨੇ ਸੁਣੇ ਆ, ਆਪਾਂ ਫੀਡਬੈਕ ਵੀ ਲੈਣੇ ਆ ਕਿ ਉਹਨਾਂ ਨੂੰ ਕਿੱਦਾਂ ਦੇ ਲੱਗਦੇ ਆ। ਵੈਸੇ ਸਾਨੂੰ ਨਾਲ ਦੇ ਨਾਲ ਬਹੁਤ ਸਾਰੇ ਸੁਨੇਹਾ ਜਿਹੜੇ ਨੇ ਉਹ ਮਿਲਦੇ ਨੇ ਫੇਸਬੁੱਕ ਤੇ, WhatsApp ਤੇ ਉਸ ਅਸੀਂ ਸਾਰੇ ਸੁਣ ਵੀ ਰਹੇ ਹੁੰਦੇ, ਵੇਖ ਵੀ ਰਹੇ ਹੁੰਦੇ ਆ। ਸੋ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। YouTube ਤੇ ਇਹ ਵਾਲਾ ਪ੍ਰੋਗਰਾਮ ਰਿਕਾਰਡਡ ਪਹੁੰਚ ਜਾਏਗਾ। ਸੋ ਸ਼ੁਭ ਰਾਤਰੀ, ਤੇ ਸੋਹਣੇ ਤੁਹਾਨੂੰ ਸੁਪਨੇ ਆਉਣ, ਤੇ ਚੰਗੇ ਪਾਤਰ ਮਿਲਣ ਤੁਹਾਨੂੰ। ਜੀ ਮੈਮ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੇ ਬਹੁਤ ਕਮਾਲ ਦਾ ਪ੍ਰੋਗਰਾਮ ਰਿਹਾ ਅੱਜ ਦਾ। ਕੋਸ਼ਿਸ਼ ਕਰਾਂਗੇ ਕਿ ਇਸੇ ਲੜੀ ਦੇ ਵਿੱਚ ਕੁਝ ਹੋਰ ਗਲਪ ਵਾਲੇ ਬੰਦੇ ਵੀ ਅਗਲੇ ਦਿਨਾਂ 'ਚ ਬੁਲਾ ਸਕੀਏ। ਕੱਲ ਦਾ ਪ੍ਰੋਗਰਾਮ ਅਸੀਂ ਫਿਰ ਜੈਂਡਰ ਇਸ਼ੂ ਤੇ ਕਰ ਰਹੇ ਹਾਂ। ਉਹਦੇ ਵਿੱਚ ਨੀਤੂ ਅਰੋੜਾ ਜਿਹੜੇ ਬਹੁਤ ਅੱਛੇ ਪੋਇਟ ਨੇ ਤੇ ਚਿੰਤਕ ਨੇ, ਇਸ ਵੇਲੇ ਪੰਜਾਬੀ ਦੇ ਨੌਜਵਾਨ ਪੀੜ੍ਹੀ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਦੇ ਨਾਲ ਮੋਨਿਕਾ ਕੁਮਾਰ ਚੰਡੀਗੜ੍ਹ ਤੋਂ, ਉਹਦੇ ਨਾਲ ਇੱਕ ਯੰਗ ਸਟੂਡੈਂਟਾਂ ਦੇ ਵਿੱਚ ਦਿੱਲੀ 'ਚ ਕੰਮ ਕਰ ਰਹੀ ਕੁੜੀ ਨਵਕਿਰਨ ਨੱਤ ਸਾਡੇ ਨਾਲ ਹੋਣੀ ਹੈ। ਤੇ ਇਸ ਤਰ੍ਹਾਂ ਦੀ ਇੱਕ ਪੋਇਟ ਅਸੀਂ ਇੰਟਰੋਡਿਊਸ ਕਰ ਰਹੇ ਹਾਂ, ਮਨਦੀਪ ਕੌਰ ਔਲਖ, ਜੋ ਜੈਂਡਰ ਇਸ਼ੂ ਤੇ ਕਵਿਤਾਵਾਂ ਲਿਖ ਰਹੀ ਹੈ। ਸੋ ਇਹਨਾਂ 4 ਅਸੀਂ ਜੈਂਡਰ ਇਸ਼ੂ ਤੇ 4 ਔਰਤ, 4 ਸਾਡੀਆਂ ਚਿੰਤਕ ਹੈਗੀਆਂ ਨੇ, ਇਹਨਾਂ ਨਾਲ ਅਸੀਂ ਕੱਲ ਗੱਲਬਾਤ ਕਰਾਂਗੇ। ਸੋ ਉਮੀਦ ਕਰਦੇ ਹਾਂ ਕਿ ਕੱਲ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਕੱਲ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਹੀ, ਜਿਵੇਂ ਅੱਜ ਦਾ ਪ੍ਰੋਗਰਾਮ ਆਪਣਾ ਖੂਬਸੂਰਤ ਰਿਹਾ, ਇਸੇ ਤਰ੍ਹਾਂ ਰਹੇਗਾ। ਸੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਸ ਨੂੰ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਹਦੇ ਨਾਲ ਵੱਧ ਤੋਂ ਵੱਧ ਜੁੜੋ। ਤੇ ਕੱਲ ਮਿਲਦੇ ਹਾਂ ਆਪਾਂ ਇਸ ਵਕਤ। ਸਾਰੇ ਲੇਖਕਾਂ ਦਾ ਤੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਸ਼ੁਕਰੀਆ ਜੀ।